ਲਓ ਜੀ, ਸਵਾਗਤ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਤੇ ਗੱਲ ਇੱਦਾਂ ਕਿ ਵੀ ਜਿਉਂ ਵੋਟਾਂ ਪਈਆਂ ਨੇ 20 ਤਰੀਕ ਦੀਆਂ, ਉਦੋਂ ਬਾਅਦ ਠੰਡ ਠੰਡੌਲਾ ਜਿਹਾ ਚੱਲੀ ਜਾਂਦਾ। ਤੇ ਠੰਡ ਠੰਡੌਲੇ ਦੇ ਵਿੱਚ ਕੀ ਕੁਛ ਰਿੱਝਦਾ ਪੱਕਦਾ, ਥੋੜ੍ਹੀ ਜਿਹੀ ਗੱਲ ਆਪਾਂ ਇਹਦੀ ਕਰ ਲਵਾਂਗੇ। ਇਸ ਤੋਂ ਇਲਾਵਾ ਹੋਰ ਜਿਹੜੀਆਂ ਖਬਰਾਂ ਨੇ ਜਿਹੜੀਆਂ ਤੁਹਾਡੇ ਜਾਣਨੀਆਂ ਜ਼ਰੂਰੀ ਆ, ਆਪਾਂ ਉਹਨਾਂ ਦਾ ਜ਼ਿਕਰ ਵੀ ਕਰਨਾ। ਤੇ ਸਾਰੀਆਂ ਗੱਲਾਂ ਬਾਤਾਂ ਕਰਨ ਦੇ ਲਈ ਵੀਰ ਪਰਮਵੀਰ ਬਾਠ ਹੋਈ ਆਪਣੇ ਨਾਲ। ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮਾਤਾ ਸਿਹਤਾਂ ਕਿੱਦਾਂ? ਸਿਹਤਾਂ ਠੀਕ ਆ। ਤੇ ਮੈਂ ਇੱਕ ਸੱਜਣ ਦਾ ਸੁਨੇਹਾ ਆਇਆ, ਉਹ ਕਹਿੰਦੇ ਜੀ ਵੋਟਾਂ ਤੋਂ ਬਾਅਦ। ਮੈਂ ਕਿਹਾ ਕਿਵੇਂ, ਤੁਸੀਂ ਸੁਣਾਓ ਵੋਟਾਂ ਤੋਂ ਬਾਅਦ। ਉਹ ਕਹਿੰਦੇ ਕੁਛ ਵੀ ਨਹੀਂ, ਲੀਡਰ ਪਹਾੜੀਆਂ ਤੇ ਲੋਕੀ ਦਿਹਾੜੀਆਂ ਤੇ। ਇਹ ਤੇ ਪਹਿਲਾਂ ਵੀ ਸੱਚ ਹੀ ਹੋਣਾ ਸੀ, ਉਹ ਤਾਂ ਅੱਗੇ ਹੀ ਕਿਹਾ। ਦੇਖੋ ਕਾਰਨ ਹੈ ਵਾਟ ਸਾਹਿਬ ਵੀ ਕਿੰਨਾ ਆਪਾਂ ਇਹ ਬੇਨਤੀ ਕੀਤੀ ਵੀ ਵੀਰ ਮੇਰੇ ਉਹ 27 ਆ ਮੁੜ ਕੇ। ਤੇ ਬੰਦਾ ਲੈ ਕਿਹੜੀ 27 ਗੱਲਾਂ ਕਰਦਾ ਹੀ ਆਹ। ਤੇ ਹੁਣ ਫਿਰ ਬੰਦਾ ਇਹੋ ਹੀ ਸੋਚਦਾ ਵੀ ਅੱਛਾ ਹੁਣ ਕਿੱਦਾਂ, ਕੁਛ ਨਹੀਂ ਕਹਿੰਦਾ ਦਾਤੀ ਨੂੰ ਦੰਦੇ ਕਢਾਉਣ ਚੱਲਿਆ ਕੀ ਪਤਾ ਨਹੀਂ, ਪੱਠੇ ਪੂਰੇ ਨਹੀਂ ਵੱਢਦੇ ਹੁਣ ਮਤਲਬ, ਤਾਂ ਕਰਕੇ ਆਹੋ। ਦੇਖੋ ਕਈ ਬੰਦੇ ਜਿਹੜੇ ਵੋਟਾਂ ਵਾਲੇ 2 ਦਿਨ ਪਹਿਲਾਂ ਆਪਸ ਦੇ ਵਿੱਚ ਖਾਈਬੜਦੇ ਰਿਹਾ ਕਿ ਮੈਂ ਪਤਾ ਨਹੀਂ ਕਿਹੜੀ ਸ਼ੈ ਆ, ਮੈਨੂੰ ਲੈਣਾ ਆ ਗੱਡੀ ਸਵੇਰੇ 7 ਵਜੇ ਆ ਜਾਂਦੀ ਆ। ਜਿਹੜੇ ਇੱਕ ਦੂਜੇ ਨਾਲ ਬੋਲਣੋਂ ਹਟ ਗਏ ਸੀ, ਉਹ ਵੀ ਹੁਣ ਕਹਿੰਦੇ ਦਾਤੀ ਦੇ ਦੰਦੇ ਕਢਾਉਣ ਲੱਗੇ। ਪੁੱਛ ਲੈਂਦੇ ਆ ਤੁਸੀਂ ਵੀ ਦੇਣੀਆਂ ਦੇ ਦੋ, ਫਿਰ ਤੁਰੇ ਫਿਰੋਗੇ ਮੁੜ ਕੇ, ਕੰਮ ਤਾਂ ਤੁਹਾਡਾ ਵੀ ਉਹੀ ਜਿਹੜਾ ਸਾਡੇ ਵਾਲਾ। ਹੁਣ ਕਿਸੇ ਲੀਡਰ ਨੇ ਪੁੱਛਣਾ ਹੈ ਨਹੀਂਗਾ। ਦੇਖੋ ਇੱਕ ਚੀਜ਼ ਤਾਂ ਹੈਗੀ ਆ ਵੀ ਵੀਰ ਜੀ ਹੁਣੀ ਖਾਸ ਕਰਕੇ, ਇੱਕ ਤਾਂ ਆਪਾਂ ਬੜੀ ਵਾਰ ਇਹ ਜ਼ਿਕਰ ਕਰਦੇ ਹੁੰਦੇ, ਪਰ ਚਲੋ ਸ਼ੌਕ ਹੈ ਹਰੇਕ ਦਾ, ਜਿਹਨੂੰ ਸ਼ੌਕ ਹੈਗਾ। ਮੇਰਾ ਖਿਆਲ ਉਹ ਸ਼ੌਕ ਹੈਗਾ ਕਰਕੇ ਇਸੇ ਕਰਕੇ ਪੋਲੀਟੀਕਲ ਪਾਰਟੀਆਂ ਨੂੰ ਕੰਮ ਰੱਖਿਆ ਵੀ ਇਲੈਕਸ਼ਨਾਂ ਤੋਂ 3, 4, 6 ਮਹੀਨੇ ਪਹਿਲਾਂ 10 ਰੁਪਈਆਂ ਵਾਲੀਆਂ ਉਹ ਕਾਪੀਆਂ ਲੈ ਲੈਂਦੇ ਆ। ਫਿਰ ਉਹਦੇ ਹਰੇਕ ਪੰਨੇ ਦੇ ਉੱਪਰ ਜਿਉਂ ਸੀਨੀਅਰ ਜੂਨੀਅਰ ਸਰਕਲ ਚੌਕਟਾ ਟਰੈਂਗਲ ਪ੍ਰਧਾਨ ਜਿੱਦਾਂ ਦੇ ਵੀ ਪ੍ਰਧਾਨ ਹੁੰਦੇ ਆ ਹੈ ਨਾ, ਉਹ ਸਾਰਿਆਂ ਦੇ ਨਾਂ ਲਿਖ ਕੇ ਤੁਹਾਨੂੰ ਪਤਾ ਹੁੰਦਾ ਵੀ ਇੱਕ ਰਾਂ ਬਸ ਕਿਸੇ ਮਗਰ ਵੱਡਾ ਪੀਪਾ, ਕਿਸੇ ਮਗਰ ਨਿੱਕਾ ਪੀਪਾ ਬੰਨ੍ਹਦੇ, ਉਹ ਖੜਕਦਾ ਆਪੇ ਰਹਿਣਾ। ਹੁਣ ਜਿਨ੍ਹਾਂ ਨੂੰ 5-6 ਮਹੀਨੇ ਹੋ ਗਏ ਗੱਡੀਆਂ ਝੂਟਦਿਆਂ, ਫਲਾਣੇ ਦਾ ਫੋਨ ਆ ਗਿਆ, ਉਹ ਫਿਰ ਰਾਤ ਉੱਥੇ ਬੈਠੇ ਹਾਂ। ਨਿਆਣੇ ਵਿਚਾਰੇ 5-6 ਮਹੀਨਿਆਂ ਤੋਂ ਉਡੀਕਦੇ ਵੀ ਪਾਪਾ ਪਾਣੇ ਅੱਧੀ ਰਾਤ ਨੂੰ ਆਉਂਦਾ, ਸਵੇਰੇ ਤੜਕੇ ਹੀ ਗੱਡੀ ਵਾਲੇ ਬਾ ਕੇ ਲੈ ਜਾਂਦੇ ਆ। ਹੁਣ ਨਿਆਣੇ ਵੀ ਪੁੱਛਦੇ ਹੋਣੇ ਵੀ 3-4 ਦਿਨ ਹੋ ਗਏ ਪਾਪਾ ਨਿੰਮ ਥੱਲੇ ਉੱਠਦਾ ਹੀ ਨਹੀਂ, ਨਾ ਇਹਨੂੰ ਕੋਈ ਲੈਣ ਹੀ ਆਉਂਦਾ ਨਾ ਕੋਈ ਗੱਲ। ਇੱਦਾਂ ਵੀ ਹੋ ਸਕਦਾ ਕਿ ਨਿਆਣੇ ਭੁਲੇਖਾ ਪਾਪੇ ਨੂੰ ਖਰੇ ਕੋਈ ਕੰਮ ਮਿਲ ਗਿਆ। ਭਾਪੇ ਨੂੰ ਕੰਮ ਨਹੀਂ ਮਿਲ ਗਿਆ, ਪਾਪਾ ਕੰਮੋਂ ਗਿਆ ਸੀ, ਹੁਣ ਸ਼ਾਇਦ ਭਾਪੇ ਨੂੰ ਕੋਈ ਕੰਮ ਮਿਲ ਜਾਵੇ। ਮੱਝ ਮੁੱਝ ਹੱਥ ਪਈ ਹੋਵੇ ਤਾਂ ਪਾਪਾ ਘਰ ਰਵੇ। ਪਾਪਾ ਤਾਂ ਸਿਆਸੀ ਪਾਰਟੀਆਂ ਦੇ ਕੋਲ ਗਿਆ ਰਹਿੰਦਾ ਸੀ। ਬਾਕੀ ਸੰਧਾਲੀਆ ਸਾਹਿਬ ਇੱਕ ਬੇਨਤੀ, ਹੁਣ ਤੇ ਇਹ ਵੀ ਹੋਣਾ ਕੁਛ, ਇਹ ਪੱਕੀ ਗੱਲ, ਪੁਰਾਣੀ ਗੱਲ ਕਰਦਾ ਜਦੋਂ ਵੇਖਣ ਵਾਲੀ ਗੱਲ ਵਾ, ਉਦੋਂ ਮੈਂ ਅੱਖੀਂ ਦੇਖਿਆ, ਹੁਣ ਵੀ ਹੁੰਦਾ ਹੋਊਗਾ। ਜ਼ਰੂਰ ਟਿੱਪਣੀ ਆਪਾਂ ਮੰਗਾਂਗੇ ਵੀ ਇਹੋ ਜਿਹੀ ਲਿਖੋ। ਆਮ ਤੌਰ 'ਤੇ ਜਦੋਂ 5-6 ਮਹੀਨੇ ਇੱਦਾਂ ਦੇ ਬੰਦੇ ਮਤਲਬ ਗੱਡੀਆਂ 'ਤੇ ਸਫ਼ਰਾਂ 'ਤੇ ਇਹ ਉਹ ਰਹਿੰਦੇ ਆ ਨਾ, ਜਦੋਂ ਕਿਤੇ ਵੋਟਾਂ ਮੁੱਕਣ ਤੋਂ ਬਾਅਦ ਅਚਾਨਕ ਹੁੰਦਾ ਨਾ ਵੀ ਹੁਣ ਬਾਪੂ ਨੇ ਵੀ ਹੁਣ ਇਹਨੇ ਖਿੱਚਣਾ ਹੀ, ਹੋਰ ਕੁਛ ਨਹੀਂ, ਚੱਲ ਪੱਠੇ ਹੀ ਪਾ ਦੇਵਾਂ ਮੈਂ, ਮਤਲਬ ਹੈ ਨਾ। ਜਾਂ ਉੱਧਰੋਂ ਆਵਾਜ਼ ਪੈਣੇ, ਉਹ ਮੱਝਾਂ ਘਰਕਣ ਡਈਆਂ ਉੱਥੇ, ਦੱਸ ਵੀ ਉਹਨਾਂ ਨੂੰ ਤੂੰ ਪਾਣੀ ਵਿਖਾ ਲਾ। ਬੰਦਾ ਮੱਝਾਂ ਨੂੰ ਜਾਂਦਾ, ਮੱਝ ਡਰੀ ਜੀ ਵੇਂਦੀ ਵੀ ਇਹ ਬੰਦਾ ਹੈ ਕੌਣ ਹੈ, ਮੈਂ ਤਾਂ ਕਦੇ ਵੇਖਿਆ ਹੀ ਨਹੀਂ। ਸੰਧਾਲੀਆ ਸਾਹਿਬ ਇਹ ਵੀ ਆ, ਕਈ ਵਾਰੀ ਲੀਡਰਾਂ ਦਾ ਗੁੱਸਾ ਨਿਆਣਿਆਂ ਤੇ ਕੱਢਦੇ ਆ। ਓਏ ਤੂੰ ਕੀ ਰੌਲਾ ਪਾਇਆ, ਖੱਪ ਪਾਈ। ਗੁੱਸਾ ਤੇ ਇਹ ਹੁੰਦਾ ਕਿ ਹੁਣ ਕੋਈ ਲੀਡਰ ਟੈਲੀਫੋਨ ਨਹੀਂ ਕਰਦਾ, ਹੁਣ ਕਾਰ ਨਹੀਂ ਭੇਜਦਾ ਕਿ ਆਓ ਚਲੀਏ, ਕੋਈ ਗਲ ਦੇ ਵਿੱਚ ਪਰਨਾ ਨਹੀਂ ਪਾਉਂਦਾ, ਕੋਈ ਅਖਬਾਰ ਤੇ ਫੋਟੋ ਨਹੀਂ ਛਪਦੀ। ਇੰਨੇ ਪਰਿਵਾਰ ਜਾਂ ਇਸ ਪਿੰਡ ਦੇ ਇਸ ਪਾਰਟੀ ਦੇ ਸਿਰ ਕੱਢ ਲੀਡਰ ਪਾਰਟੀ ਛੱਡ ਕੇ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਉਹ ਜਿਹੜੇ ਸਾਰਾ ਦਿਨ ਰੈਲੀਆਂ ਦੇ ਵਿੱਚ ਸਪੀਕਰਾਂ ਦੀ ਕੰਨ ਪਾੜਵੀਂ ਆਵਾਜ਼ ਆਪਣੇ ਕੰਨਾਂ ਨਾਲ ਸਹਿਣ ਕਰਦੇ ਸੀ, ਜੇ ਕਿਤੇ ਨਿਆਣਾ ਮਾੜੀ ਮੋਟੀ ਕੋਈ ਸ਼ਰਾਰਤ ਨਾਲ ਗੱਲ ਕਰ ਬੈਠੇ, ਕੋਈ ਮਾੜੀ ਜਿਹੀ ਉੱਚੀ ਬੋਲ ਪਏ, ਤੁਹਾਨੂੰ ਪਤਾ ਨਹੀਂ, ਤੁਹਾਨੂੰ ਰਹਿਣਾ ਨਹੀਂ ਆਉਂਦਾ, ਕੰਨ ਖਾਧੇ ਸਵੇਰ ਤੇ ਉਹਦੀ 2-4 ਕੰਨਾਂ 'ਤੇ ਛੱਡ ਦੇਣੀ ਆ। ਹੁੰਦਾ ਹੀ ਹੈ। ਇੱਕ ਹੋਰ ਕੰਮ ਜਿਹੜਾ ਬਹੁਤ ਜ਼ਰੂਰੀ ਇਹਨਾਂ ਦਿਨਾਂ 'ਚ ਕਰਨਾ ਪੈਂਦਾ, ਉਹ ਹੁੰਦਾ ਵੀ ਘਰੋਂ ਕਿਸੇ ਨਾ ਕਿਸੇ ਵੇਲੇ ਨਾ ਉਹਨਾਂ ਨੇ ਕਹਿਣਾ ਹੁੰਦਾ ਵੀ ਭੈਣ ਜੀ ਉਹਨਾਂ ਲੜਨਾ ਹੁੰਦਾ ਭਾਈ ਸਾਹਿਬ ਨਾਲ, ਮੇਰੀ ਸੁਣ ਲਓ ਗੱਲ, ਆ ਤੀਜਾ ਚਾਕੂ ਗਵਾਤਾ ਤੁਸੀਂ। ਮੈਂ ਕਿਹਾ ਵੀ ਮੈਂ ਤਾਂ ਉਹ ਸਟਿੱਕਰ ਜੋ ਲਾਉਣ ਡਿਆ ਜੇ ਸ਼ੀਸ਼ਿਆਂ ਤੋਂ ਰਗੜ ਕੇ, ਪਹਿਲਾਂ ਇਹਨਾਂ ਨੂੰ ਲਾਉਣ ਦਾ ਬੜਾ ਚਾਅ ਸੀਗਾ ਹੈ ਨਾ। ਹੁਣ ਉਹਨੂੰ ਹੁੰਦਾ ਬੰਦੇ ਨੂੰ ਵੀ ਯਾਰ ਪਤਾ ਨਹੀਂ ਕਿਹਦੀ ਸਰਕਾਰ ਆਉਣੀ ਕਿਹਦੀ ਨਹੀਂ ਆਉਣੀ, ਵੀ ਉਦੋਂ ਦੇ ਮੋਟੇ ਲਿਖੇ ਹੁੰਦੇ ਤੇ ਉਹ ਸਟਿੱਕਰਾਂ ਦੇ ਨਾਲ ਹੀ ਬਾਹਰ ਹੁੰਦੀ ਹੈ। ਤੇ ਹੁਣ ਬੰਦਾ ਐ ਖੁਰਚ ਕੇ ਲਾਉਣ ਡਿਆ ਹੁੰਦਾ, ਅੱਧਾ ਕੁ ਲੱਥਾ ਹੁੰਦਾ। ਚਲੋ ਆਪਾਂ ਕਿਸੇ ਲੀਡਰ ਦਾ ਨਾਂ ਨਹੀਂ ਲੈਂਦੇ, ਕਈ ਨਾ ਇੱਦਾਂ ਜੇ ਹਿਸਾਬ ਨਾਲ ਲੱਥਾ ਹੁੰਦਾ ਵੀ ਉਹ ਜਿਹੜਾ ਲੀਡਰ ਹੁੰਦਾ ਕਦੀ ਉਹਦੀਆਂ ਅੱਖਾਂ ਦੀ ਹੁੰਦੀਆਂ, ਕਦੀ ਕੁਛ ਹੋਰ ਦੀ ਦਾ ਹੁੰਦਾ, ਤੇ ਉਹ ਸਾਰਾ ਕੁਝ ਰਗੜ ਕਹਿਣਾ ਵੀ ਕੀ ਗੱਲ ਹੋ ਗਈ, ਪਤਾ ਨਹੀਂ, ਲੈਂਦਾ ਨਹੀਂ, ਮੈਂ ਤਾਂ ਹੱਥ ਤੇ ਮਰਾ ਲਈ 2 ਘਰਾਂ 'ਚ ਕਰ ਦੋ। ਦੇਖੋ ਕਈ ਵਾਰੀ ਤਾਂ ਸਿਰ ਗਲ ਤੋਂ ਉੱਪਰ ਲਾਣਾ, ਬੰਦੇ ਲੀਡਰ ਢਿੱਡ ਤੋਂ ਪਛਾਣਨੇ ਪੈਂਦੇ ਆ ਵੀ ਇਹ ਫਲਾਨਾ ਲੱਗਦਾ ਜੀ ਹੱਥ ਜਿਹਾ ਜੋੜਿਆਂ ਤੋਂ ਹੈ। ਬਾਕੀ ਸੰਧਾਲੀਆ ਸਾਹਿਬ ਇੱਦਾਂ ਹੈ ਗੱਲ, ਤੁਸੀਂ ਇਹ ਦੇਖੋ ਕਿ ਪਿੰਡਾਂ ਦੇ ਵਿੱਚ ਉਹਨਾਂ ਘਰਾਂ ਦਾ, ਉਹਨਾਂ ਹਵੇਲੀਆਂ ਦਾ ਕੀ ਹਾਲ ਹੋਊਗਾ। ਜਿੰਨੀ ਦੇਰ ਤਾਂ ਵੋਟਾਂ ਪੈਣੀਆਂ ਸੀ, ਮੰਨ ਲਓ ਵੋਟਾਂ ਪੈਣ ਤੋਂ 4 ਦਿਨ ਪਹਿਲਾਂ ਜਿਹੜੀ ਥਾਂ ਦੇ ਉੱਤੇ ਪਤਾ ਸੀ ਕਿ ਉਹ ਖੂੰਜੇ ਜਿਹਾ ਰੱਖੀ ਆ, ਉੱਥੇ ਉਹ ਮੜ ਜਾ 2 ਪੈਗ ਜਾ ਕੇ ਲਾਇਆ ਹੋਈ। ਉਹ ਰਾਹ ਦੇ ਵਿੱਚ ਦੀ ਵੀ ਕੋਈ ਜੇ ਕੋਈ ਬੰਦਾ ਲੰਘਦਾ ਸੀ ਤਾਂ ਪਹਿਲਾਂ ਹੀ ਅਗਲੇ ਕਹਿੰਦੇ ਉਹ ਆ ਜਾ ਕਿੱਧਰ ਨੂੰ ਚੱਲਿਆ, ਲੈ ਇੱਦਾਂ ਜਾਣ ਦਿੰਦੇ ਆ ਜਾ ਤੂੰ, ਫਲਾਨਾ ਵੀ ਬੈਠਾ, ਉਹਨੇ ਹੌਲੀ ਹੌਲੀ ਟੇਢਾ ਜਿਹਾ ਹੁੰਦਾ ਅੰਦਰ ਵੜ ਜਾਣਾ।
ਹੁਣ 5-7 ਗੇੜੇ ਤਕਾਲਾਂ ਨੂੰ ਉੱਥੇ ਮਾਰਦੇ ਆ, ਤੇ ਜੇ ਅਗਲਾ ਬੰਦਾ ਅੰਦਰ ਬੈਠਾ ਯਾਰ ਬੂਹਾ ਲਾ ਕੇ ਦੇ ਅੰਦਰ ਨਾ ਵੜੇ। ਹਾਂਜੀ, ਉਹ ਵੀ ਹੁੰਦਾ। ਇੱਕ ਹੋਰ ਚੀਜ਼ ਜਿਹੜੀ ਹੁੰਦੀ ਆ, 1.5 ਮਹੀਨਾ ਹੋ ਗਿਆ ਹੁੰਦਾ, ਪਿੰਡ ਵਾਲਿਆਂ ਨੂੰ ਵੀ ਹੁਣ ਨਾ ਚੇਤਾ ਜਿਹਾ ਭੁੱਲ ਗਿਆ ਵੀ ਇਹਨਾਂ ਕੁੱਤਾ ਰੱਖਿਆ, ਕਿਉਂਕਿ ਕੁੱਤਾ ਬੰਨਣੇ ਘਰ ਦੇ ਪਿਛਲੇ ਪਾਸੇ ਵੀ ਇਹ ਪਵੇ ਨਾ ਕਿਸੇ ਨੂੰ ਆਵਾਜਾਈ ਆ, ਤੇ ਹੁਣ ਉਹਨੂੰ ਆਖਣਾ ਦਾ ਵੀ ਇਦਾਂ ਕਰ, ਹੁਣ ਨਾ ਜਮਾਂ ਬੂਹੇ ਦੇ ਕੁੰਡੇ ਦੇ ਨਾਲ ਜਾ ਕੇ ਬੰਨ ਟੌਮੀ ਨੂੰ, ਰੱਸਾ ਥੋੜਾ ਜਿਹਾ ਵੱਡਾ ਕਰਦੇ ਸੰਗਲੀ ਥੋੜੀ ਜਿਹੀ ਇਦਾਂ ਦੀ ਕਰਦੀ ਵੀ ਐ ਪੂਰਾ ਗੇਟ ਘੇਰ ਲਵੇ ਕਰਾਂ, ਤੇ ਹੋਰ ਕੁਛ ਉਹ ਤੋਂ ਝੀਤ ਚੋਂ ਦੇਖ ਨਾ ਦੇਖ, ਟੌਮੀ ਪਹਿਲਾਂ ਦੇਖ ਯਾਰ ਇਹਨਾਂ ਕੁੱਤਾ ਰੱਖ ਲਿਆ, ਅੱਗੇ ਤਾਂ ਸੀਗਾ ਰੱਖਿਆ ਨਹੀਂ ਹੁੰਦਾ, ਅੱਗੇ ਹੀ ਹੁੰਦਾ। ਉਹ ਵਾ ਮਹੀਨਾ 1.5 ਮਹੀਨਾ ਪਿੱਛੇ ਬੰਨਿਆ ਹੁੰਦਾ ਕੋਠੀ ਦੇ, ਹੁਣ ਅਗਲਾ ਗੇਟ ਤੇ ਕਰ ਦੇਣਾ। ਫਰਕ ਤਾਂ ਇੰਨਾ ਕੀ ਨਹੀਂ, ਫਰਕ ਤਾਂ ਇੰਨਾ ਕੀ ਆ। ਬਾਕੀ ਤੁਸੀਂ ਦੇਖੋ ਸੰਧਾਲੀਆ ਸਾਹਿਬ, ਵੋਟਾਂ ਪੈ ਗਈਆਂ, ਸਾਰਾ ਕੁਝ ਹੋ ਗਿਆ। ਕਾਂਗਰਸ ਪਾਰਟੀ ਵਾਲੇ ਕਹਿੰਦੇ ਕਿ ਸਰਕਾਰ ਸਾਡੀ, ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੇ ਕਹਿੰਦੇ ਸਰਕਾਰ ਸਾਡੀ, ਆਮ ਆਦਮੀ ਪਾਰਟੀ ਵਾਲੇ ਕਹਿੰਦੇ ਇਹਨਾਂ ਨੂੰ ਨਹੀਂ ਸਾਡੀ। ਇੱਕ ਲੀਡਰ ਬੋਲਿਆ ਹੀ ਪੰਜਾਬ 'ਚ, ਇੱਕ ਲੀਡਰ, ਉਹ ਬੋਲੇ ਸੁਖਦੇਵ ਸਿੰਘ ਢੀਂਡਸਾ। ਉਹਨਾਂ ਨੇ ਹਿੰਮਤ ਕੀਤੀ, ਜਿਹੜਾ ਵੀ ਕੋਈ ਚੀਜ਼ ਹੁੰਦੀ ਹੈ ਉਹ ਕਹਿੰਦੇ ਜੀ ਦੇਖੋ ਗੱਲ ਇਹ ਹੈ ਕਿ ਸਰਕਾਰ ਨਹੀਂ ਜੇ ਕਿਸੇ ਦੀ ਬਣਨੀ, ਕਿਸੇ ਦੀ ਨਹੀਂ ਬਣਨੀ। ਹਾਲਾਂਕਿ ਉਹ ਕੈਪਟਨ ਸਾਹਿਬ ਤੇ ਭਾਜਪਾ ਦੇ ਨਾਲ ਗੱਠਜੋੜ 'ਚ ਨੇ, ਇੰਨਾ ਹੀ ਕਹਿ ਦਿੰਦੇ ਢੀਂਡਸਾ ਸਾਹਿਬ 10 ਤਰੀਕ ਤੱਕ ਸਵੇਰ ਤਾਂ ਇਹਨਾਂ ਨਹੀਂ ਕੋਈ ਕਹਿ ਦੇਣ ਲਗਾਈ, ਕਹਿ ਦਿੰਦੇ ਸਾਡੀ ਸਰਕਾਰ ਵੱਟ ਤੇ ਪਈ। ਉਹ ਕਹਿੰਦੇ ਸਰਕਾਰ ਕਿਸੇ ਦੀ ਨਹੀਂ ਬਣਨੀ, ਗੱਠਜੋੜ ਹੋਣਾ। ਦੂਸਰੀ ਗੱਲ ਉਹ ਕਹਿੰਦੇ ਕਿ 50 ਸੀਟਾਂ ਤੇ ਅਸੀਂ ਚੋਣ ਲੜਨੀ ਸੀ, ਅਸੀਂ 15 ਤੇ ਤਾਂ ਮੰਨ ਗਏ, ਗੱਠਜੋੜ ਬਹੁਤ ਲੇਟ ਹੋਇਆ, ਖੇਤੀ ਅੰਦੋਲਨ ਚੱਲਦਾ ਸੀ, ਪਹਿਲਾਂ ਸਰਗਰਮੀ ਨਹੀਂ ਸ਼ੁਰੂ ਕਰਨੀ। ਬੰਦੇ ਤਾਂ ਸਾਡੇ ਕੋਲ ਬਹੁਤ ਸੀ, ਇਸ ਹਲਕੇ ਤੋਂ 7-8 ਹਲਕੇ ਉਹਨਾਂ ਨੇ ਪੋਟਿਆਂ ਤੇ ਕਣਾਏ। ਇੱਥੋਂ ਸਾਡੇ ਕੋਲ ਬੜਾ ਤਕੜਾ ਬੰਦਾ ਸੀ, ਇੱਥੋਂ ਬੜਾ ਤਕੜਾ ਉਮੀਦਵਾਰ ਸੀ, ਇੱਥੋਂ ਬੜਾ ਵੱਡਾ ਲੀਡਰ ਸਾਡੇ ਕੋਲ, ਪਰ ਅਸੀਂ ਕਿਹਾ ਗੱਠਜੋੜੀ ਹੋ ਗਿਆ, 50 ਤੇ ਲੜਨਾ ਸੀ। ਪਰ ਕਹਿੰਦੇ ਅਸੀਂ 15 ਸੀਟਾਂ ਤੇ ਵੀ ਲੜ ਕੇ ਨਾ ਇੱਕ ਵਾਰੀ ਤਾਂ ਅਸਲ ਅਕਾਲੀ ਦਲ ਦਾ ਲੋਕਾਂ ਨੂੰ ਚੇਤਾ ਕਰਾਤਾ ਕਿ ਅਕਾਲੀ ਦਲ ਇਦਾਂ ਦਾ ਹੁੰਦਾ, ਅਸੀਂ 15 ਦੀਆਂ 15 ਜਿੱਤਣੀਆਂ। ਉਹ ਕਹਿੰਦੇ ਨਹੀਂ, ਚਲੋ ਵਧੀਆ ਗੱਲ ਆ। ਆਪਾਂ ਤੇ ਕਿਉਂਕਿ ਸੀਨੀਅਰ ਲੀਡਰ ਨੇ, ਆਪਾਂ ਉਹਨਾਂ ਦੀ ਗੱਲ ਮੰਨਣੀ ਪੈਣੀ ਹੈ। ਪਰ ਜੇ ਆਪਾਂ ਪਿਛਲੇ ਰਿਕਾਰਡ ਦੇ ਹਿਸਾਬ ਨਾਲ ਵੇਖੀਏ, ਜਦੋਂ ਢੀਂਡਸਾ ਸਾਹਿਬ ਅੱਡ ਹੋਏ ਅਕਾਲੀ ਦਲ ਤੋਂ, ਪਹਿਲਾਂ ਉਹ ਕਹਿੰਦੇ ਨਾ 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 ਸਿਆਸਤ ਹੁਣ ਕਿੱਥੇ, ਬਜ਼ੁਰਗ ਹੋ ਗਏ ਹੁਣ ਤੇ ਨਹੀਂ, ਬਸ ਐਕਟਿਵ ਪੋਲੀਟਿਕਸ ਛੱਡੀ ਹੁਣ ਆਪਾਂ। ਮੇਰਾ ਖਿਆਲ ਮਹੀਨਾ 1.5 ਮਹੀਨਾ ਹੀ ਆਪਣੇ ਵਾਲਾ ਭਾਈਚਾਰਾ ਕਦੀ ਮਾਈਕ ਲੈ ਕੇ, ਕਦੀ ਕਾਪੀ ਲੈ ਕੇ, ਕਦੀ ਡਾਇਰੀ ਲੈ ਕੇ, ਕਦੀ ਪੈਨ ਲੈ ਕੇ, ਕਦੀ ਚਾਹ ਦੇ ਬਹਾਨੇ ਪੁੱਛਣ ਗਿਆ ਵੀ ਕੁਛ ਤੇ ਦਿਲ ਫਰੋਲਣ ਢੀਂਡਸਾ ਸਾਹਿਬ, ਪਰ ਨਾ ਉਹਨਾਂ ਨਹੀਂ ਦਿਲ ਫਰੋਲਿਆ। ਫਿਰ ਹੌਲੀ ਹੌਲੀ ਜਦੋਂ ਜੋ ਕੰਮ ਮਸਲਾ ਜਾਂ ਇੱਧਰ ਉੱਧਰ ਲੱਗਣ ਲੱਗਾ, ਫਿਰ ਰੌਲਾ ਪਿਆ ਵੀ ਇਹ ਤਾਂ ਬੀਜੇਪੀ ਨਾਲ ਰਲਣਗੇ ਜੀ। ਫਿਰ ਵੀ ਉਹਨਾਂ ਦੀ ਵਿੱਚ ਸਟੇਟਮੈਂਟ ਆਉਂਦੀ ਸੀ, ਨਾ ਨਾ ਕੋਈ ਬੀਜੇਪੀ ਨਹੀਂ, ਅਸਲ ਅਕਾਲੀ ਦਲ ਸਾਡਾ, ਆਉਣਾ ਤੇ ਆਪਾਂ ਇਕੱਠੇ ਆਉਣਾ। ਫਿਰ ਰੌਲਾ ਪਿਆ ਵੀ ਇਹਨਾਂ ਨੇ ਬ੍ਰਹਮਪੁਰਾ ਸਾਹਿਬ ਨਾਲ ਉੱਧਰ ਰਲ ਜਾਣਾ, ਨਾ ਨਾ ਉੱਧਰ ਬਿਲਕੁਲ ਰਲ। ਇਹ ਮੈਂ ਤਾਂ ਗੱਲਾਂ ਚੇਤੇ ਕਰਾਉਣੇ ਆ, ਉਹ ਤੋਂ ਬਾਅਦ ਹੋਇਆ ਕਿ ਉਹ ਸਾਰਿਆਂ ਨੂੰ ਵੈਸੇ ਹੀ ਪਤਾ। ਹੁਣ ਜੇ ਉਹ ਕਹਿੰਦੇ ਆ ਵੀ ਭਾਈ ਸਰਕਾਰ ਕਿਸੇ ਦੀ ਨਹੀਂ ਬਣਨੀ, ਤੇ ਬਾਕੀ ਹੁਣ ਫਿਰ ਤੁਸੀਂ ਆਪ ਅੰਦਾਜ਼ਾ ਲਾ ਲਓ। ਨਹੀਂ ਦੇਖੋ, ਢੀਂਡਸਾ ਸਾਹਿਬ ਸਿਆਣੇ ਬੰਦੇ, ਉਹ ਕਹਿੰਦੇ ਜੀ ਸਾਡੇ ਸਾਰੇ ਬੰਦੇ ਜਿੱਤਣੇ, ਵਧੀਆ ਗੱਲ ਹੈ। ਵੈਸੇ ਮੈਨੂੰ ਚੇਤਾ ਆਉਂਦਾ ਕਿ ਚਲੋ ਹੁਣ ਤਾਂ ਸੁੱਖ ਨਾਲ ਰਾਜ ਸਭਾ ਦੇ ਮੈਂਬਰ ਨੇ, ਇੱਕ ਵਾਰੀ ਲੋਕ ਸਭਾ ਦੀ ਆਖਰੀ ਚੋਣ ਲੜੀ ਸੀ, ਉਦੋਂ ਵੀ ਮੇਰੇ ਖਿਆਲ ਜਿੱਤ ਨਹੀਂ ਸੀ ਹੋਇਆ। ਪਰਮਿੰਦਰ ਸਿੰਘ ਢੀਂਡਸਾ ਤੋਂ ਪਹਿਲਾਂ ਇੱਕ ਦੋ ਵਾਰੀ ਵਿਧਾਨ ਸਭਾ ਦੀ ਚੋਣ ਵੀ ਲੜੀ, ਉਦੋਂ ਵੀ ਸ਼ਾਇਦ ਪੈਰ ਨਹੀਂ ਸੀ ਬਹੁਤੇ ਲੱਗੇ। ਚਲੋ ਫਿਰ ਵੀ ਦਾਅਵਾ ਕਰਨ 'ਚ ਕੀ ਹੈ, ਦਾਅਵਾ ਤਾਂ ਕੋਈ ਵੀ ਬੰਦਾ ਕਰ ਸਕਦਾ। ਹੁਣ ਦੇਖਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਤੇ ਭਾਰਤੀ ਜਨਤਾ ਪਾਰਟੀ ਵਾਲੇ ਉਹਨਾਂ ਦੇ ਦਾਅਵਿਆਂ ਦੇ ਉੱਤੇ ਹੁਣ ਕਿੰਤੂ ਕੀ ਕਰਦੇ ਆ ਤੇ ਪਰੰਤੂ ਕੀ ਕਰਦੇ ਆ, ਪ੍ਰਤੀਕਿਰਿਆ ਉਹਨਾਂ ਦੀ ਆਉਂਦੀ ਕੀ ਹੈ। ਵੈਸੇ ਜੇ ਢੀਂਡਸਾ ਸਾਹਿਬ ਦੀ ਗੱਲ ਸੱਚ ਮੰਨੀਏ ਤਾਂ ਇਹਦਾ ਮਤਲਬ ਹੈ 11 ਤਰੀਕ ਨੂੰ, 11 ਮਾਰਚ ਨੂੰ ਆਪਾਂ ਇੱਦਾਂ ਕਹਾਂਗੇ ਜੀ ਅਕਾਲੀ ਦਲ ਸੰਯੁਕਤ ਦੇ ਕੋਲ 1 MP ਤੇ 15 MLA ਆ। ਫਿਰ ਤਾਂ ਇਦਾਂ ਹੋ ਜੂ ਨਾ, ਨਹੀਂ ਕਹਿਣਾ ਪੈਣਾ ਤਾਂ ਜੇ ਸਦਾ ਇੱਕ ਦੋ ਆਜ਼ਾਦ ਉਹਨਾਂ ਨੂੰ ਆਖਣ ਵੀ ਅਸੀਂ ਜੁਆਇਨ ਕੀਤਾ ਵੀ ਅਸੀਂ ਤੁਹਾਡੇ ਨਾਲ ਹੀ ਆ। ਕਿਤੇ ਅਕਾਲੀ ਦਲ ਦੇ ਬੰਦੇ ਟੁੱਟ ਕੇ ਨਹੀਂ ਢੀਂਡਸਾ ਸਾਹਿਬ ਦੇ ਅਕਾਲੀ ਦਲ 'ਚ ਆ ਕੇ ਬਹਿ ਜਾਂਦੇ ਕਿ ਭਾਈ ਅਸੀਂ ਤਾਂ ਇਹਨਾਂ ਦੇ ਨਾਲ ਹੀ ਆ। ਹੋ ਸਕਦਾ ਕਿਤੇ ਬ੍ਰਹਮਪੁਰਾ ਸਾਹਿਬ ਨੂੰ ਜਾ ਕੇ ਕਹਿੰਦੇ ਢੀਂਡਸਾ ਸਾਹਿਬ ਗੱਲ ਕਿਹੜੀ ਹੈ, ਭੱਜੀਆਂ ਬਾਹਾਂ ਗੱਲ ਨਹੀਂ ਆਉਣੀਆਂ, ਜੇ ਅਸੀਂ ਉਧਰਲੇ ਗੱਲ ਪੈ ਸਕਦੇ ਤੁਹਾਡੇ ਗੱਲ ਵੀ ਪੈ ਸਕਦੇ। ਨਹੀਂ ਪਰ ਇੰਨੀਆਂ ਨਾ ਮਤਲਬ ਬਾਹੀਂ ਨਹੀਂ ਨਾ ਭੰਨੀਆਂ ਜਾ ਸਕਦੀਆਂ, ਕਿਉਂਕਿ ਜੋੜ ਵੀ ਪੈਣਾ ਔਖਾ ਹੋ ਜਾਂਦਾ। ਤਾਂ ਲਾਡੀ ਸਾਹਿਬ ਨੂੰ ਪੁੱਛ ਲਓ। ਇਹਦੀ ਵੀ ਉਮਰ ਦੀ ਮੈਂ ਤੇ ਗੱਲ ਕਰਦਾ, ਘੜੀ ਮੁੜੀ ਤੁਸੀਂ ਬਾਹਾਂ ਭੰਨ ਕੇ ਇੱਧਰ ਪਾ ਲਓ, ਕਦੀ ਉੱਧਰ ਪਾ ਲਓ, ਇਦਾਂ ਗੱਲ ਨਹੀਂ ਬਣਦੀ। ਪਰ ਚਲੋ ਇਹ ਗੱਲ ਤੇ ਪੱਕੀ ਆ। ਜਿਹੜੇ ਬਹੁਤੇ ਨਾ ਕਬੱਡੀ ਖੇਡਦੇ ਹੁੰਦੇ ਆ, ਉਹ ਫਿਰ ਗੋਡਾ ਆਪ ਹੀ ਚਾੜ ਲੈਂਦੇ ਹੁੰਦੇ ਕਈ ਵਾਰੀ। ਇੱਕ ਮਿੰਟ ਰੁਕੀ ਮਾੜਾ ਜਿਹਾ ਕੜਕ ਫੇਰ ਨਿਕਲ ਗਿਆ ਯਾਰ, ਹੈਨਾ। ਚਲੋ ਇਹ ਤੇ ਗੱਲ ਹੈਗੀ ਵੀ ਹੁਣ ਇਸ ਵਕਤ ਹਰੇਕ ਤਰ੍ਹਾਂ ਦੇ ਅੰਦਾਜ਼ੇ ਕਿਆ ਫਿਰ ਲੱਗਣ ਲੱਗ ਪਈ। ਇੱਕ ਆਪਾਂ ਚੀਜ਼ ਇਹਦੇ 'ਚ ਐਡ ਕਰ ਦਈਏ, ਉਹ ਇਹ ਆ ਕਿ ਵੀ ਬੰਦੇ ਤੁਸੀਂ ਇੱਦਾਂ ਕਹਿਣਾ ਵੀ ਮਤਲਬ ਲੀਡਰ ਪਹਾੜੀਆਂ ਤੇ ਲੋਕ ਦਿਹਾੜੀਆਂ ਤੇ, ਮੈਨੂੰ ਜਾਪਦਾ ਵੀ ਬਹੁਤੇ ਪਹਾੜੀਆਂ ਤੇ ਨਾ ਹੋਣ ਸ਼ਾਇਦ, ਜੇ ਹੋਏ ਵੀ ਤੇ ਟੈਲੀਫੋਨ ਮੈਦਾਨੀ ਇਲਾਕਿਆਂ 'ਚ ਹੀ ਚੱਲਣ ਡਿਆ ਜੀ। ਕਿਉਂਕਿ ਇਹ ਚਰਚਾ ਕਿਤੇ ਵਿੱਚ ਸੁਣੀਦੀ ਆ, ਧੁਖਦੀ ਆ ਕਿ ਵੀ ਹੌਲੀ ਹੌਲੀ ਜੋੜ ਤੋੜ ਜੇ ਅੰਦਾਜ਼ੇ ਜੇ ਲੱਗਣ ਲੱਗ ਪਿਆ, ਬਹਿ ਕੇ ਉੱਥੇ ਆਪਣੇ ਬੰਦਿਆਂ ਨੂੰ ਸੱਦ ਕੇ ਵੀ ਹਾਂ ਵੀ ਤੁਹਾਨੂੰ ਕਿੱਦਾਂ ਰਿਹਾ, ਕਿਉਂਕਿ ਝੋਨੇ ਵਾਲਾ ਪਿੰਡ ਪਰਾਲੀਆਂ ਪਛਾਣਿਆ ਜਾਂਦਾ। ਹੁਣ ਗੱਲ ਹੈ ਵੀ 10 ਮਾਰਚ ਦਿਨ ਬੜੇ ਆ, ਤੇ ਬੰਦੇ ਜਿਹੜੇ ਪਹਿਲਾਂ ਆਉਂਦੇ ਸੀ ਨਾਲੇ ਤੇ ਉਹਨਾਂ ਨੂੰ ਸੱਦ ਲੈਣਾ, ਨਾਲੇ ਵੀ ਹਾਂ ਵੀ ਕਿੱਦਾਂ ਰਹੀ। ਉਹਨਾਂ ਦੇ ਅੰਦਾਜ਼ਿਆਂ ਕਿਆਫਿਆਂ ਦੇ ਹਿਸਾਬ ਨਾਲ ਥੋੜ੍ਹਾ ਬੁਖਾਰ, ਥੋੜ੍ਹੀ ਖੰਘ, ਥੋੜ੍ਹਾ ਜ਼ੁਕਾਮ ਜਿੱਥੇ ਵੀ ਹੈਗਾ,
ਉਹ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੋਲੀਟੀਕਲ ਪਾਰਟੀਆਂ ਵੱਲੋਂ ਵੀ ਜੇ ਇੱਦਾਂ ਹੋਇਆ ਤਾਂ ਕਿੱਦਾਂ ਕਰਨੀ ਆ, ਜੇ ਇੱਦਾਂ ਹੋਇਆ ਤਾਂ ਕਿੱਦਾਂ ਕਰਨੀਆਂ। ਇਹਦੇ ਵਿੱਚ ਬਹੁਤਾ ਨਾਂ ਜਿਹੜਾ ਉਹਨਾਂ ਦਾ ਵੱਜਦਾ ਜਿਨ੍ਹਾਂ ਨੂੰ ਵਾਹਵਾ ਢੰਗ ਆਉਂਦਾ ਵੀ ਜੇ ਇੱਦਾਂ ਵੀ ਹੋ ਗਈ ਤਾਂ ਵੀ ਕਿੱਦਾਂ ਕਰਨੀ। ਦੇਖੋ ਸੰਧਾਲੀਆ ਸਾਹਿਬ ਬਹੁਤੇ ਉਮੀਦਵਾਰਾਂ ਨੂੰ ਟੈਲੀਫੋਨ ਜਾਣ ਲੱਗ ਪਏ ਹੋਣੇ ਜਿਨ੍ਹਾਂ ਦੇ ਜਿੱਤਣ ਦੀ ਸੰਭਾਵਨਾ, ਜਿਹੜੇ ਮੁੱਖ ਫਾਈਟ 'ਚ ਆ। ਉਹਨਾਂ ਨੂੰ ਕਹਿੰਦੇ ਹੋਣੇ ਕਿੱਦਾਂ ਕਰਨੀ, ਉਹਨਾਂ ਕਹਿਣਾ ਕਿੱਦਾਂ ਕੌਂ ਉੱਦਾਂ ਕਰ ਲਾਂਗੇ, ਕਿਉਂਕਿ ਅਗਲੇ ਰਸਤੇ ਸਾਰੇ ਖੁੱਲ੍ਹੇ ਰੱਖਣੇ। ਬਹੁਤ ਸਾਰੇ ਲੋਕ ਕਹਿੰਦੇ ਜੀ ਸਾਡੀ ਪਾਰਟੀ ਦਾ ਕੋਈ ਬੰਦਾ ਨਹੀਂ ਟੁੱਟਦਾ, ਸਾਡੀ ਪਾਰਟੀ ਦੇ ਬੰਦੇ ਤਾਂ ਖਲੋਤੇ ਆ, ਖੜੇ ਆ, ਚੱਟਾਨ ਬਣ ਕੇ ਖੜੇ ਆ। ਇਹਨੂੰ ਸਹੀ ਕਹਿੰਦੇ ਆ, ਹਾਂ, ਬੰਦਾ ਨਹੀਂ ਟੁੱਟਣਾ, ਟੁੱਟੀ ਤੇ ਪਾਰਟੀ ਟੁੱਟਣੀ। ਪਰ ਮੈਨੂੰ ਇਹ ਲੱਗਦਾ ਜਿੱਦਾਂ ਰੌਲੇ ਪੈਂਦੇ ਸੀ ਜੀ 2-2 ਕਰੋੜ ਦੀਆਂ ਟਿਕਟਾਂ ਖਰੀਦੀਆਂ, ਜੇ ਕਿਸੇ ਨੇ ਖਰੀਦੀਆਂ। ਕੋਈ ਕਹਿੰਦੇ ਸੀ ਜੀ ਪਾਰਟੀ ਇਕੱਲੇ ਇੱਕ ਪਾਰਟੀ ਵਾਲੇ ਨਹੀਂ ਕਹਿੰਦੇ, ਕਾਂਗਰਸ ਪਾਰਟੀ 'ਚ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਉਹਨਾਂ ਨੇ ਦੂਜਿਆਂ ਤੇ ਇਹੀ ਦੋਸ਼ ਲਾਇਆ ਜਿਨ੍ਹਾਂ ਨੇ ਪੈਸੇ ਲੈ ਖਰੀਦੀਆਂ। ਆਮ ਆਦਮੀ ਪਾਰਟੀ 'ਚ ਰੌਲਾ ਪੈਂਦੇ ਸਾਨੂੰ ਨਹੀਂ ਪਤਾ ਕਿਸੇ ਨੇ ਦਿੱਤੇ ਜਾਂ ਲਏ। ਯਾਨੀ ਜੇ ਕਿਸੇ ਨੇ 2 ਕਰੋੜ 50 ਲੱਖ 60 ਲੱਖ ਟਿਕਟ ਲੈਣ ਲਈ ਖਰਚਿਆ, ਭਾਵੇਂ ਪਾਰਟੀ ਫੰਡ ਦਿੱਤਾ ਹੋਵੇ, ਸੰਧਾਲੀਆ ਸਾਹਿਬ ਉਹ ਵਿਰੋਧੀ ਧਿਰ 'ਚ ਬਹਿਣ ਤਾਂ ਨਹੀਂ ਆਇਆ ਬੰਦਾ, ਉਹ ਜਨਤਾ ਦਰਬਾਰ ਲਾਉਣ ਤਾਂ ਨਹੀਂ ਆਇਆ ਬੰਦਾ, ਉਹ ਲੋਕਾਂ ਦੇ ਘਰਾਂ ਦੇ ਮੂਹਰੇ ਗਲੀਆਂ ਜਿਹੜੀਆਂ ਉਹ ਬਣਾਉਣ ਤਾਂ ਨਹੀਂ ਆਇਆ ਬੰਦਾ। ਉਹਦਾ ਛੱਪੜ ਸਾਫ਼ ਕਰਨ ਨਾਲ ਹਿਸਾਬ ਨਹੀਂ ਹੋਣਾ। ਉਹਨੇ ਕਹਿਣਾ 2 ਕਰੋੜ ਦਿੱਤਾ, 3 ਨਗਰੀ ਵਾਰੀ ਲੱਗਣਾ, 5 ਹੋ ਗਿਆ, ਬਾਕੀ ਪ੍ਰਚਾਰ ਦੇ ਉੱਤੇ ਕਰੋੜ ਕੁ ਲੱਗਾ ਸੀ, 6 ਹੋ ਗਿਆ। ਇੱਦਾਂ ਕਰੋ 10 ਦਾ ਪ੍ਰਬੰਧ ਤਾਂ ਫਿਰ ਕਰੀਏ ਨਾ, ਤੇ ਉਹ ਸਰਕਾਰ 'ਚ ਬਹਿ ਕੇ ਹੋਣਾ। ਜੇ ਕਿਸੇ ਨੇ ਇਦਾਂ ਕੀਤਾ ਉਹ ਦਲ ਬਦਲ ਸਕਦਾ। ਦੂਸਰਾ, ਚੋਣ ਕਮਿਸ਼ਨ ਕਹਿੰਦਾ ਕਿ ਭਾਈ ਤੁਸੀਂ ਇੰਨਾ ਖਰਚ ਕਰ ਸਕਦੇ ਹੋ, 8 ਦਾ ਸਮੋਸਾ, 12 ਦੀ ਕਨਾਤ, 13 ਦੀ ਚਾਨਣੀ, ਜਿੰਨੇ ਵੀ ਹੋਣਗੇ, ਇਦਾਂ ਨਹੀਂ ਹੈ, ਰੇਟ ਜੋ ਵੀ ਫਿਕਸ ਕੀਤਾ। ਜੇ ਤਾਂ ਕਿਸੇ ਨੇ ਉਨੇ ਕੁ ਪੈਸੇ ਖਰਚੇ ਆ ਤਾਂ ਫੇਰ ਤਾਂ ਵੱਖਰੀ ਗੱਲ ਹੈ, ਪਰ ਜੇ ਕਿਸੇ ਨੇ ਉਨੇ ਕੁ ਖਰਚੇ ਦਿਖਾਏ ਆ ਵੀ ਮੈਂ ਇੰਨੇ ਖਰਚੇ, ਜੇ ਰਜਿਸਟਰ ਵੱਖਰਾ ਇੱਕ ਹੁੰਦਾ ਨਾ, ਇੱਕ ਕੱਚਾ ਰਜਿਸਟਰ ਇੱਕ ਪੱਕਾ ਰਜਿਸਟਰ, ਜੇ ਤਾਂ ਉਹਨਾਂ ਨੇ ਪੱਕੇ ਰਜਿਸਟਰ ਦੇ ਮੁਤਾਬਕ ਥੋੜ੍ਹੇ ਖਰਚੇ ਆ ਫੇਰ ਤਾਂ ਸ਼ਾਇਦ ਉਹ ਟਿਕਿਆ ਰਵੇ। ਤਾਂ ਜੇ ਕਿਸੇ ਬੰਦੇ ਨੇ ਸ਼ਾਮ ਨੂੰ ਵੀ ਭੇਜਿਆ ਕਿ ਭਾਈ ਅੱਜ ਆਖਰੀ ਰਾਤ ਆ, ਤੁਸੀਂ ਹੁਣ ਦੇਖਣਾ ਨਹੀਂ, ਜਿਹੜਾ ਬੰਦਾ ਮਾੜਾ ਜਿਹਾ ਵੀ ਕੱਚਾ ਲੱਗਦਾ ਉਹਨੂੰ 2 ਨੋਟ ਦੇ ਕੇ ਪੱਕੇ ਕਰ ਦਿਓ। ਤੇ ਜੇ ਕਿਸੇ ਨੇ ਟਰੱਕਾਂ ਦੇ ਟਰੱਕ ਸਟਾਏ ਆ, ਜੇ ਕਿਸੇ ਨੇ ਪਰਚੀਆਂ ਜਿਹਦੀਆਂ ਕਿਸੇ ਦੇ ਠੇਕਿਆਂ ਚੱਲੀਆਂ, ਉਹਨੂੰ ਜਾਣਾ ਪੈਣਾ, ਉਹਦੀ ਮਜਬੂਰੀ ਹੋ ਜਾਣੀ ਹੈ। ਮਤਲਬ ਜਿਹਨੇ ਨੋਟ ਵੀ ਪਟਾਕਿਆਂ ਨੂੰ ਚਲਾਏ ਆ ਨਾ, ਉਹਨੂੰ ਜਾਣਾ ਪੈਣਾ। ਹੋ ਸਕਦਾ ਸਾਡੀਆਂ ਗੱਲਾਂ ਤੇ ਯਕੀਨ ਨਾ ਕਰਨ ਬੰਦੇ। ਫਿਰ ਆਪਾਂ ਉਦਾਹਰਨ ਦਿੰਦੇ ਹਾਂ। ਬਿਲਕੁਲ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਦੀਆਂ ਇਲੈਕਸ਼ਨਾਂ ਹੋਈਆਂ ਸੀ। ਚੰਡੀਗੜ੍ਹ ਵਾਲੀਆਂ ਇਲੈਕਸ਼ਨਾਂ ਹੋਣਦਿਆਂ ਸਾਰੇ ਹੀ ਬਿਆਨ ਇਹ ਸਾਰੀਆਂ ਪਾਰਟੀਆਂ ਦਾ ਆਉਣ ਲੱਗ ਪਏ ਵੀ, ਖਾਸ ਕਰਕੇ ਆਮ ਆਦਮੀ ਪਾਰਟੀ ਵਾਲਿਆਂ ਕਿਹਾ ਸੀ ਵੀ ਇਹ ਤਾਂ ਜੀ ਇੱਕ ਤਰ੍ਹਾਂ ਨਾਲ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਐਗਜ਼ਾਮਪਲ ਸੈੱਟ ਹੋ ਗਈ ਹੈ ਜੀ, ਇੱਕ ਥੋੜ੍ਹਾ ਜਿਹਾ ਜਿਹਨੂੰ ਆਪਾਂ ਰੈਸਲ ਮੈਚ ਜਿਹਾ ਹੋ ਗਿਆ। ਉਹਨਾਂ ਨੂੰ ਲੱਗਦਾ ਸੀ ਵੀ ਭਾਈ ਸਾਹਿਬ ਹੁਣ ਬੰਦੇ ਆਪਣੇ ਜੁੜ ਗਏ ਅਤੇ ਆਪਣੇ ਕੋਲੇ ਚੰਡੀਗੜ੍ਹ ਆ ਗਿਆ। ਨਾਲ ਹੀ ਅਗਲੇ ਦਿਨ ਬਿਆਨ ਆਇਆ ਸੀ ਵੀ 50 ਲੱਖ 75 ਲੱਖ ਲੈ ਕੇ ਤੁਰੇ ਫਿਰਦੇ। ਹੁਣ ਤੁਸੀਂ ਆਪ ਦੇਖੋ ਕਿ ਚੰਡੀਗੜ੍ਹ ਦੇ ਇੱਕ ਵਾਰਡ ਦੇ ਕਾਉਂਸਲਰ ਨੂੰ 50 ਲੱਖ 75 ਲੱਖ ਦੀ ਗੱਲ ਚੱਲ ਪਈ ਸੀ ਉਦੋਂ, ਆਪਾਂ ਨੇ ਆਂਦੇ ਕਿਸੇ ਨੇ ਦਿੱਤਾ। ਇਹ ਆਮ ਆਦਮੀ ਪਾਰਟੀ ਵਾਲਿਆਂ ਦਾ ਦੋਸ਼ ਸੀ। ਤੇ MLA ਤੇ ਸੁੱਖ ਨਾਲ ਫਿਰ ਤੁਹਾਨੂੰ ਪਤਾ ਵੱਡੀ ਸ਼ਹਿਰ ਹੁੰਦਾ। ਦੇਖੋ ਉਹਦੇ ਤੇ ਕਈ ਸ਼ਹਿਰ ਆਉਂਦੇ ਤੇ ਸ਼ਹਿਰਾਂ 'ਚ ਕਈ ਕਾਉਂਸਲਰ ਆਉਂਦੇ ਆ। ਹੁਣ ਇੱਕ ਕਾਉਂਸਲਰ ਜੇ 50 ਲੱਖ ਦੇ ਹਿਸਾਬ ਨਾਲ ਚੱਲਦਾ ਤੇ ਬਾਕੀ ਤੁਸੀਂ ਆਪ ਅੰਦਾਜ਼ਾ ਲਾ ਲਓ। ਇਹ ਗੱਲ ਗਲਤ ਹੈ ਕਿ ਕਈ ਸ਼ਹਿਰ ਆਉਂਦੇ ਤੇ ਕਾਉਂਸਲਰ ਆਉਂਦੇ। ਉਹ ਪੰਜਾਬ 'ਚ ਕਈ ਭਰਾ ਖੱਡਾਂ ਆਉਂਦੀਆਂ, ਪੰਜਾਬ 'ਚ ਰੇਤਾ ਆਉਂਦੀ ਆ। ਉਹਦੇ ਮੇਰੀ ਗੱਲ ਹੀ ਸਮਝ, ਉਹ ਖੱਡਾਂ ਰੇਤਾ ਦੂਜਾ ਤੀਜਾ ਵੀ ਤੇ ਤਾਂ ਆਉਣਾ ਨਾ ਵੀ ਜੇ ਉੱਤੇ ਚਵਾਰੇ ਨੂੰ ਹੱਥ ਪੈ ਗਿਆ, ਤੇ ਜੇ ਕਿਸੇ ਨੇ ਪੌੜੀ ਖਿੱਚ ਲਈ ਤੇ ਫਿਰ ਆਪਾਂ ਫਿਰ ਦੱਸਦੇ ਨੇ। ਜੇ ਕਿਸੇ ਨੂੰ ਅਜੇ ਵੀ ਇੱਦਾਂ ਲੱਗਦਾ ਕਿ ਨਹੀਂ ਭਾਈ ਕੋਈ ਬੰਦਾ ਨਹੀਂ ਕਿਤੇ ਜਾ ਸਕਦਾ, MLA ਕਿਤੇ ਟੁੱਟਦੇ ਥੋੜ੍ਹੀ ਹੁੰਦੇ ਆ। ਤੁਸੀਂ ਪੱਛਮੀ ਬੰਗਾਲ ਦੀਆਂ ਚੋਣਾਂ ਤੋਂ ਪਹਿਲਾਂ ਕਿੰਨੇ MLA ਟੁੱਟ ਕੇ ਭਾਜਪਾ 'ਚ ਗਏ ਉਹਨਾਂ ਦੀ ਗਿਣਤੀ ਕਰ ਲਓ। ਚੋਣਾਂ ਤੋਂ ਬਾਅਦ ਕਿੰਨੇ ਭਾਜਪਾ ਦੇ ਟੁੱਟ ਕੇ ਤ੍ਰਿਣਮੂਲ ਕਾਂਗਰਸ 'ਚ ਗਏ ਉਹਨਾਂ ਦੀ ਗਿਣਤੀ ਕਰ ਲਓ। ਅੱਜ ਉੱਤਰ ਪ੍ਰਦੇਸ਼ ਦੇ ਵਿੱਚ ਨਾਲ ਹੀ ਵੋਟਾਂ ਪੈ ਰਹੀਆਂ, ਉਹਨਾਂ ਦੇ ਜਿੱਤੇ ਕਿੰਨੇ MLA ਸੀ ਤੇ ਇਸ ਵੇਲੇ ਕਿੰਨੇ ਕੁ ਰਹਿ ਗਏ ਉਹਨਾਂ ਦੀ ਗਿਣਤੀ ਕਰ ਲਓ। 2017 'ਚ ਗੋਆ ਦੇ ਵਿੱਚ ਵੋਟਾਂ ਸਾਡੇ ਨਾਲ ਹੀ ਪਈਆਂ ਸੀ। ਕਾਂਗਰਸ ਦੇ 17 ਬੰਦੇ ਜਿੱਤੇ ਸੀ, ਉਹਨਾਂ ਕੋਲ 2 ਆ, ਉਹਨਾਂ ਦੇ 15 ਛੱਡ ਗਏ। ਇਸੇ ਤਰੀਕੇ ਮਣੀਪੁਰ ਦੇ ਵਿੱਚ ਇਹਨਾਂ ਦੇ ਕੋਲੇ ਸੁੱਖ ਨਾਲ 28 ਸੀ, ਹੁਣ 15 ਰਹਿ ਗਿਆ। 13 ਕਿੱਥੇ ਗਏ? ਉਹ ਕਿਤੇ ਜ਼ਮੀਨ ਤਾਂ ਨਹੀਂ ਨਿਕਲ ਗਈ ਕਿ ਅਸਮਾਨ ਖਾ ਗਿਆ, ਫਿਲਮਾਂ ਦੇ ਵਿੱਚ ਕਹਿੰਦੇ ਹੁੰਦੇ ਆ। ਉਹ ਅਸਲ 'ਚ ਹੋਰ ਪਾਰਟੀਆਂ ਚਲੇ ਗਿਆ। ਉਹਨਾਂ ਨੇ ਦੇਖਿਆ ਕਿ ਸਾਡੀ ਵਿਚਾਰਧਾਰਾ ਇੱਥੇ ਮਿਸਮੈਚ ਹੋ ਜਾਂਦੀ ਨਾ, ਜਦੋਂ ਕੁਰਸੀਆਂ ਵਾਲੇ ਫਿਰ ਮਿਸਮੈਚ ਬਹੁਤ ਹੁੰਦੇ ਆ। ਇਹ ਜੀ ਹਿਸਾਬ ਕਿਤਾਬ ਜਿਹਾ ਨਹੀਂ ਲੱਗਾ। ਇਸ ਕਰਕੇ ਭਾਈ ਪੰਜਾਬ ਦੇ ਵਿੱਚ ਹਿਸਾਬ ਕਿਤਾਬ ਇੱਦਾਂ ਲਾਉਣਾ ਹੈ, ਜਿਹੜੀ ਵੱਡੀ ਪਾਰਟੀ ਬਣ ਗਈ ਹੋ ਸਕਦਾ ਮਹਾਰਾਸ਼ਟਰ ਵਾਂਗੂ ਵਿਰੋਧੀ ਧਿਰ 'ਚ ਹੋਵੇ, ਜਿਹੜੀ ਛੋਟੀ ਪਾਰਟੀ ਹੈ ਹੋ ਸਕਦਾ ਕਿ ਉਹਦਾ ਮੁੱਖ ਮੰਤਰੀ 5 ਸਾਲ ਪੰਜਾਬ 'ਚ ਟਿਕਿਆ ਰਹੇ। ਐਤਕੀ ਥੋੜ੍ਹੀ ਜਿਹੀ ਕੱਚੀ ਲੱਸੀ ਰਾਤ ਨੂੰ ਪੀਣੀ ਜ਼ਰੂਰ ਆ। ਨਹੀਂ ਉਹ ਪੀਣੀ ਆ। ਨਾਲ ਗੱਲ ਇਹ ਵੀ ਆਪਾਂ ਕਰ ਲਈਏ ਵੀ ਜੇ ਸਾਡੀ ਗੱਲ ਤੇ ਯਕੀਨ ਨਹੀਂ, ਇੱਕ ਤਾਂ ਹੋ ਗਿਆ ਵੀ ਐਵੇਂ ਮਾਰਦੇ ਯਾਰ ਕਿਤੇ ਜੋੜ ਤੋੜ ਥੋੜ੍ਹਾ ਕਰਨ ਲੱਗ ਪਏ ਹੋਣੇ ਆ। ਆਪਾਂ ਤੁਹਾਨੂੰ ਦੱਸ ਦਿੰਦੇ ਵੀ ਜੋੜ ਤੋੜ ਕਿੱਦਾਂ ਚੱਲਦਾ। ਜੋੜ ਤੋੜ ਦੇ ਵਿੱਚ ਕਾਂਗਰਸ ਪਾਰਟੀ ਦੀ ਖਬਰ ਤੇ ਆ ਗਈ ਨਾ ਵੀ ਚੰਨੀ ਸਾਹਿਬ ਕਿਉਂਕਿ ਮੌਜੂਦਾ ਮੁੱਖ ਮੰਤਰੀ ਨੇ, ਚਲੋ ਹੁਣ ਤਾਂ ਮੌਜੂਦਾ ਨਹੀਂ ਰਹੇ, ਖੈਰ ਆਪਾਂ ਉਹਨਾਂ ਨੂੰ
ਕਹਿ ਦਿੰਦੇ ਵੀ ਆਉਣ ਵਾਲੇ ਟਾਈਮ 'ਚ ਉਹ ਕਹਿੰਦੇ ਸਾਡੀ ਸਰਕਾਰ ਦੁਬਾਰਾ ਆਉਣੀ। ਇਨਫੋਰਮਲ ਉਹ ਕਹਿੰਦੇ ਵੀ ਸਾਡੀ ਮੀਟਿੰਗ ਹੋਈ, ਗੈਰ ਰਸਮੀ। ਹੁਣ ਗੈਰ ਰਸਮੀ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਆਪਣੇ ਵੱਲੋਂ ਜੋੜ ਤੋੜ ਕਰਕੇ ਕੱਢਣ ਦੀ ਕੋਸ਼ਿਸ਼ ਕੀਤੀ ਵੀ ਕਿੰਨਾ ਕੁ ਪਾਣੀ ਅਤੇ ਕਿੰਨਾ ਕੁ ਤਾਪ, ਕਿੰਨਾ ਕੁ ਬੁਖਾਰ ਲੱਗਦਾ। ਹੁਣ ਉੱਥੇ ਬੰਦੇ ਜਿਹੜੇ ਪਹੁੰਚੇ ਆਪਾਂ ਨੂੰ ਉਹ ਵੀ ਪਤਾ ਲੱਗ ਗਿਆ, ਅਤੇ ਜਿਹੜੇ ਨਹੀਂ ਪਹੁੰਚੇ ਉਹ ਵੀ ਪਤਾ ਲੱਗ ਗਿਆ। ਇਹਦਾ ਮਤਲਬ ਮੀਟਿੰਗਾਂ ਤਾਂ ਹੋ ਹੀ ਰਹੀਆਂ, ਕਿਸੇ ਦੀ ਖਬਰ ਆ ਗਈ, ਕਿਸੇ ਦੀ ਨਹੀਂ ਆਈ। ਸੰਧਾਲੀਆ ਸਾਹਿਬ ਕਈਆਂ ਨੇ ਮੀਟਿੰਗਾਂ ਕਰਕੇ ਫੋਟੋ ਪਾਉਣੀਆਂ ਸ਼ੁਰੂ ਕਰਤੀਆਂ। ਹੁਣ ਤੁਸੀਂ ਦੇਖੋ ਚੰਨੀ ਸਾਹਿਬ ਬੈਠੇ ਸੀ, ਨਾਲ ਪ੍ਰਗਟ ਸਿੰਘ, ਨਾਲ ਭਰਤ ਭੂਸ਼ਣ ਆਸ਼ੂ ਸਾਹਿਬ, ਨਾਲ ਦੀ ਨਾਲ ਮਾਝਾ ਬ੍ਰਿਗੇਡ, ਉਹਨਾਂ ਦੇ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸਾਰੇ ਬੰਦੇ ਬੈਠੇ। ਤੇ ਫਿਰ ਆਪਾਂ ਰਾਜਸਥਾਨ ਵਾਲੇ ਹਰੀਸ਼ ਚੌਧਰੀ ਸਾਹਿਬ ਦੀ ਗੱਲ ਤਾਂ ਜ਼ਰੂਰ ਕਰਾਂਗੇ ਨਾ। ਹੁਣ ਚੌਧਰੀ ਸਾਹਿਬ ਵੀ ਬੈਠੇ, ਸਾਰਿਆਂ ਨੇ ਫਿਰ ਵਿਚਾਰਾਂ ਕੀਤੀਆਂ ਕਿ ਭਾਈ ਕਿਵੇਂ ਮਾਝੇ 'ਚ ਪਿਛਲੇ ਵਾਰੀ 25 ਚੋਂ 22 ਸੀ, ਐਤਕੀ ਕਿੰਨੀਆਂ। ਬਾਜਵਾ ਸਾਹਿਬ ਕਿਵੇਂ ਤੁਹਾਡਾ, ਆਲੇ ਦੁਆਲੇ ਦੇ 2 ਹਲਕਿਆਂ ਦਾ ਕਿਵੇਂ, ਦੂਜੇ ਬਾਜਵਾ ਸਾਹਿਬ ਦਾ ਕਿਵੇਂ, ਬਟਾਲੇ ਵਾਲੇ ਬਾਜਵਾ ਸਾਹਿਬ ਤੁਹਾਡੇ ਗੁਆਂਢ ਦੇ ਵਿੱਚ ਸੀ ਪਰ ਸੀਗੇ ਭਾਵੇਂ ਹੋਰ ਪਾਰਟੀ 'ਚ, ਉਹਨਾਂ ਦੇ ਵਿਰੋਧੀ ਦਾ ਕਿਵੇਂ। ਉਹ ਕੱਲੀ ਚੀਜ਼ ਪੁੱਛ ਕੇ ਕੈਲਕੂਲੇਟ ਕੀਤੀ ਹੋਣੀ। ਫਿਰ ਦੁਆਬੇ ਵਾਲਿਆਂ ਨੂੰ ਪ੍ਰਗਟ ਸਿੰਘ ਹੋਰਾਂ ਨੇ ਪੁੱਛਿਆ ਹੋਣਾ, ਦੱਸੋ ਜੀ ਤੁਸੀਂ ਦਿਓ ਰਪਟ ਆਪਣੀ, ਜਿਹੜੀਆਂ ਤੁਹਾਡੀਆਂ 22-23 ਸੀਟਾਂ ਨੇ ਉਹਨਾਂ ਦੇ ਵਿੱਚ ਕਿੱਦਾਂ ਬਣਿਆ। ਤੇ ਮਾਲਵੇ ਦੀ ਤਾਂ ਚੰਨੀ ਸਾਹਿਬ ਕਿਉਂਕਿ ਖੁਦ ਭਦੌੜੋਂ ਲੜੇ ਆ ਕਿ ਕਹਿੰਦੇ ਆਖਰੀ 2-3 ਦਿਨਾਂ ਦੇ ਵਿੱਚ ਕਾਫੀ ਕੁਝ ਹੋਇਆ ਉੱਥੇ, ਜਾਣੀ ਕਿ ਵੋਟਾਂ ਕਿਹਨੂੰ ਕਿੰਨੀਆਂ ਪੈਣ। ਮਾਲਵੇ ਦੀ ਵੀ ਰਿਪੋਰਟ ਲਈ ਪਤਾ ਲੱਗਿਆ ਕਿ ਅੱਧੋ ਅੱਧ ਡਾਵਾਂਡੋਲ ਜਿਹਾ ਹੀ ਕੰਮ ਸੀ। ਉਹਨਾਂ ਨੂੰ ਲੱਗਦਾ ਸੀ ਕਿ ਭਾਈ ਹੋ ਸਕਦਾ ਦੁਆਬਾ ਤੇ ਮਾਝਾ ਤਾਂ ਫਿਰ ਵੀ ਮਾੜਾ ਮੋਟਾ ਮਾਨਤਾਨ ਰੱਖ ਲੈ, ਵੀ ਮਾਲਵੇ ਦੇ ਵਿੱਚੋਂ ਕਿਤੇ ਉਹੀ ਗੱਲ ਨਾ ਹੋਵੇ ਕਿ ਕੰਮ ਸਾਰਾ ਕੁਝ ਹੁੰਝਿਆ ਹੀ ਨਾ ਜਾਏ। ਤੇ ਇਹ ਵੀ ਪਤਾ ਲੱਗਾ ਕਿ ਜੇ ਬਹੁਮਤ ਨਹੀਂ ਮਿਲਦਾ, ਪਿਛਾਂ ਰਹਿੰਦੇ ਆ, ਤਾਂ ਫਿਰ ਡੀਟੀਆਂ ਲੱਗੀਆਂ ਕਿ ਤੁਸੀਂ ਪਹਿਲਾਂ ਹੀ ਸੰਪਰਕ ਰੱਖਣਾ ਹੈ। ਕਿਉਂਕਿ ਕਈ ਵਾਰੀ ਹੁੰਦਾ ਨਾ ਕਿ ਜਦੋਂ ਕਿ ਭਾਈ ਜਦੋਂ ਬੋਲੀ ਲੱਗਦੀ ਆ, ਹਾਂਜੀ 2004, ਅੱਛਾ 2005 ਜੀ, 2005 1, 2005 2, ਉਹ ਕਹਿੰਦਾ 2007, ਵੀ ਜਾਣੀ ਹੁੰਦਾ ਤਾਂ ਬੋਲੀ ਵਾਲਾ ਕੰਮ ਹੀ ਆ। ਉਹ ਕਹਿੰਦੇ ਫਿਰ ਤੁਸੀਂ ਇੰਨੇ ਕੁ ਬੰਦੇ ਚੱਕਣੇ ਆ, ਤੁਸੀਂ ਇੰਨੇ ਕੁ ਚੱਕਣੇ ਆ, ਮੇਰੇ ਤੋਂ ਉਦੋਂ ਨਹੀਂ ਪੁੱਛਣਾ, ਟਾਈਮ ਨਹੀਂ ਬਰਬਾਦ ਕਰਨਾ। ਚਲੋ ਉਹ ਤਾਂ ਸਲਾਹਾਂ ਹੀ ਆ ਨਾ, ਕੀ ਪਤਾ ਹੁੰਦਾ ਕਿਸੇ ਵੇਲੇ ਉਹ ਕਹਿੰਦੇ ਵੀ ਬੋਲੀ ਦਾ ਟਾਈਮ ਲੱਗਣਾ ਵੀ ਹੈ ਕਿ ਅਗਲਾ ਕਹਿੰਦਾ ਨਹੀਂ ਉਹ ਫਿਰ ਉਹ ਬਿਨਾਂ ਬੋਲੀ ਦੇ ਨਿਬੜ ਗਏ ਜੀ ਕੰਮ ਅਗਲੇ ਨੇ। ਅਗਲੇ ਚੜ੍ਹ ਕੇ ਬੋਲੀ ਲਾਤੀ, ਜੋ ਕਹਿੰਦੇ ਜਿੱਥੋਂ ਵੀ ਸ਼ੁਰੂ ਹੁੰਦੀ ਤੁਸੀਂ ਅਗਲਾ ਤਾਂ ਨਿਬੇੜੋ ਕੰਮ ਇਹਨੇ 'ਚ ਸਾਡਾ। ਹੁਣ ਗੇਮ ਇਹ ਆ ਵੀ ਇਹ ਜਿਸ ਹਿਸਾਬ ਨਾਲ ਇਹਨਾਂ ਨੇ ਆਪਣੇ ਵੱਲੋਂ ਮੀਟਿੰਗ ਕੀਤੀ ਐਂਡ ਇਹ ਤਾਂ ਗੱਲ ਕਲੀਅਰ ਕੱਟ ਆ ਗਈ ਨਾ ਵੀ ਚੰਨੀ ਸਾਹਿਬ ਨੇ ਕਿਹਾ ਵੀ ਸਰਕਾਰ ਤੇ ਕਾਂਗਰਸ ਪਾਰਟੀ ਦੀ ਆ ਰਹੀ ਹੈ ਜੀ, ਅਗਲੀ ਸਰਕਾਰ ਬਣ ਰਹੀ ਹੈ ਅਤੇ ਆਪਾਂ ਫਿਰ ਪੰਜਾਬ ਦਾ ਵਿਕਾਸ ਕਰਨਾ। ਪਰ ਜਿੱਦਾਂ ਉਹ ਪਹਿਲਾਂ ਜੁਰਕੇ ਜੇ ਨਾ ਕਹਿੰਦੇ ਹੁੰਦੇ ਉੱਦਾਂ ਜੇ ਨਹੀਂ ਕਿਹਾ ਉਹਨਾਂ ਨੇ। ਨਹੀਂ ਹੁਣ ਲੋੜ ਨਹੀਂ ਨਾ, ਹੁਣ ਵੋਟਾਂ ਪੈ ਗਈਆਂ। ਤੁਸੀਂ ਦੇਖੋ ਕਿ ਜਦੋਂ ਅਗਲੇ ਨੇ ਕੁੰਡਾ ਹੀ ਲਾ ਲਿਆ, ਜਦੋਂ ਕੁੰਡਾ ਹੀ ਲਾ ਲਿਆ ਤਾਂ ਫਿਰ ਕਿਹੜੀ ਗੱਲ ਹੈ। ਬਾਕੀ ਸੰਧਾਲੀਆ ਸਾਹਿਬ ਪੰਜਾਬ ਦੇ ਲੋਕ ਹੈਰਾਨ ਨਾ ਹੋਣ। ਜੇ ਕਿਸੇ ਨੂੰ ਇਹ ਲੱਗਦਾ ਨਾ ਇੱਦਾਂ ਕਿੱਦਾਂ ਹੋ ਜੂ, ਮਹਾਰਾਸ਼ਟਰ 'ਚ ਪੁੱਛ ਲਓ। ਦੇਖੋ ਪੰਜਾਬ ਦੇ ਨਾਲ ਉਸ ਕੇਸ ਦਾ ਸੰਬੰਧ ਕੋਈ ਨਹੀਂ, ਦੂਰ ਤੱਕ ਲੈਣਾ ਦੇਣਾ ਕੋਈ ਨਹੀਂ। ਉੱਥੋਂ ਦਾ ਇੱਕ ਮੰਤਰੀ ਆ ਨਵਾਬ ਮਲਿਕ, ਉਹਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਵਾਲਿਆਂ ਨੇ ਚੱਕਿਆ। ਜਾਣੀ ਉੱਥੇ ਭਾਜਪਾ ਵਿਰੋਧੀ ਧਿਰ 'ਚ ਹੈ, ਸ਼ਿਵ ਸੈਨਾ, ਕਾਂਗਰਸ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ, 3 ਧਿਰਾਂ ਦੀ ਸਾਂਝੀ ਸਰਕਾਰ ਹੈ। ਨਵਾਬ ਮਲਿਕ ਮੰਤਰੀ ਹੈ, ਸ਼ਰਦ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਦਾ ਸਪੋਕਸਪਰਸਨ ਵੀ ਹੈ, MLA ਹੈ। ਈਡੀ ਵਾਲੇ ਆਏ, ਉਹਨਾਂ ਨੇ ਕਿਹਾ ਜੀ ਆ ਸੰਮਨ ਆ ਤੁਹਾਡੇ, ਵੀ ਸੰਮਨ ਦੇਣ ਆਏ ਆ। ਕੁੰਡਾ ਖੋਲ੍ਹਿਆ, ਉਹ ਕਹਿੰਦੇ ਇੱਦਾਂ ਕਰੋ ਫਿਰ ਗੱਡੀ 'ਚ ਹੀ ਬਹਿ ਚਲੋ, ਗੱਲਬਾਤ ਹੀ ਕਰਨੀ। ਇੱਥੇ ਕੀਤੀ, ਦਫ਼ਤਰ ਕੀਤੀ, ਇੱਕੋ ਹੀ ਗੱਲ ਆ। 5-7 ਘੰਟੇ ਪੁੱਛ-ਗਿੱਛ ਕੀਤੀ। ਮੱਝ ਕਹਿੰਦੇ ਨਵਾਬ ਮਲਿਕ ਸਾਹਿਬ ਬੰਦੇ ਤੁਸੀਂ ਨਵਾਬ ਆ, ਤੇ ਨਵਾਬਾਂ ਦੀ ਜਿਹੜੀ ਹੈ ਉਹ ਪ੍ਰਾਹੁਣਚਾਰੀ ਬਹੁਤ ਚੰਗੇ ਤਰੀਕੇ, ਮਾੜੀ ਹਸਪਤਾਲ ਚੱਲਦੇ ਆ, ਮਾੜੀ ਦੇਖੀਏ BP ਬੂਪੀ ਤੁਹਾਡਾ ਠੀਕ ਹੈ। ਉੱਥੇ ਜਾ ਕੇ ਡਾਕਟਰੀ ਕਰਾ ਲਈ, ਮੁੜ ਕੇ ਅਦਾਲਤ 'ਚ ਪੇਸ਼ ਕਰ ਦਿੱਤਾ, 7-8 ਦਿਨ ਦਾ ਰਿਮਾਂਡ ਲੈ ਲਿਆ। ਤੇ ਕਹਿੰਦੇ ਜੀ ਕੋਈ ਪ੍ਰਾਪਰਟੀ ਦਾ ਮਸਲਾ ਜਿਹਾ, ਕੋਈ ਟੈਰਰ ਫੰਡਿੰਗ ਦੇ ਨਾਲ ਜੁੜਨ ਦੀ ਕੋਸ਼ਿਸ਼ ਕੀਤੀ। ਸੰਧਾਲੀਆ ਸਾਹਿਬ ਭਾਵੇਂ ਬੀਬੀ ਮਮਤਾ ਬੈਨਰਜੀ ਨੇ ਵੀ ਟੈਲੀਫੋਨ ਕਰਕੇ ਸ਼ਰਦ ਪਵਾਰ ਹੋਰਾਂ ਨੂੰ ਕਿਹਾ ਕਿ ਮੰਤਰੀ ਦਾ ਅਸਤੀਫਾ ਨਾ ਦਵਾਇਓ, ਮੈਂ ਇੱਥੇ ਇਦਾਂ ਹੀ ਖਿੱਚ ਕੇ ਰੱਖਦੀ ਹਾਂ, ਤੁਸੀਂ ਖਿੱਚ ਕੇ ਰੱਖਿਓ ਕੰਮ। ਮੁੱਖ ਮੰਤਰੀ ਉਧਵ ਠਾਕਰੇ ਨੂੰ ਸ਼ਰਦ ਪਵਾਰ ਸਾਹਿਬ ਮਿਲਣ ਵੀ ਗਏ, ਪਰ ਕਿਤੇ ਨਾ ਕਿਤੇ ਐਂ ਲੱਗਦਾ ਕਿ ਉਹ ਬੰਦੇ ਜਿਨ੍ਹਾਂ ਦੀਆਂ ਫਾਈਲਾਂ ਕੈਪਟਨ ਸਾਹਿਬ ਕਹਿੰਦੇ ਹੁੰਦੇ ਕਿ ਮੈਂ ਖੁਦ ਮੇਰੇ ਕੋਲ ਨੇ, ਜੇ ਕੇਂਦਰ ਵਾਲੇ ਮੰਗਣਗੇ ਤਾਂ ਦੇ ਦਿਆਂਗੇ। ਕੇਂਦਰ ਵਾਲਿਆਂ ਦੀ ਈਡੀ ਹੈ, ਜੇ ਕਿਸੇ ਦੀ ਫਾਈਲ ਦੇ ਉੱਤੇ ਮਾੜੀ ਮੋਟੀ ਰੇਤਾ ਪਈ ਹੋਈ, ਜੇ ਕਿਸੇ ਦੀ ਫਾਈਲ ਦੇ ਉੱਤੇ ਚੰਡੀਗੜ੍ਹ ਦੇ ਆਸ-ਪਾਸ ਦਾ ਕੋਈ ਜੰਗਲਾਤ ਵਿਭਾਗ ਦਾ ਜ਼ਮੀਨ ਦਾ ਟੋਟਾ ਪਿਆ ਹੋਇਆ, ਜੇ ਕਿਸੇ ਦੇ ਘਰੇ ਸੋਫੇ ਬਹੁਤੇ ਮਹਿੰਗੇ ਆ ਗਏ ਹੋਏ, ਜੇ ਇਦਾਂ ਦੀ ਕੋਈ ਫਾਈਲ ਫੂਲ ਹੋਈ ਤੇ ਅਗਲੇ ਨੇ ਇੱਕੋ ਟੈਲੀਫੋਨ ਕਰਨਾ, ਆਉਣਾ ਕਿ ਨਵਾਬ ਮਲਿਕ ਬਣਨਾ। ਉਹ ਕਹਿੰਦੇ ਦੇਖੋ ਜੀ ਜਾਂ ਤੇ ਆਪ ਆ ਜਾਓ, ਜਾਂ ਬੰਦੇ ਗੱਡੀ 'ਚ ਬੈਠੇ ਆ ਉਹਨਾਂ ਨੂੰ ਐਡਰੈਸ ਲਿਖਾਉਣਾ ਵੀ ਕਿੱਥੇ ਜਾਣਾ ਉਹਨਾਂ ਨੇ, ਹਨਾ। ਮਤਲਬ ਇਹ ਦੇਖੋ ਕਾਰਨ ਆਪਸੀ ਨਹੀਂ ਆਉਂਦੇ ਵੀ ਇਹਦਾ ਲੈਣਾ ਦੇਣਾ ਕੋਈ ਨਹੀਂ, ਨਾ ਇਹਦਾ ਕੋਈ ਲਿੰਕ ਆ ਤੇ ਨਾ ਇਦਾਂ ਹੋਣਾ ਹੀ ਆ। ਤੇ ਪਹਿਲਾਂ ਕਿਹੜਾ ਕਦੀ ਹੋਇਆ ਤੇ ਨਾ ਕਿਸੇ ਦੀ ਫਾਈਲ ਤੇ ਰੇਤਾ ਪਈ ਆ। ਆਹੋ ਨਹੀਂ, ਸੱਚੇ ਸੁੱਚੇ ਬੰਦੇ ਨੇ। ਉਹਦੇ ਕੈਪਟਨ ਸਾਹਿਬ ਪਹਿਲਾਂ ਗਏ, ਉਹ ਕਹਿੰਦੇ ਵੀ ਮੈਂ ਸਾਰਿਆਂ ਨੂੰ ਦੱਸ ਆਇਆ ਸੀ ਉੱਥੇ ਜੀ, ਜਦੋਂ ਉਹਨਾਂ ਨੇ ਪੁੱਛਿਆ ਵੀ ਕਾਰਵਾਈ, ਉਹ ਕਹਿੰਦੇ ਕਰਦਾ ਹੀ ਕੋਈ ਨਹੀਂ, ਤੁਸੀਂ ਆਹ ਦੇਖੋ ਆਹ 40 ਬੰਦੇ ਤੇ ਜਮਾਂ ਸਾਫ਼ ਨੇ।
ਤੁਸੀਂ ਮੇਰੇ ਕੋਲੋਂ ਕਾਰਵਾਈ ਆਖੀ ਇਹਨੇ, ਦੱਸੋ। ਬਿਲਕੁਲ ਕਲੀਅਰ ਬੰਦੇ ਨੇ। ਨਾਲ ਹੀ ਸੋਨੀਆ ਗਾਂਧੀ ਜਿਵੇਂ ਵੀ ਚੁੱਪ ਕਰ ਗਏ, ਉਹ ਕਹਿੰਦੇ ਵੀ ਹਾਂ ਇਹ ਤਾਂ ਬਿਲਕੁਲ ਹੀ ਸਾਫ਼ ਹੀ ਨੇ ਮਤਲਬ ਜੀ। ਅੱਛਾ, ਗੱਲ ਇਹ ਆ ਵੀ ਇਹ ਸਾਰੇ ਕੁਛ ਇੱਕ ਚੀਜ਼ ਜਿਹੜੀ ਆਪਾਂ ਛੱਡ ਗਏ ਉਹ ਸੀ ਵੀ ਕਾਂਗਰਸ ਪਾਰਟੀ ਦੇ ਪ੍ਰਧਾਨ ਜੀ ਨਹੀਂ ਆਏ, ਕਿਉਂਕਿ ਕੈਪਟਨ ਆਪਣਾ ਸੌਰੀ ਸਿੱਧੂ ਸਾਹਿਬ, ਉਹ ਸਿੱਧੂ ਸਾਹਿਬ ਮੀਟਿੰਗ ਦੇ ਵਿੱਚ, ਕਿਉਂਕਿ ਕਾਰਨ ਹੈ ਨਾ ਵੀ ਜਿੱਤਣੀ ਤੇ ਪਾਰਟੀ ਹੈ ਤੇ ਯਾਰ ਪਾਰਟੀ ਦੇ ਮੁਖੀ, ਕਿਉਂਕਿ ਆਪਾਂ ਬਹੁਤਾ ਦੂਰ ਨਹੀਂ ਜਾਂਦੇ, ਇਲੈਕਸ਼ਨਾਂ ਦੇ ਆਖਰੀ ਪ੍ਰਚਾਰ ਵਾਲੇ ਦਿਨਾਂ ਦੇ ਵਿੱਚ ਜਦੋਂ ਚੰਨੀ ਸਾਹਿਬ ਆਉਂਦੇ ਆ ਉੱਥੇ, ਤੇ ਉਦੋਂ ਬਾਅਦ ਜਦੋਂ ਪ੍ਰੈਸ ਨੂੰ ਉਹ ਸੰਬੋਧਨ ਕਰਦੇ ਤੇ ਉਹ ਕਹਿੰਦੇ ਦੇਖੋ ਕਾਰਨ ਹੈ ਵੀ ਪਾਰਟੀ ਸਾਰਾ ਕੁਝ ਹੁੰਦੀ ਹੈ, ਮੈਂ ਤੇ ਸੇਵਾ ਕਰਨੀ ਹੈ, ਜਿੱਦਾਂ ਪ੍ਰਧਾਨ ਜੀ ਨੇ ਕਹਿਣਾ ਉੱਦਾਂ ਆਪਾਂ ਕੰਮ ਕਰੀ ਜਾਣਾ। ਤੇ ਫਿਰ ਹੁਣ ਪ੍ਰਧਾਨ ਜੀ ਨੂੰ ਸੱਦੇ ਨਹੀਂ ਗਏ। ਨਹੀਂ, ਗੈਰ ਰਸਮੀ ਸੀ ਨਾ ਮੁਲਾਕਾਤ, ਰਸਮੀ ਮੁਲਾਕਾਤ ਨਹੀਂ ਸੀ। ਦੂਸਰੀ ਗੱਲ ਇਹ ਹੈ, ਅੱਛਾ, ਉੱਥੇ ਬੈਠੇ ਸੀ ਕੁਲਬੀਰ ਸਿੰਘ ਜੀਰਾ ਸਾਹਿਬ, ਤੇ ਜੀਰਾ ਸਾਹਿਬ ਦਾ ਡੇਢ ਕੁ ਹਫ਼ਤਾ ਪਹਿਲਾਂ ਬਿਆਨ ਆਇਆ ਸੀ ਕਿ ਚੰਨੀ ਸਾਹਿਬ ਖੂਬਸੂਰਤ ਕੰਮ ਕਰ ਰਹੇ ਆ। ਹੁਣ ਜੇ ਉਹਨਾਂ ਨੂੰ ਚੰਨੀ ਸਾਹਿਬ ਚੰਗੇ ਲੱਗਦੇ, ਪ੍ਰਧਾਨ ਸਾਹਿਬ ਕਹਿੰਦੇ ਉਹਨੇ ਅੰਮ੍ਰਿਤਸਰ ਬੈਠੇ ਆ। ਲਾਗੇ ਬੈਠੇ ਸੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਾਹਿਬ, ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਾਹਿਬ ਨੇ ਕਦੇ ਵੀ ਸਿੱਧੂ ਸਾਹਿਬ ਦੀ ਸ਼ਾਦੀ ਨਹੀਂ ਭਰੀ। ਲਾਗੇ ਬੈਠੇ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ, ਰੰਧਾਵਾ ਸਾਹਿਬ ਇਹ ਤਾਂ ਕਹਿੰਦੇ ਸਿੱਧੂ ਸਾਡਾ ਜਿੱਤਣਾ ਚਾਹੀਦਾ, ਪਾਰਟੀ ਦਾ ਪ੍ਰਧਾਨ ਹੈ। ਪਰ ਜਿਹੜੇ ਬਾਜਵਾ ਸਾਹਿਬ ਨੇ ਉਹ ਕਿਵੇਂ ਰਹਿ ਗਏ, ਆਪਾਂ ਸਾਰਿਆਂ ਨੂੰ ਪਤਾ ਹੈ। ਮੁੱਖ ਮੰਤਰੀ ਬਣਨ ਤੋਂ ਉਹਦੇ ਤੋਂ ਬਾਅਦ ਸਿੱਧੂ ਸਾਹਿਬ ਦੇ ਨਾਲ ਸੰਬੰਧ ਕਿੱਦਾਂ ਦੇ ਆ। ਚੌਧਰੀ ਸਾਹਿਬ ਜੇ ਸਿੱਧੂ ਸਾਹਿਬ ਦੇ ਹੱਕ 'ਚ ਭੁਗਤਦੇ ਤਾਂ ਸ਼ਾਇਦ ਚੰਨੀ ਸਾਹਿਬ ਦੀ ਜਗ੍ਹਾ ਦੇ ਉੱਤੇ ਉਸ ਸੋਫੇ ਦੇ ਉੱਤੇ ਸਿੱਧੂ ਸਾਹਿਬ ਬੈਠੇ ਹੁੰਦੇ। ਇਸ ਕਰਕੇ ਪ੍ਰਗਟ ਸਿੰਘ ਨੂੰ ਛੱਡ ਕੇ ਉੱਥੇ ਕੋਈ ਵੀ ਬੰਦਾ, ਸੰਧਾਲੀਆ ਸਾਹਿਬ ਇਦਾਂ ਦਾ ਨਹੀਂ ਸੀ ਜਿਹੜਾ ਸਿੱਧੂ ਸਾਹਿਬ ਦੇ ਪੱਖ ਦੀ ਗੱਲ ਕਰਦਾ ਜਾਂ ਸਿੱਧੂ ਸਾਹਿਬ ਦੇ ਪੱਖ ਦੀ ਗੱਲ ਜਿਹਨੇ ਕੀਤੀ ਹੁੰਦੀ। ਇਸ ਕਰਕੇ ਕਿਉਂਕਿ ਜਦੋਂ ਲੜਾਈ ਉਹਨਾਂ ਦੀ ਇੱਕ ਹਲਕੇ ਤੱਕ ਸੀਮਤ ਹੋ ਕੇ ਰਹਿ ਗਈ ਆ, ਤੇ ਉਹ ਕਹਿੰਦੇ ਹੁਣ ਕੋਈ ਗੱਲ ਨਹੀਂ, ਕਰ ਲਓ ਮੀਟਿੰਗਾਂ। ਉਹ ਇਹ ਵੀ ਤਾਂ ਕਹਿੰਦੇ ਹੁਣ ਭਾਈ ਜਿਤਾਉਣਾ ਚੰਨੀ ਸਾਹਿਬ ਦੀ ਜ਼ਿੰਮੇਵਾਰੀ ਆ, ਮਾਡਲ ਬਣਾ ਕੇ ਦੇ ਦਿੱਤਾ, ਲਾਗੂ ਕਰ ਦੇਣ। ਇਸ ਕਰਕੇ ਜ਼ਿੰਮੇਵਾਰੀ 10 ਤਰੀਕ ਤੱਕ ਤਾਂ ਉਹਨਾਂ ਨੇ ਐਂ ਹੀ ਰੱਖਣੀ ਆ। ਹਾਂਜੀ, ਚਲੋ ਇਹ ਤਾਂ ਹੁਣ ਟਾਈਮ ਦੱਸੂਗਾ ਵੀ 10 ਤਰੀਕ ਤੱਕ ਕਿੱਧਰ ਨੂੰ ਜਾਂਦੀ ਹੈ ਕਹਾਣੀ। ਪਰ ਕਿਉਂਕਿ ਇੱਕ ਗੱਲ ਇਹ ਵੀ ਸੀ ਨਾ ਚਰਚਾ 'ਚ ਕਿ ਵੀ ਸਿੱਧੂ ਸਾਹਿਬ ਸਟਾਰ ਪ੍ਰਚਾਰਕਾਂ 'ਚ ਆਉਂਦੇ ਹੁੰਦੇ ਸੀ, ਤੇ ਜੇ ਆਪਾਂ ਇਹ ਕਹੀਏ ਵੀ ਇਲੈਕਸ਼ਨਾਂ ਪੂਰੇ ਦੇਸ਼ 'ਚ ਹੋ ਗਈਆਂ, ਇਦਾਂ ਨਹੀਂ ਹੈਗਾ। 20 ਨੂੰ ਪੰਜਾਬ 'ਚ ਪਈਆਂ, ਜੇ ਯੂਪੀ 'ਚ ਕੱਲ੍ਹ ਹੋ ਕੇ ਹਟੀਆਂ, ਜੇ ਗਾਂ ਅਗਲੇ ਗੇੜ ਆਉਣੇ ਆ, ਉਹਨਾਂ ਨੂੰ ਸੱਦਿਆ ਹੀ ਜਾ ਸਕਦਾ ਸੀ ਐਜ਼ ਏ ਸਟਾਰ ਪ੍ਰਚਾਰਕ ਵੀ ਆਓ ਮਹਾਰਾਜ ਤੁਸੀਂ ਵੀ ਇੱਕ ਤਰ੍ਹਾਂ ਪ੍ਰਚਾਰ ਕਰੋ। ਦੇਖੋ ਸਿੱਧੂ ਸਾਹਿਬ ਨੂੰ ਸੱਦਿਆ ਜਾਣਾ ਚਾਹੀਦਾ ਸੀ, ਉਹਨਾਂ ਤੋਂ ਪ੍ਰਚਾਰ ਕਰਾਉਣਾ ਚਾਹੀਦਾ ਸੀ। ਪਰ ਮੈਨੂੰ ਲੱਗਦਾ ਕਿ ਡਿਊਟੀ ਚੰਨੀ ਸਾਹਿਬ ਦੀ ਵੀ ਜ਼ਰੂਰ ਲੱਗਣੀ ਸੀ ਜੇ ਇੱਕ ਬਿਆਨ ਨਾ ਦਿੱਤਾ ਹੁੰਦਾ, ਕਿਉਂਕਿ ਜਿਸ ਤਰੀਕੇ ਕਾਂਗਰਸ ਪਾਰਟੀ ਨੇ ਐਸਸੀ ਭਾਈਚਾਰੇ ਦੇ ਵਿੱਚੋਂ ਮੁੱਖ ਮੰਤਰੀ ਬਣਾ ਕੇ ਸਾਰੇ ਦੇਸ਼ ਦੇ ਵਿੱਚ ਪ੍ਰਚਾਰ ਕੀਤਾ ਸੀ, ਉਹਦੇ ਹਿਸਾਬ ਦੇ ਨਾਲ ਤਾਂ ਆਖਰੀ 4-5 ਫੇਜ਼ਾਂ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਸੀ, ਗੇੜਾਂ ਦੀਆਂ ਪੜਾਵਾਂ ਦੀਆਂ ਯੂਪੀ 'ਚ, ਉੱਥੇ ਚੰਨੀ ਸਾਹਿਬ ਸਟਾਰ ਪ੍ਰਚਾਰਕ ਚਾਹੀਦੇ ਸੀ। ਤੇ ਉੱਥੇ ਕਹਿਣਗੇ ਆ ਦੇਖੋ ਜੀ ਅਸੀਂ ਬਣਾਏ ਚੰਨੀ ਸਾਹਿਬ, ਤੇ ਚੰਨੀ ਸਾਹਿਬ ਨੇ ਕਹਿਣਾ ਹੈ ਮੈਨੂੰ ਬਣਾਇਆ, ਮੈਂ ਛੋਟੇ ਘਰ 'ਚੋਂ ਉੱਠਿਆ, ਮੈਨੂੰ ਬਣਾਇਆ। ਨਹੀਂ, ਉੱਥੇ ਹਿੰਦੀ ਚੱਲਣਾ ਹੈ ਕੰਮ ਕਿੱਦਾਂ ਯੂਪੀ ਵਾਲੇ ਪਾਸੇ। ਨਹੀਂ, ਹਿੰਦੀ ਤਾਂ ਤੁਹਾਡੀ ਵਧੀਆ, ਮੇਰੀ ਨਹੀਂ, ਮੈਨੂੰ ਵੀ ਪਤਾ ਮੇਰੀ ਕਿੰਨੀ ਕੁ ਵਧੀਆ। ਅੱਛਾ, ਫਿਰ ਮੇਰੀ ਤਾਂ ਬਹੁਤ ਹੀ ਵਧੀਆ। ਉਹ ਤੁਸੀਂ ਦੇਖੋ ਸਿੱਧੂ ਸਾਹਿਬ ਗੁੱਸੇ ਹੋਏ ਹੋ ਆ, ਸ਼ਾਇਦ ਉਹਨਾਂ ਨੂੰ ਉਹ ਕਹਿੰਦੇ ਨੇ ਹੋਣੇ ਕਿ ਤੁਸੀਂ ਆਓ, ਤੇ ਚੰਨੀ ਸਾਹਿਬ ਨੇ ਜਿਹੜਾ ਇੱਕ ਬਿਆਨ ਦੇ ਦਿੱਤਾ ਸੀ ਉਹਦੇ ਕਰਕੇ ਉਹ ਕਹਿੰਦੇ ਹੋਣੇ ਅਸੀਂ ਮੰਨ ਲਿਆ ਕਿ ਤੁਸੀਂ ਆਏ ਚੰਨੀ ਸਾਹਿਬ, ਬਸ ਤੁਸੀਂ ਇੱਥੇ ਸਾਂਭੋ, ਤੁਹਾਡੀ ਹਾਜ਼ਰੀ ਲੱਗ ਗਈ ਹੈ, ਬਸ ਤੁਸੀਂ ਹੁਣ ਰਹਿਣ ਦਿਓ, ਬਸ ਢੱਕੀ ਰਿੱਝਣ ਦਿਓ। ਸੋ ਕੁੱਲ ਮਿਲਾ ਕੇ ਆਪਾਂ ਇਹ ਹਿਸਾਬ ਕਿਤਾਬ ਲਾਈਏ ਅੰਦਾਜ਼ਾ ਵੀ ਇਸ ਵਕਤ ਜਿਹੜੀਆਂ ਮਤਲਬ ਪਹਿਲਾਂ ਟਸਲਾਂ ਨਜ਼ਰ ਆਉਂਦੀਆਂ ਸੀਗੀਆਂ ਉਹ ਇਲੈਕਸ਼ਨਾਂ ਤੋਂ ਬਾਅਦ ਵੀ ਨਜ਼ਰ ਆ ਰਹੀਆਂ। ਤੇ ਜੇ ਮੰਨ ਲਓ ਵੀ ਚੰਨੀ ਸਾਹਿਬ ਦੀ ਗੱਲ ਸੱਚ ਹੁੰਦੀ ਹੈ ਵੀ 10 ਤਰੀਕ ਨੂੰ ਜਿੱਦਾਂ ਪਿਛਲੀ ਵਾਰ ਹੋ ਗਿਆ ਸੀ, ਅਚਾਨਕ ਲੋਕ ਉਡੀਕਦੇ ਸੀ ਆਪ ਦੀ ਸਰਕਾਰ ਤੇ ਜਿਹੜੀ ਸੀਟ ਆਵੇ ਉਹੀ ਕਾਂਗਰਸ ਦੀ, ਜਿਹੜੀ ਆਵੇ ਉਹੀ ਕਾਂਗਰਸ ਦੀ, ਤੇ 80 ਤੋਂ ਇੱਕ ਘੱਟ ਸੀਟਾਂ ਹੋ ਗਈਆਂ ਸੀ। ਲੋਕ ਸੋਚਦੇ ਤੇਰਾ ਭਲਾ ਯਾਰ ਇੰਨੇ ਬੰਦੇ ਪੰਜਾਬ 'ਚੋਂ ਕਾਂਗਰਸ ਨੂੰ ਜਿਤਾ ਗਏ। ਜੇ ਮੰਨ ਲਓ ਵੀ ਹੁਣ ਚੰਨੀ ਸਾਹਿਬ ਦੇ 111 ਦਿਨਾਂ ਦੇ ਕੰਮ ਨੂੰ ਦੇਖਦੇ ਹਾਂ, 111 ਸੀਟਾਂ ਹੀ ਆ ਜਾਂਦੀਆਂ। ਅਜੇ ਮੈਂ ਤਾਂ 6 ਛੱਡਤੀਆਂ ਵੀ ਕੁਛ ਵੱਡੇ ਚਿਹਰੇ ਵੀ ਹੈਗੇ, ਉਹਨਾਂ ਨੂੰ ਜਿਤਾਉਣਾ ਪੈਣਾ, ਉਹਨੂੰ ਸਾਰੇ ਥੋੜ੍ਹਾ ਹਰਾ ਦਿਆਂਗੇ ਯਾਰ। 111 ਸੀਟਾਂ ਮੰਨ ਲਓ ਕਾਂਗਰਸ ਪਾਰਟੀ ਦੀਆਂ ਆਉਂਦੀਆਂ। ਫਿਰ ਨਹੀਂ, ਗੱਲ ਤੁਹਾਡੀ ਠੀਕ ਹੈ। ਜੇ 117 ਦੀਆਂ 17 ਆ ਜਾਂਦੀਆਂ ਫਿਰ ਉੱਥੇ ਹੁਣ ਕਿਹੜਾ ਝੂਮਰ ਕਰਨਾ ਹੀ ਇਕੱਲਾ ਨਾ, ਜਾਣੀ ਫਿਰ ਵਿਰੋਧੀ ਧਿਰ ਵੀ ਤਾਂ ਕਿਤੇ ਨਾ ਕਿਤੇ ਚਾਹੀਦੀ ਹੈ। ਮੈਂ ਤਾਂ ਹੀ ਆਖਿਆ ਕਿ ਇੱਕ ਦੋ ਬੰਦੇ ਕਿਸੇ ਨੂੰ ਰੁਤਬਾ ਵੀ ਦੇਣਾ, ਨਹੀਂ ਤਾਂ ਮੰਤਰੀ ਦਾ ਉਹਦਾ ਖਾਲੀ ਰਹਿ ਜਾਊਗਾ ਵਿਰੋਧੀ ਧਿਰ ਦੇ ਨੇਤਾ ਦਾ, ਗੱਡੀ ਖਲੋਤੀ ਰਹਿ ਜਾਣੀ ਇੱਕ। ਬਾਕੀ ਸੰਧਾਲੀਆ ਸਾਹਿਬ ਇਦਾਂ ਚੰਨੀ ਸਾਹਿਬ ਦੀਆਂ ਤੁਸੀਂ 111 ਲਿਆ ਦਿਓ, ਮੇਰੇ ਵੱਲੋਂ 121 ਲਿਆ ਦਿਓ, 4 ਅਗਲੇ ਵਾਲੀਆਂ 27 ਵਾਲੀਆਂ ਵੀ ਪਾ ਦਿਓ ਵਿੱਚ ਕੋਟੇ ਦੇ। ਪਰ ਓਕੇ, ਇੱਕ ਗੱਲ ਹੈਗੀ ਆ, ਜਿੱਦਾਂ ਦਾ ਬਿਆਨ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸਾਹਿਬ ਨੇ ਦਿੱਤਾ ਹੈ, ਉਹ ਬਿਆਨ ਕੁਛ ਹੋਰ ਦੱਸਦਾ ਹੈ। ਦੇਖੋ ਉਹਨਾਂ ਦਾ ਇੱਕ ਬਿਆਨ ਬਹੁਤ ਜ਼ਿਆਦਾ ਚਰਚਾ ਦਾ ਕੇਂਦਰ ਰਿਹਾ, ਜਿਹਦੇ ਵਿੱਚ ਉਹ ਕਹਿੰਦੇ ਸੀ ਜੀ ਸਿੱਧੂ ਸਾਹਿਬ ਥੋੜ੍ਹਾ ਜਿਹਾ ਸਹੀ ਬੋਲਿਆ ਕਰਨ, ਕੌਮੀ ਪੱਧਰ ਦੇ ਸਾਡੇ ਲੀਡਰ ਨੇ, ਇਸ ਕਰਕੇ ਵੀ ਕੁਝ ਨਾਰਾਜ਼ਗੀਆਂ ਨੇ। ਹਾਲਾਂਕਿ ਉਹ ਹਮੇਸ਼ਾ ਸਹਿਣਸ਼ੀਲਤਾ ਨਹੀਂ ਬੋਲਦੇ ਹੁੰਦੇ। ਪਰ ਉਹਨਾਂ ਨੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਇੱਕ ਚਿੱਠੀ ਲਿਖੀ, ਤੇ ਚਿੱਠੀ ਉਸ ਮਸਲੇ ਤੇ ਲਿਖੀ ਗਈ ਜਿਹੜਾ ਮਸਲਾ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੰਨਾ ਵੱਡਾ ਮਸਲਾ ਬਣਨਾ ਚਾਹੀਦਾ ਉਹਨਾਂ ਵੱਡਾ ਮਸਲਾ ਬਣਿਆ ਹੀ ਨਹੀਂ। ਲੱਖਾ ਸਿਧਾਣਾ ਪਿਛਲੇ ਦਿਨੀ ਧਰਨੇ ਤੇ ਬੈਠਾ ਇਲੈਕਸ਼ਨ ਤੋਂ ਬਾਅਦ, ਵੋਟਾਂ ਪੈਣ ਤੋਂ ਬਾਅਦ, ਕਿਉਂਕਿ ਰੌਲਾ ਰੱਪਾ ਪੈਂਦਾ ਸੀ ਕਿ ਭਾਈ ਨਸ਼ੇ ਦੇ ਕਰਕੇ ਕਿਸੇ ਮੁੰਡੇ ਦੀ ਮੌਤ ਹੋਈ ਆ, ਰਾਤ ਵੀ ਸੜਕ ਦੇ ਉੱਤੇ ਰਿਹਾ। ਉਸੇ ਮਸਲੇ ਨੂੰ ਐਡਰੈਸ ਕਰਦਿਆਂ ਗੁਰਜੀਤ ਸਿੰਘ ਔਜਲਾ ਹੋਰਾਂ ਨੇ ਚਿੱਠੀ ਲਿਖੀ,
ਬੜੇ ਲੋਕ ਕਹਿੰਦੇ ਆ ਜੀ ਔਜਲਾ ਸਾਹਿਬ ਨੂੰ ਹੁਣ ਪਤਾ ਲੱਗਾ ਅੰਮ੍ਰਿਤਸਰ 'ਚ ਨਸ਼ਾ ਹੁਣ ਆਇਆ। ਔਜਲਾ ਸਾਹਿਬ ਹੁਣ ਕਿਹਾ ਬੋਲੇ, ਮੈਂ ਕਹਿੰਦਾ ਕਿ ਪੰਜਾਬ 'ਚ 13 ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਨੇ, ਕੋਈ ਹੋਰ ਤਾਂ ਨਹੀਂ ਬੋਲਿਆ। ਜੇ ਇੱਕ ਮੈਂਬਰ ਪਾਰਲੀਮੈਂਟ ਚਾਹੇ ਲੇਟ ਬੋਲਿਆ ਜਾਂ ਜਿਵੇਂ ਵੀ ਹੈ, ਜੇ ਉਸ ਬੰਦੇ ਨੇ ਹੌਸਲਾ ਕੀਤਾ ਕਿ ਭਾਈ ਆ ਚਿੱਠੀ ਲਿਖੀ ਡੀਜੀਪੀ ਪੰਜਾਬ ਪੁਲਿਸ ਨੂੰ ਕਿ ਦੇਖੋ ਜੀ ਨਸ਼ਾ ਵਿਕਦਾ, ਨਸ਼ਾ ਬੰਦ ਕਰਾਇਆ ਜਾਵੇ, ਜ਼ਿਲ੍ਹਾ ਪੁਲਿਸ ਨੂੰ ਕਈ ਵਾਰੀ ਕਿਹਾ ਪਰ ਉਸ ਤਰ੍ਹਾਂ ਕਾਰਵਾਈ ਨਹੀਂ ਹੁੰਦੀ ਜਿੱਦਾਂ ਹੋਣੀ ਚਾਹੀਦੀ ਹੈ, ਇਸ ਕਰਕੇ ਲੋਕਾਂ ਦਾ ਯਕੀਨ ਤੇ ਭਰੋਸਾ ਪੁਲਿਸ ਤੋਂ ਉੱਠ ਸਕਦਾ ਹੈ, ਇਸ ਕਰਕੇ ਕਾਰਵਾਈ ਕਰੋ। ਜਿਹੜੇ ਵੱਡੇ ਮੱਛ ਨੇ ਇਸ ਮਾਮਲੇ ਦੇ ਵਿੱਚ ਉਹਨਾਂ ਤੱਕ ਪਹੁੰਚ ਕੀਤੀ ਜਾਵੇ ਤਾਂ ਜੋ ਪੰਜਾਬ ਨੂੰ ਨਸ਼ਿਆਂ ਤੋਂ ਬਚਾਇਆ ਜਾਵੇ। ਸਾਡੀ ਬਦਨਾਮੀ ਬਹੁਤ ਹੋ ਗਈ। ਸੰਧਾਲੀਆ ਸਾਹਿਬ ਬਾਕੀ 12 MP ਵੀ ਚਿੱਠੀਆਂ ਲਿਖਣ, ਡੀਜੀਪੀ ਸਾਹਿਬ ਦੇ ਟੇਬਲ ਦੇ ਉੱਤੇ 13 MPs ਦੇ ਲੈਟਰ ਪਏ ਹੋਣ, ਨਾਲ ਗਏ ਹੁਣ ਮੁੱਖ ਮੰਤਰੀ ਸਾਹਿਬ ਨੂੰ, ਨਾਲ ਗਏ ਹੁਣ ਕੇਂਦਰ ਸਰਕਾਰ ਨੂੰ ਜਿਨ੍ਹਾਂ ਦੇ ਕੋਲੇ 50 ਕਿਲੋਮੀਟਰ ਤੱਕ ਦਾ ਦਾਇਰਾ ਹੈ, ਤੇ ਫਿਰ ਹੋ ਸਕਦਾ ਕਿ ਭਾਈ ਪ੍ਰੈਸ਼ਰ ਪਵੇ। ਕਿਉਂਕਿ ਜਦੋਂ ਉਹ ਮੈਂਬਰ ਪਾਰਲੀਮੈਂਟ ਜਿਨ੍ਹਾਂ ਦੀ 5 ਸਾਲ ਸਰਕਾਰ ਰਹੀ ਜਿਸ ਪਾਰਟੀ ਦੀ, ਉਹ ਕਹਿੰਦੇ ਆ ਕਿ ਭਾਈ ਨਸ਼ਾ ਹੈਗਾ, ਇਹਦਾ ਮਤਲਬ ਹੈ ਕਿ ਇੱਕ ਭਖ ਦਾ ਮਸਲਾ, ਉਹਦੇ ਉੱਤੇ ਜੇ ਗੁਰਜੀਤ ਸਿੰਘ ਔਜਲਾ ਸਾਹਿਬ ਨੇ ਨਜ਼ਰ ਲਿਆਂਦੀ ਹੈ ਤੇ ਜੇ ਬਾਕੀ 12 ਮੈਂਬਰ ਪਾਰਲੀਮੈਂਟ ਉਹ ਚਿੱਠੀ ਲਿਖਦੇ ਨੇ ਠੀਕ ਆ, ਨਹੀਂ ਤਾਂ ਫਿਰ ਅਸੀਂ ਮੰਨ ਕੇ ਚੱਲਾਂਗੇ ਉਹਨਾਂ ਨੂੰ ਲੱਗਦਾ ਕਿ ਨਸ਼ਾ ਹੈ ਹੀ ਨਹੀਂ। ਨਹੀਂ ਦੇਖੋ, ਨਾਲ ਉਹਨਾਂ ਜਿਹੜੀਆਂ ਗੱਲਾਂ ਬਾਤਾਂ ਕਰਦੇ ਆ ਮੀਡੀਆ ਨੇ ਇਹ ਕਿਹਾ ਕਿ ਵੀ ਯਾਰ ਮੈਨੂੰ ਅਫਸੋਸ ਇਸ ਗੱਲ ਦਾ ਹੁੰਦਾ ਵੀ ਜਦੋਂ ਅਗਲੇ ਨੂੰ ਫੋਨ ਕਰਕੇ ਦੱਸੀਦਾ ਜਾਂ ਚਿੱਠੀ ਪਾਈਦੀ ਆ ਵੀ ਵੀਰ ਇੱਥੇ ਆਹ ਹੁੰਦਾ ਪਿਆ, ਤਾਂ ਅਗਲਾ ਕਹਿੰਦਾ ਜੀ ਕੋਈ ਨਹੀਂ ਦੇਖਦੇ ਆ ਜੀ, ਜਾਂ ਅਗਲਾ ਪਤਾ ਇਹ ਕਹਿੰਦਾ ਵੀ ਉਹ ਫਿਰ ਤੁਸੀਂ ਦੱਸੋ ਜੀ ਕਿਹੜਾ ਬੰਦਾ ਜਾਪਦਾ ਤੁਹਾਨੂੰ। ਹੁਣ ਜਦੋਂ ਅਗਲਾ ਬੰਦਾ ਇਹ ਸਵਾਲ ਕਰਦਾ, ਭਾਵੇਂ ਉਹ ਕਹਿੰਦੇ ਵੀ ਵੱਡੇ ਅਫਸਰ ਹੋਣ, ਵੀ ਇਹ ਸਵਾਲ ਕਰਦਾ ਵੀ ਦੱਸੋ ਜੀ ਕਿਹੜਾ ਬੰਦਾ ਲੱਗਦਾ ਜੀ, ਤੇ ਸਾਨੂੰ ਕਹਿੰਦੇ ਪਤਾ ਲੱਗਦਾ ਹੁੰਦਾ ਵੀ ਇਹ ਕਿੱਥੋਂ ਬੋਲਦਾ ਹੈ ਨਾ, ਵੀ ਐਡਾ ਹੁਣ ਤੈਨੂੰ ਇੱਕ MP ਦੱਸੇ ਵੀ ਕਿਹੜਾ ਬੰਦਾ ਕਰਦਾ, ਵੀ ਆਪ ਜੀ ਨੂੰ ਪਤਾ ਹੀ ਨਹੀਂ, ਜਾਣਕਾਰੀ ਨਹੀਂ। ਫਿਰ ਉਹ ਕਹਿੰਦੇ ਇਹ ਵੀ ਮੈਂ ਚੇਅਰ ਨੂੰ ਐਡਰੈਸ ਕਰਦਾ, ਮੈਨੂੰ ਨਹੀਂ ਪਤਾ ਵੀ ਕੱਲ੍ਹ ਨੂੰ ਕਿਹਦੀ ਸਰਕਾਰ ਆਉਣੀ ਆ ਤੇ ਕਿੰਨੇ ਕਮਿਸ਼ਨਰ ਬਣਨਾ ਜਾਂ ਕਿੰਨੇ SSP ਬਣਨਾ ਜਾਂ ਕਿਹਦੇ ਕੋਲੇ ਕਿਹੜੀ ਚੀਜ਼ ਆਉਣੀ ਆ ਜੀ, ਜਾਂ DGP ਵੀ ਚੇਂਜ ਹੋਣਾ। ਸਵਾਲ ਇਹ ਆ ਕਿ ਵੀ ਚੇਅਰ ਜਿਹੜੀ ਉਹ ਤੇ ਉੱਥੇ ਰਹਿਣੀ ਐਂਡ ਚੇਅਰ ਦੀ ਪਾਵਰ ਵੀ ਉੱਦਾਂ ਰਹਿਣੀ। ਸੋ ਚੇਅਰ ਨੂੰ ਕਹਿੰਦੇ ਮੈਂ ਐਡਰੈਸ ਕਰ ਰਿਹਾ, ਤੇ ਜੇ ਤੁਸੀਂ ਇਹਦੇ 'ਤੇ ਕਾਰਵਾਈ ਕਰ ਲਈ ਬਹੁਤ ਵਧੀਆ ਗੱਲ, ਨਹੀਂ ਤਾਂ ਜੂਨ ਦੇ ਵਿੱਚ ਜਿਹੜਾ ਅੰਤਰਰਾਸ਼ਟਰੀ ਨਸ਼ਿਆਂ ਖਿਲਾਫ ਦਿਵਸ ਆਉਣਾ ਉਹ ਤੋਂ ਕਹਿੰਦੇ ਵੀ ਮੈਂ ਹੜਤਾਲ 'ਤੇ ਬਹਿ ਜਾਣਾ, ਜਾਂ ਤਾਂ ਜੇ ਚੰਡੀਗੜ੍ਹ ਬਹਿਣ ਦਿੱਤਾ ਤਾਂ ਚੰਡੀਗੜ੍ਹ ਬਹੂੰਗਾ, ਜੇ ਇੱਥੇ ਅੰਮ੍ਰਿਤਸਰ ਬਹਿਣ ਦਿੱਤਾ ਤਾਂ ਅੰਮ੍ਰਿਤਸਰ ਬਹੂੰਗਾ। ਸੋ ਮੈਂ ਇਹ ਜਿਹੜਾ ਧਰਨੇ ਵਾਲਾ ਕੰਮ ਇਹ ਕਰਨਾ, ਕਿਉਂਕਿ ਜੇ ਇਹ ਕੰਮ ਨਾ ਕੀਤਾ ਤੇ ਅਸੀਂ ਰੁੜ ਜਾਣਾ ਜੀ, ਇਹ ਗੱਲ ਮਾੜੀ ਹੈ। ਸੰਧਾਲੀਆ ਸਾਹਿਬ ਮੈਨੂੰ ਲੱਗਦਾ ਕਿ ਗੁਰਜੀਤ ਸਿੰਘ ਔਜਲਾ ਸਾਹਿਬ ਨੇ ਕਦਮ ਚੰਗਾ ਚੁੱਕਿਆ ਜੇ ਉਹਨਾਂ ਨੇ ਤਰੀਕ ਵੀ ਦੇ ਦਿੱਤੀ ਕਿ ਮੈਂ ਧਰਨੇ ਤੇ ਬਹਿ ਜਾਣਾ, ਕਿਉਂਕਿ ਮੈਨੂੰ ਚੇਤਾ ਆਉਂਦਾ ਕਿ ਸੁਰਜੀਤ ਸਿੰਘ ਧੀਮਾਨ ਹੋਰੀ ਵੀ ਬੋਲੇ ਸੀ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਬਣੇ ਆ। ਆਮ ਆਦਮੀ ਪਾਰਟੀ ਠੋਕ ਕੇ ਕਹਿੰਦੇ ਰਹੇ ਕਿ ਨਸ਼ੇ ਵਿਕਦੇ ਆ, ਅਕਾਲੀ ਵੀ ਕਹਿੰਦੇ ਰਹੇ, ਬਸਪਾ ਵਾਲੇ ਕਹਿੰਦੇ ਰਹੇ, ਕਾਮਰੇਡ ਕਹਿੰਦੇ ਰਹੇ, ਜਦੋਂ ਕਿਸਾਨ ਧਿਰਾਂ ਨੇ ਦਿੱਲੀ 'ਚ ਅੰਦੋਲਨ ਕੀਤਾ ਸੀ ਇਹ ਵੀ ਕਹਿੰਦੇ ਸੀ ਕਿ ਬੁਰਾ ਹਾਲ ਹੋਇਆ ਪਿਆ। ਜਦੋਂ ਸਾਰੇ ਹੀ ਕਹਿੰਦੇ ਆ, ਸੱਤਾਧਾਰੀ ਧਿਰ ਦਾ MP ਵੀ ਕਹਿੰਦਾ, ਇਹਦਾ ਮਤਲਬ ਹੈ ਕਿ ਉਹਨੇ ਸਾਰਿਆਂ ਦੇ ਉੱਤੇ ਉਂਗਲ ਚੱਕ ਦਿੱਤੀ ਕਿ ਭਾਈ ਕਿਤੇ ਨਾ ਕਿਤੇ ਕਾਬੂ ਕਰਨ ਦੇ ਵਿੱਚ ਅਸੀਂ ਫੇਲ ਸਾਬਿਤ ਹੋਏ ਹਾਂ। ਇਹ ਬਹੁਤ ਵੱਡੀ ਚੁਣੌਤੀ ਹੈ ਸੰਧਾਲੀਆ ਸਾਹਿਬ, ਇਹ ਚਿੱਠੀ ਨੂੰ ਕੋਈ ਫੂਕ ਮਾਰ ਕੇ ਨਾ ਉਡਾ ਦੇਵੇ। ਅਸੀਂ ਪ੍ਰਾਈਮ ਏਸ਼ੀਆ TV ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਕਿਤੇ ਉਸੇ ਜਮ੍ਹਾਂ ਘਟਾਓ ਨਾ ਪਿਓ ਰਿਓ, ਮੁੱਖ ਮੰਤਰੀ ਕੌਣ, ਸਾਡੀ ਪਾਰਟੀ ਜਿੱਤ ਜੂ, ਉਹਦੀ ਪਾਰਟੀ ਜਿੱਤ ਜੂ, ਠੀਕ ਹੈ, ਪਰ ਘੱਟੋ ਘੱਟ ਪੰਜਾਬ ਦੇ ਬਾਕੀ 12 ਲੋਕ ਸਭਾ ਦੇ ਮੈਂਬਰ ਗੁਰਜੀਤ ਸਿੰਘ ਔਜਲਾ ਹੋਰਾਂ ਦੀ ਚਿੱਠੀ ਤੇ ਆਪ ਪ੍ਰਤੀਕਿਰਿਆ ਦੇਣ, ਉਹਨਾਂ ਨੂੰ ਕਿਸੇ ਨੇ ਪੁੱਛਣ ਨਹੀਂ ਜਾਣਾ, ਜਾਂ ਤਾਂ ਉਹ ਵੀ ਚਿੱਠੀ ਲਿਖ ਦੇਣ ਕਿ ਵਿਕਦਾ ਤੇ ਇਹਨੂੰ ਰੋਕਿਆ ਜਾਵੇ, ਤੇ ਜੇ ਉਹ ਚਿੱਠੀ ਨਹੀਂ ਲਿਖਦੇ ਤਾਂ ਇਹ ਮੰਨਿਆ ਜਾਊਗਾ ਕਿ ਉਹਨਾਂ ਨੂੰ ਲੱਗਦਾ ਕਿ ਪੰਜਾਬ 'ਚ ਨਸ਼ੇ ਹੈ ਨਹੀਂ। ਇੱਥੇ ਆਪਾਂ ਇੱਕ ਚੀਜ਼ ਹੋਰ ਐਡ ਕਰ ਦਈਏ, ਆ ਜਿਹੜਾ ਇਸ ਵਕਤ ਸਿਨੈਰੀਓ ਚੱਲਦਾ ਪਿਆ ਉਹਦੇ ਵਿੱਚ ਇਹ ਪਤਾ ਨਹੀਂ ਨਾ ਲੱਗਦਾ ਵੀ ਕੌਣ ਮੁੱਖ ਮੰਤਰੀ, ਕਿਹਦੀ ਸਰਕਾਰ ਕਿਹਦੀ ਨਹੀਂ, ਪਰ ਇੱਕ ਧਿਰ ਹੈਗੀ ਆ ਜਿਹਦੇ ਕੋਲੇ ਸਰਕਾਰ ਹੈਗੀ ਆ, ਤੇ ਉਸੇ ਧਿਰ ਦੇ ਕੋਲ ਇਸ ਵਕਤ ਕੰਟਰੋਲ ਵੀ ਹੈਗਾ ਉਸ ਏਰੀਏ ਦਾ। ਜਿਸ ਏਰੀਏ ਦੀ ਔਜਲਾ ਸਾਹਿਬ ਗੱਲ ਕਰਦੇ, ਆਪਾਂ ਚਲੋ ਪੂਰੇ ਪੰਜਾਬ 'ਚ ਜਾਂਦੇ ਹੀ ਨਹੀਂ ਜੀ, ਉਹ ਹੈ ਜੀ ਭਾਰਤੀ ਜਨਤਾ ਪਾਰਟੀ। ਭਾਰਤੀ ਜਨਤਾ ਪਾਰਟੀ ਦੀ ਕੇਂਦਰ 'ਚ ਸਰਕਾਰ ਹੈ, ਤੇ ਇਸ ਵਕਤ ਗ੍ਰਹਿ ਮੰਤਰਾਲੇ ਦੀ ਜੇਕਰ ਆਪਾਂ ਗੱਲ ਕਰੀਏ ਅਮਿਤ ਸ਼ਾਹ ਹੋਰਾਂ ਦੀ ਜੀ, ਤੇ ਜਿਸ ਹਿਸਾਬ ਨਾਲ ਉਹ ਐ ਨਿਗਾਹ ਰੱਖਦੇ ਆ, ਤੇ ਪਿਛਲੇ ਸਮੇਂ 'ਚ ਆਪਾਂ ਇਹ ਵੀ ਵੇਖਿਆ ਵੀ 15 ਕਿਲੋਮੀਟਰ ਤੋਂ 50 ਕਿਲੋਮੀਟਰ ਦਾ ਦਾਇਰਾ ਲੈ ਜਾਂਦਾ, ਤੇ ਅੰਮ੍ਰਿਤਸਰ ਸ਼ਹਿਰ ਕੀ ਅੰਮ੍ਰਿਤਸਰ ਜ਼ਿਲ੍ਹਾ ਪੂਰੇ ਦਾ ਪੂਰਾ ਉਹਦੇ ਵਿੱਚ ਆ ਜਾਂਦਾ ਜੀ। ਹੁਣ ਜੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਆਹ ਚੀਜ਼ ਇੱਕ ਮੈਂਬਰ ਪਾਰਲੀਮੈਂਟ ਨੇ ਚੁੱਕੀ ਹੈ, ਆਪਣੇ ਤੌਰ ਤੇ ਧਿਆਨ ਖਿੱਚਿਆ ਜਾ ਸਕਦਾ ਇਸ ਚੀਜ਼ ਦਾ ਵੀ ਹਾਂ ਯਾਰ ਪੰਜਾਬ 'ਚ ਸਰਕਾਰ ਸਾਡੀ ਬਣੇ ਨਾ ਬਣੇ ਵੱਖਰੀ ਗੱਲ ਹੈ, 24 ਵਾਲੀਆਂ ਦੇ ਲੜਨੀਆਂ ਨਾ ਇਲੈਕਸ਼ਨਾਂ, ਗਾਂ 27 ਵੀ ਆਉਣਾ, ਤੇ ਜੇ ਕਾਰਵਾਈ ਮੰਨ ਲਓ ਵੀ ਇੱਥੇ ਲੋਕਲ ਬੰਦੇ ਨਹੀਂ ਕਰਦੇ, ਜਾਂ ਉਹ ਕਹਿੰਦੇ ਵੀ ਹਾਂਜੀ ਦੱਸੋ ਜੀ ਸਾਨੂੰ, ਫਿਰ ਕਿਹੜਾ ਕਰਦਾ। ਹੋ ਸਕਦਾ ਵੀ ਮਤਲਬ ਜਿਹੜੀ ਕੋਈ ਪੰਜਾਬ ਦੇ ਮੁਲਾਜ਼ਮ ਨੇ ਉਹਨਾਂ ਦੀ ਕੋਈ ਇੱਧਰ ਉੱਧਰ ਕੋ ਹੋਵੇ ਯਾਰ ਵੀ ਹੁਣ ਅੱਖ ਦੀ ਸ਼ਰਮ ਹੀ ਹੁੰਦੀ ਹੈ ਦੂਜੀ ਤੇ ਜੀ। ਹੁਣ ਜਿਹੜੇ ਬੰਦੇ BSF ਵਾਲੇ ਆ ਉਹ ਤਾਂ ਪੰਜਾਬ ਦੇ ਹੈ ਨਹੀਂ, ਤੇ ਇੰਚਾਰਜੀ ਵੀ ਉਹਦੇ ਕੋਲ ਬਿਲਕੁਲ ਦਿੱਲੀ ਦੇ ਕੋਲ ਆ, ਉੱਤੋਂ ਇਸ਼ਾਰਾ ਹੀ ਕਰਨਾ ਵੀ ਇੱਕ ਵਾਰ ਚੈੱਕ ਕਰੋ 50 ਕਿਲੋਮੀਟਰ ਦੇ ਏਰੀਏ 'ਚ ਕਿਹੜਾ ਕਿਹੜਾ ਭਾਈ ਸਾਹਿਬ। ਤੇ ਉਹ ਜਿੱਦਾਂ ਜਿਪਸੀ ਤੁਸੀਂ ਹੁਣੇ ਦੱਸੀ ਨਾ ਉਦਾਹਰਨ, ਉਹ ਬੰਦੇ ਵਾਲੇ ਵੀ ਇੱਕ ਮਿੰਟ ਮਾੜੀ ਚੱਪਲਾਂ ਪਾਇਓ ਜੀ ਆਪਣਾ ਚੱਲਣਾ, ਇੱਦਾਂ ਹੀ ਚੱਪਲਾਂ ਪਵਾ ਕੇ ਤਿੰਨਾਂ ਜਾਂ ਉਹਨੂੰ ਰਾਤ ਨੂੰ ਲੈ ਆਉਣ ਤੇ ਸਵੇਰ ਨੂੰ ਰੌਲਾ ਪੈ ਜਾਣਾ ਆਪੇ। ਸੰਧਾਲੀਆ ਸਾਹਿਬ ਮੈਂ ਕਹਿੰਦਾ ਕਿ ਪਹਿਲਾਂ ਤਾਂ ਰੌਲਾ ਇਹ ਪੈਣਾ ਸੀ ਨਾ ਜੀ ਚੋਣਾਂ ਕਰਕੇ ਕਰਦੇ ਆ, ਹੁਣ ਤਾਂ ਵੋਟਾਂ ਪੈ ਗਈਆਂ। ਰਾਜਪਾਲ ਸਾਹਿਬ ਸਤਿਕਾਰਯੋਗ ਨੇ, ਸੰਵਿਧਾਨਕ ਅਹੁਦੇ ਤੇ ਬੈਠੇ ਆ, ਜਿੰਨਾ ਸਤਿਕਾਰ ਕਰੀਏ ਉਨਾ ਥੋੜ੍ਹਾ ਹੈ।
ਇਹ ਕਰਪਟ ਆਪਣੇ ਤੌਰ ਤੇ ਬਣਾ ਕੇ ਭੇਜ ਦੇਣ ਕਿ ਭਾਈ ਪੰਜਾਬ ਦੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਲੋਕਾਂ ਦੇ ਇੰਨੀਆਂ ਵੋਟਾਂ ਨਾਲ ਚੁਣੇ ਗਏ ਐਮਪੀ ਦੀ ਇੱਕ ਚਿੱਠੀ ਬਾਬਤ ਮੈਨੂੰ ਪਤਾ ਲੱਗਾ ਹੈ, ਪਤਾ ਮੀਡੀਆ 'ਚ ਲੱਗਾ, ਤੇ ਰਾਜਪਾਲ ਸਾਹਿਬ ਮੈਂ ਕਹਿੰਦਾ ਔਜਲਾ ਸਾਹਿਬ ਨੂੰ ਫੋਨ ਕਰਕੇ ਪੁੱਛਣ, ਅਧਿਕਾਰਕ ਫੋਨ ਕਰਨ, ਰਸਮੀ ਕਰਨ, ਗੈਰ ਰਸਮੀ ਨਾ ਕਰਨ, ਬਕਾਇਦਾ ਉਹਦੀ ਨੋਟਿੰਗ ਕਰਨ ਜਾਂ ਚਿੱਠੀ ਪਾ ਕੇ ਪੁੱਛਣ, ਈਮੇਲ ਕਰ ਦੇਣ ਕਿ ਔਜਲਾ ਸਾਹਿਬ ਸੱਚਮੁੱਚ ਨਸ਼ਾ ਵਿਕਤਾ ਹੈ, ਤੇ ਜੇ ਉਹ ਵਿਕਤਾ ਹੈ ਤਾਂ ਫਿਰ ਕੇਂਦਰ ਸਰਕਾਰ ਨੂੰ ਭੇਜ ਦੇਣ ਕਿ ਭਾਈ ਐਮਪੀ ਸਾਹਿਬ ਨੇ ਤਾਂ ਡੀਜੀਪੀ ਸਾਹਿਬ ਨੂੰ ਵੀ ਲਿਖਿਆ, ਆਪਾਂ ਕੀ ਕਰ ਸਕਦੇ ਹਾਂ, ਤੁਸੀਂ ਕੇਂਦਰ ਸਰਕਾਰ ਦੇ ਸੰਗਿਆਨ ਦੇ ਵਿੱਚ ਮੈਂ ਲਿਆ ਰਿਹਾ, ਤੇ ਕੇਂਦਰ ਸਰਕਾਰ ਕੋਲ ਚਾਂਸ ਮਿਲ ਜਾਣਾ ਤੇ ਨਾਲ ਦੀ ਨਾਲ ਹੀ ਕਾਰਵਾਈ ਕਰ ਦਿਓ। ਇਹ ਨਹੀਂ ਕਿ ਕਿਸੇ ਨੂੰ ਚੱਕ ਕੇ ਅੰਦਰ ਕਰ ਦਿਓ, ਇਨਕੁਆਇਰੀ ਕਰਾਓ, ਔਜਲਾ ਸਾਹਿਬ ਤੋਂ ਪੁੱਛ ਲਓ, ਅਗਲੇ ਦੱਸਣਗੇ ਕਿ ਭਾਈ ਮੈਂ ਕਰਦਾ ਰਿਹਾ। ਬਾਕੀ ਕਈ ਪੁਰਾਣੇ ਐਮਐਲਏ ਨੇ ਉਹ ਵੀ ਰੌਲਾ ਪਾਉਂਦੇ ਰਿਹਾ ਕਿ ਭਾਈ ਅਸੀਂ ਵੀ ਕੰਪਲੇਂਟ ਕਰਦੇ ਰਹੇ ਹਾਂ। ਇਹ ਬਹੁਤ ਵੱਡਾ ਸਵਾਲ ਹੈ, ਜਾਂ ਤਾਂ ਅਫਸਰਸ਼ਾਹੀ ਦੇ ਉੱਤੇ ਦੋਸ਼ ਹੈ ਕਿ ਉਹ ਨਹੀਂ ਕੰਮ ਕਰਦੇ, ਜਾਂ ਅਫਸਰਸ਼ਾਹੀ ਦੇ ਉੱਤੇ ਭਾਰ ਬਹੁਤ ਹੈ, ਦਬਾਅ ਬਹੁਤ ਹੈ, ਪ੍ਰੈਸ਼ਰ ਬਹੁਤ ਹੈ ਕਿ ਭਾਈ ਜੇ ਤੁਸੀਂ ਇਹ ਕੰਮ ਕੀਤਾ ਤਾਂ ਫਿਰ ਦੇਖ ਲਿਓ। ਇਹ ਭਾਰ ਦਬਾਅ ਦਾ ਕਰਕੇ ਮੈਂ ਕਹਿਣ ਡਿਆ ਨਾ, ਉਹ ਕਹਿੰਦੇ ਵੀ ਯਾਰ ਫਲਾਨੀ ਛੱਤ ਡਿੱਗ ਪੈਣੀ ਵੀਰ, ਮਸਾਂ ਹੀ ਥੰਮੀਆਂ ਦੇ ਕੇ ਰੋਕੀ, ਵੀ ਜਿਹੜੀ ਛੱਤ ਤੇ ਅੱਗੇ ਭਾਰ ਉਸ ਕੋਠੇ ਜ਼ਰੂਰ ਤੂੜੀ ਪਾਉਣੀ ਹੈ, ਲਾਗੇ ਲੈਂਟਰ ਵਾਲੇ ਨੂੰ ਫੜੋ। ਇਸ ਕਰਕੇ ਉਧਰੋਂ ਕੰਮ ਕੱਢ ਕੇ ਜੇ ਇਦਾਂ ਕਰ ਲਿਆ ਜਾਵੇ, ਮੈਂ ਨਾ ਵੀ ਅਜੇ 10 ਤਰੀਕ ਨੂੰ ਰਿਜ਼ਲਟ ਆਉਣਾ, ਉਦੋਂ ਪਹਿਲਾਂ 1-2 ਚਿੱਠੀਆਂ ਪਾ ਕੇ, ਮਤਲਬ 10 ਤਰੀਕ ਜਦੋਂ ਆਉਂਦੀ ਹੋਵੇ ਨਾ, ਉਦੋਂ ਤੱਕ ਪੰਜਾਬ ਦੇ ਲੋਕਾਂ ਨੂੰ ਇਹ ਚਾਨਣ ਹੋਵੇ ਜੀ ਕਿ ਵੀਰ ਮੇਰੇ ਨਾ ਤਾਂ ਇਹ ਇਲੈਕਸ਼ਨ ਦਾ ਕਰਕੇ, ਨਾ ਇਹ ਗਾਂ ਸਰਕਾਰ ਬਣਾਉਣ ਦਾ ਕਰਕੇ, ਤੇ ਨਾ ਕਿਸੇ ਤਰ੍ਹਾਂ ਦੇ ਜੋੜ ਤੋੜ ਦਾ ਕਰਕੇ ਇਹ ਕੰਮ ਕਰ ਰਹੇ ਆ। ਉਦੋਂ ਪਹਿਲਾਂ ਵਿਚਲੇ ਟਾਈਮ ਦੇ ਵਿੱਚ ਜਮਾ ਅਸੀਂ ਆਪਣੇ ਵੱਲੋਂ ਕਲੀਨ ਮਿਸ਼ਨ ਚਲਾਇਆ, ਤੇ ਜੇ ਆਹ ਕੰਮ ਹੋ ਜਾਵੇ ਤੇ ਮੈਨੂੰ ਲੱਗਦਾ ਨਹੀਂ 24 ਚ ਦੁਬਾਰਾ ਵੋਟਾਂ ਮੰਗਣ ਆਉਣਾ ਪਵੇ, ਲੋਕਾਂ ਆਪ ਮੁਹਾਰੇ ਕਹਿਣਾ ਵੀ ਯਾਰ ਬੰਦੇ ਤੇ ਇਦਾਂ ਦੇ ਚਾਹੀਦੇ, ਅਸੀਂ ਤੇ ਰੋਂਦੇ ਮਰ ਗਏ, ਧਾਕੇ ਹੋ ਗਏ ਵੀ ਸਾਡੀਆਂ ਜਿਹੜੀਆਂ ਪੀੜ੍ਹੀਆਂ ਖੱਜਲ ਹੋਣ ਡਈਆਂ ਇਸ ਚੱਕਰ ਦੇ ਵਿੱਚ। ਮੋਦੀ ਸਾਹਿਬ ਤੁਸੀਂ ਆਹ ਕੰਮ ਕਰਤਾ, ਇਹ ਤੋਂ ਵਧੀਆ ਹੋਰ ਕੀ ਚਾਹੀਦਾ? ਦੇਖੋ, ਦੋ ਹੀ ਰਸਤੇ ਨੇ ਭਾਰਤੀ ਜਨਤਾ ਪਾਰਟੀ ਕੋ, ਜਾਂ ਤਾਂ ਉਹਨਾਂ ਨੇ 2024 ਤੇ 2027 ਚ ਇੱਕ ਤਰੀਕਾ ਉਹਨਾਂ ਦੇ ਕੋਲ ਇਹ ਆ ਵੀ ਆਣ ਕੇ ਮਿਹਨਤ ਤਰਲਾ ਕਰਨਾ ਹੀ ਜੀ, ਵਿਆਹ ਤੇ ਜ਼ਰੂਰ ਆਉਣਾ, ਦੇਖੋ ਤੁਹਾਡੇ ਤੋਂ ਬਿਨਾਂ ਕੋਈ ਨਹੀਂ, ਅੱਗੇ ਪਿੱਛੇ ਜੋ ਹੋ ਗਿਆ ਹੋਣਾ ਸੀ। ਇੱਕ ਤਾਂ ਇਹ ਤਰੀਕਾ, ਦੂਜਾ ਇਹ ਤਰੀਕਾ ਹੁੰਦਾ ਘਰ ਦੇ ਅਗਲੇ ਕਾਰਡ ਨਹੀਂ ਦੇਣ ਆਉਣਾ, ਸਾਨੂੰ ਦੱਸਣਾ ਕਿ ਆਪਾਂ ਟੈਂਟ ਲੈਣ ਕਿੱਦਾਂ ਨੂੰ ਜਾਣਾ। ਤਰੀਕੇ ਦੋ ਹੀ ਆ। ਹੁਣ ਉਹਨਾਂ ਨੇ ਕੰਮ ਵੀ ਕਰਾਉਣਾ ਹੀ, ਉੱਦਾਂ ਵੋਟਾਂ ਲੈਣੀਆਂ, ਜਾਂ ਮਿਹਨਤ ਤਰਲਾ ਕਰਨਾ। ਮਿਹਨਤ ਤਰਲਾ ਤਹਿਤ ਕੀ ਵੀ ਕੀਤਾ, ਉਹ ਦੇਖਦੇ ਆ ਨਤੀਜਿਆਂ 'ਚ ਕਿੱਦਾਂ ਦਾ ਆਉਂਦਾ। ਇਸ ਕਰਕੇ ਸੁਨਹਿਰੀ ਮੌਕਾ ਹੈ, ਹੁਣ ਕੋਈ ਬੰਦਾ ਇਹ ਵੀ ਨਹੀਂ ਕਹਿ ਸਕਦਾ ਕਿ ਭਾਈ ਚੋਣਾਂ ਦੇ ਕਰਕੇ ਕਰਦੇ ਆ। ਬਾਕੀ ਸੰਧਾਲੀਆ ਸਾਹਿਬ, ਸਾਰੀ ਗੱਲ ਦੇ ਵਿੱਚੋਂ ਕਿਉਂਕਿ ਅੰਮ੍ਰਿਤਸਰ ਦਾ ਜ਼ਿਕਰ ਚੱਲਦਾ ਹੈ, ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਚੋਣ ਲੜੇ ਅਕਾਲੀ ਦਲ ਦੇ ਉਮੀਦਵਾਰ ਦੇ ਤੌਰ ਤੇ ਬਿਕਰਮ ਸਿੰਘ ਮਜੀਠੀਆ ਇੱਕੋ ਇੱਕ ਲੀਡਰ ਨੇ ਪੰਜਾਬ ਦੇ, ਜਿਨ੍ਹਾਂ ਨੇ ਇਸ ਕਰਕੇ ਹਲਕਾ ਛੱਡ ਦਿੱਤਾ ਕਿ ਉਹਨਾਂ ਦੇ ਵਿਰੋਧੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਇੱਕ ਹਲਕੇ ਤੋਂ ਲੜ ਪਾਈ, ਦੋਨਾਂ ਤੋਂ ਨਾ ਲੜ। ਕੈਬਨਿਟ ਮੰਤਰੀ ਰਹੇ ਹੋਣ, ਐਮਐਲਏ ਹੋਣ, ਹਾਰੇ ਨਾ ਹੋਣ, ਏਡੇ ਵੱਡੇ ਮੁਕਾਬਲੇ 'ਚ ਆ ਗਏ। ਹੁਣ ਮਜੀਠੀਆ ਸਾਹਿਬ ਦੇ ਬਾਬਤ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਵਾਲਾ ਮਸਲਾ ਕੀ ਕਿੱਧਰ ਨੂੰ ਗਿਆ ਸੀ, ਗ੍ਰਿਫਤਾਰੀ ਹੋਈ ਨਹੀਂ, 4-5 ਦਿਨ ਉਰੇ ਪਰੇ ਰਹੇ, ਸੁਪਰੀਮ ਕੋਰਟ ਤੋਂ ਜਾ ਕੇ ਰਾਹਤ ਮਿਲੀ ਕਿ ਭਾਈ ਕੋਈ ਗੱਲ ਨਹੀਂ। ਹੁਣ ਵੋਟਾਂ ਪੈ ਗਈਆਂ ਤੇ ਅੱਜ ਕੰਮ ਨਿਬੜ ਚੱਲਿਆ, ਕਿਉਂਕਿ ਅੱਜ ਤੱਕ ਦੀ ਜਾਂ ਬੀਤੇ ਕੱਲ ਤੱਕ ਦੀ ਰਾਹਤ ਸੀ, ਤੇ ਅੱਜ ਉਮੀਦ ਹੈ ਕਿ ਜਿਹੜੇ ਕੇਸ ਦੇ ਵਿੱਚ, ਕਿਉਂਕਿ FIR ਕੀਤੀ ਸੀ ਨਾ ਚੰਨੀ ਸਾਹਿਬ ਦੀ ਸਰਕਾਰ ਦੇ ਵੇਲੇ, ਉਹਦੇ ਵਿੱਚ ਅੱਜ ਉਹਨਾਂ ਨੂੰ ਸਰੈਂਡਰ ਕਰਨਾ ਪੈ ਸਕਦਾ, ਫਿਰ ਉਹ ਮੁਕੰਮਲ ਆਪਣੀ ਜ਼ਮਾਨਤ ਦੀ ਅਰਜ਼ੀ ਦੇਣਗੇ। ਕੀ ਅੱਜ ਉਹਨਾਂ ਨੂੰ ਰਾਹਤ ਫਿਰ ਦੇ ਦਿੱਤੀ ਜਾਂਦੀ ਹੈ ਜਾਂ ਕੁਝ ਸਮੇਂ ਦੇ ਲਈ ਉਹਨਾਂ ਨੂੰ ਅੰਦਰ ਕੀਤਾ ਜਾਂਦਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਚਰਚਾ ਦਾ ਕੇਂਦਰ ਬਣੀਆਂ ਰਹਿਣਗੀਆਂ। ਜੀ ਆਓ, ਇਹ ਤਾਂ ਗੱਲ ਕਲੀਅਰ ਹੋ ਸਕਦਾ ਭੁੱਲ ਗਿਆ ਹੋਵੇ ਚੇਤਾ ਲੋਕਾਂ ਨੂੰ ਕਿ ਗ੍ਰਿਫਤਾਰੀ ਦੇ ਉੱਪਰ ਰੋਕ ਸੀਗੀ, ਇੱਕ ਤਰ੍ਹਾਂ ਦੀ ਅੰਤਰਿਮ ਜ਼ਮਾਨਤ ਸੀਗੀ ਵੀ ਯਾਰ ਤੁਸੀਂ ਵੋਟਾਂ ਕੱਢ ਲਓ ਇੰਨੀ ਤਰੀਕ ਤੱਕ, ਤੇ ਉਹਦੇ ਤੋਂ ਬਾਅਦ ਆਪਾਂ ਦੇਖਦੇ ਹਾਂ ਵੀ ਕੀ ਬਣਨਾ। ਸੋ ਅੱਜ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਦਾਲਤ ਸਾਹਮਣੇ ਜਾਣਾ ਪੈਣਾ ਜਾਂ ਉਹਨਾਂ ਦੇ ਵਕੀਲਾਂ ਨੂੰ ਜਾਣਾ ਪੈਣਾ, ਉਸ ਤੋਂ ਬਾਅਦ ਮਾਣਯੋਗ ਅਦਾਲਤ ਜਿਵੇਂ ਹੁਕਮ ਕਰੂਗੀ ਉੱਦਾਂ ਨਿਬੜਨਾ। ਇੱਦਾਂ ਹੀ, ਬਿਲਕੁਲ ਇੱਦਾਂ ਹੀ ਆ। ਤੇ ਮਸਲਾ ਸੁਪਰੀਮ ਕੋਰਟ 'ਚ, ਇੱਧਰ ਚੰਡੀਗੜ੍ਹ ਦੇ ਵਿੱਚ ਹਾਈ ਕੋਰਟ ਹੈ, ਤੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬੱਤੀ ਚੱਲ ਗਈ, ਹੈ ਨਾ, ਬੱਤੀ ਚੱਲ ਗਈ। ਹਸਪਤਾਲਾਂ ਦੇ ਵਿੱਚ ਲੋਕ ਤੰਗ, ਪਾਣੀ ਨੂੰ ਤੰਗ, ਕਿਉਂਕਿ ਜੇ ਲਾਈਟ ਨਹੀਂ ਆਈ ਤਾਂ ਪਾਣੀ ਕਿੱਥੋਂ ਆਵੇ, ਲੋਕ ਬਾਲਟੀਆਂ ਚੱਕ ਕੇ ਤੁਰੇ ਫਿਰਨ। ਹਸਪਤਾਲਾਂ ਦੇ ਵਿੱਚ ਮਰੀਜ਼ ਬੜੇ ਔਖੇ। ਅਦਾਲਤ ਨੇ ਖੁਦ ਨੋਟਿਸ ਲਿਆ ਕਿ ਭਾਈ ਆਹ ਕੀ ਗੱਲ ਹੈ, ਵੱਡੇ ਅਧਿਕਾਰੀ ਸੱਦ ਲੈ। ਸੰਧਾਲੀਆ ਸਾਹਿਬ, ਹੜਤਾਲ ਮੁੱਕ ਗਈ ਹੈ। ਹੁਣ ਕਾਰਨ ਕੀ ਰਿਹਾ ਕਿ ਜਿੱਦਾਂ ਪੰਜਾਬ ਦੇ ਵਿੱਚ ਬਿਜਲੀ ਬੋਰਡ ਦਾ ਨਿੱਜੀਕਰਨ ਹੋਇਆ, ਪਾਵਰਕਾਮ ਬਣੀ, ਉੱਦਾਂ ਹੀ ਕਹਿੰਦੇ ਜੀ ਚੰਡੀਗੜ੍ਹ ਦੇ ਵਿੱਚ ਬਿਜਲੀ ਸਪਲਾਈ ਕਰਨ ਵਾਲਾ ਜਿਹੜਾ ਸਰਕਾਰੀ ਮਹਿਕਮਾ ਉਹਦਾ ਨਿੱਜੀਕਰਨ ਕਰਨਾ, ਇੱਕ ਕੰਪਨੀ ਨੂੰ ਦੇ ਦੇਣਾ ਸਾਰਾ ਕੁਝ। ਜਿਹੜੇ ਮੁਲਾਜ਼ਮ ਸੀ, ਕਰਮਚਾਰੀ ਸੀ ਕੰਮ ਕਰਦੇ, ਉਹ ਕਹਿੰਦੇ ਜੀ ਸਾਡੀ ਇੱਕ ਗੱਲ ਸੁਣ ਲਓ, ਅਸੀਂ 72 ਘੰਟੇ ਲਈ ਹੜਤਾਲ ਕਰਨ ਲੱਗੇ ਹਾਂ, ਨਿੱਜੀਕਰਨ ਨਹੀਂ ਕਰਨ ਦੇਣਾ। 2-3 ਚੀਜ਼ਾਂ ਦੱਸੀਆਂ। ਉਹ ਕਹਿੰਦੇ ਕਾਰਨ ਦੱਸੋ, ਕੀ ਚੰਡੀਗੜ੍ਹ ਦਾ ਬਿਜਲੀ ਬੋਰਡ ਘਾਟੇ ਜਾਂਦਾ? ਕਹਿੰਦੇ ਨਹੀਂ ਜੀ, ਇੰਨੇ 100 ਕਰੋੜ ਰੁਪਈਆ ਕਮਾ ਕੇ ਦਿੰਦਾ। ਉਹ ਕਹਿੰਦੇ ਜੀ ਕੇਂਦਰ ਸਰਕਾਰ ਨੇ ਜਿਹੜੀਆਂ ਆ ਸ਼ਰਤਾਂ ਦਿੱਤੀਆਂ ਕੀ ਉਹ ਪੂਰੀਆਂ ਨਹੀਂ ਕਰਦਾ? ਨਹੀਂ ਜੀ, ਤੁਸੀਂ ਤਾਂ ਪੂਰੀਆਂ ਕਰਦੇ ਹੋ। ਉਹ ਕਹਿੰਦੇ ਜੀ ਕੀ ਲੋਕ ਕਹਿੰਦੇ ਆ ਕਿ ਬਿਜਲੀ ਸਪਲਾਈ ਨਹੀਂ ਹੁੰਦੀ? ਕਹਿੰਦੇ ਨਹੀਂ ਜੀ, ਬਿਜਲੀ ਤਾਂ ਨਿਰਵਿਘਨ ਚੰਡੀਗੜ੍ਹ ਦੇ ਵਿੱਚ ਸਪਲਾਈ ਹੁੰਦੀ ਹੈ। ਉਹ ਕਹਿੰਦੇ ਜੀ ਦੱਸੋ ਲੋਕਾਂ ਦੀਆਂ ਕੰਪਲੇਂਟਾਂ ਦਾ ਮਸਲਾ ਛੇਤੀ ਕਿਤੇ ਹੱਲ ਨਹੀਂ ਹੁੰਦਾ? ਉਹ ਕਹਿੰਦੇ ਜੀ ਹੱਲ ਵੀ ਹੁੰਦਾ ਹੈ।
ਕੀ ਬਿਜਲੀ ਆਲੇ ਦੁਆਲੇ ਦੇ ਸੂਬੇ ਨੂੰ ਮਹਿੰਗੀ ਆ? ਕਹਿੰਦੇ ਨਹੀਂ ਜੀ ਸਸਤੀ ਆ, ਸਗੋਂ ਅੱਧ ਮੁੱਲ ਤੇ ਹੀ ਹੈ। ਜਾਣੀ ਬਿਜਲੀ ਵੀ ਸਸਤੀ ਹੈ, ਸਪਲਾਈ ਵੀ ਠੀਕ ਹੈ, ਸ਼ਿਕਾਇਤ ਦਾ ਨਿਪਟਾਰਾ ਵੀ ਵੇਲੇ ਸਿਰ ਹੈ, ਕਰਮਚਾਰੀਆਂ ਦਾ ਵਿਹਾਰ ਵੀ ਠੀਕ ਹੈ, ਮੁਨਾਫਾ ਵੀ ਕਮਾ ਕੇ ਦਿੰਦੇ ਆ। ਉਹ ਕਹਿੰਦੇ ਜਦ ਸਾਰਾ ਹੀ ਕੁਝ ਠੀਕ ਹੈ ਤਾਂ ਮੁਨਾਫੇ ਵਾਲੇ ਅਦਾਰੇ ਦਾ ਤੁਸੀਂ ਨਿੱਜੀਕਰਨ ਕਿਉਂ ਕਰਨਾ? ਤੇ ਸੰਧਾਲੀਆ ਸਾਹਿਬ ਹੁਣ ਭਾਵੇਂ ਅਦਾਲਤ ਦੇ ਵਿੱਚ ਜਾ ਕੇ ਜਾਣੀ ਇਹ ਫੈਸਲਾ ਹੋ ਗਿਆ ਕਿ ਕੇਸ ਤਾਂ ਪਹਿਲਾਂ ਹੀ ਕੋਰਟ ਦੇ ਵਿੱਚ ਹੈ ਤੇ ਜਦੋਂ ਤੱਕ ਕੋਰਟ ਦਾ ਫੈਸਲਾ ਨਹੀਂ ਹੁੰਦਾ ਕੋਈ ਕਦਮ ਨਹੀਂ ਚੁੱਕਿਆ ਜਾਊਗਾ, ਅਗਲੇ ਹੜਤਾਲ ਤੋਂ ਵਾਪਸ ਆ ਗਏ। ਪਰ ਬਹੁਤ ਸਾਰੇ ਲੋਕ ਕਹਿੰਦੇ ਸੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਿ ਕਿਸਾਨ ਅੰਦੋਲਨ ਦਾ ਅਸਰ ਖਤਮ ਹੋ ਗਿਆ, ਕੱਖ ਨਹੀਂ, ਪੱਲੇ ਹੀ ਕੱਖ ਨਹੀਂ। ਇੱਥੇ ਚੰਡੀਗੜ੍ਹ ਦੇ ਬਹੁਤ ਸਾਰੇ ਲੋਕ ਨਾਲ ਆਲ ਕੇ ਬੈਠੇ ਕਿ ਨਿੱਜੀਕਰਨ ਨਹੀਂ ਕਰ ਦੇਣਾ, ਤੇ ਉੱਥੇ ਉਹ ਕਹਿੰਦੇ ਪਤਾ ਕੀ ਕਹਿੰਦੇ, ਇਹ ਸਾਲ ਤੋਂ ਬਾਅਦ ਦਿੱਲੀ ਬੈਠ ਕੇ ਕਿਸਾਨ ਅੰਦੋਲਨ ਜਿੱਤ ਕੇ ਆ ਸਕਦੇ ਆ, ਤੇ ਆਹ ਤਾਂ ਇੱਕ ਰਾਜਪਾਲ ਸਾਹਿਬ ਦੇ ਨਾਲ ਹੀ ਮਸਲਾ ਹੈ, ਇੱਥੇ ਵੀ ਚਲਾ ਲਵਾਂਗੇ ਅੰਦੋਲਨ। ਨਹੀਂ ਚੱਲਿਆ, ਇਹ ਗੱਲ ਵਧੀਆ ਹੋਈ, ਪਰ ਇਹਦੇ 'ਚ ਇੱਕ ਗੱਲ ਨੋਟ ਕਰਨ ਵਾਲੀ ਹੈ। ਮੈਨੂੰ ਇਹ ਜਾਪਦਾ ਵੀ ਇਹ ਸਾਰੇ ਕੰਮ ਦੇ ਵਿੱਚ ਨਾ ਥੋੜੀ ਜਿਹੀ ਕਾਹਲੀ ਕਰ ਲਈ ਗਈ ਜੀ। ਆਮ ਤੌਰ ਤੇ ਜਿਹੜਾ ਢੰਗ ਤਰੀਕਾ ਹੁੰਦਾ, ਮੈਂ ਮਾਫੀ ਚਾਹਾਂਗਾ, ਮੈਨੂੰ ਫਿਰ ਲੀਡਰ ਬਣਨਾ ਪੈ ਰਿਹਾ, ਮੈਂ ਕਰਾਂਗੇ ਯਾਰ, ਸਟੇਟਮੈਂਟ ਦੇਣੀ ਪੈਂਦੀ, ਕਾਹਲੀ ਕਰ ਗਏ ਬੰਦੇ ਸਾਡੇ। ਇੱਦਾਂ ਨਹੀਂ ਹੁੰਦਾ, ਪਹਿਲਾਂ ਉਹ ਕਚੂਮਰ ਕੱਢਣਾ ਚਾਹੀਦਾ ਮਹਿਕਮੇ ਦਾ, ਐਤਕੀ ਕਿੰਨਾ ਘਾਟਾ ਜੀ, ਐਤਕੀ ਇੰਨੇ ਕਰੋੜ, ਅਗਲੀ ਵਾਰ ਇੰਨੇ 100 ਕਰੋੜ, ਐਤਕੀ ਇੰਨੇ 1000 ਕਰੋੜ ਦਾ ਘਾਟਾ ਜੀ, ਫਲਾਣੇ ਥਾਂ ਤੇ ਬੱਤੀ ਜਮਾ ਨਹੀਂ ਆਉਂਦੀ ਜੀ, ਢੇਡ ਥਾਂ ਤਾਰਾਂ ਢਿੱਲੀਆਂ ਜੀ, ਮੁਲਾਜ਼ਮ ਹੈ ਨਹੀਂ ਜੀ, ਭਰਤੀ ਕਰਾਂਗੇ ਕੋਈ ਨਹੀਂ ਪਰ ਅਜੇ ਮਤਲਬ ਹੈ ਹੀ ਨਹੀਂ ਜੀ, ਪੈਸੇ ਹੀ ਹੈ ਨਹੀਂ, ਕਿੱਥੋਂ ਕਰਦੀ ਜੀ। ਮਤਲਬ ਉਹ ਜਮਾ ਇੱਕ ਹੁੰਦੇ ਨੇ ਵੀ ਉਹਨਾਂ ਨੇ ਕੀਤਾ ਕਿ ਬੇਸਿਕਲੀ ਵੀ ਗੱਡੀ ਜਿਹੜੀ ਉਹ ਵੇਚਣ ਦੀ ਗੱਲ ਕਰਤੀ, ਬਸ ਉੱਤੇ ਕੰਡਮ ਨਹੀਂ ਲਿਖਿਆ। ਉਹਨਾਂ ਨੂੰ ਚਾਹੀਦਾ ਪਹਿਲਾਂ ਗੱਡੀ ਕੰਡਮ ਕੀਤੀ ਜਾਵੇ, ਉਦੋਂ ਬਾਅਦ ਵੇਚੀ ਜਾਵੇ। ਇਹ ਸੇਮ ਉੱਦਾਂ ਹੀ ਜਿੱਦਾਂ ਆਪਣੀ ਉਹ ਇੰਡੀਅਨ 에ਅਰਲਾਈਨ ਜਿਹੜੀ ਸੀਗੀ ਜੀ, ਏਅਰ ਇੰਡੀਆ, ਉਹ ਪਹਿਲਾਂ ਜਿਨ੍ਹਾਂ ਦੀ ਸੀਗੀ ਉਦੋਂ ਬਾਅਦ ਇਹਨਾਂ ਲੈ ਲਈ, ਉਹ ਕਹਿੰਦੇ ਅਸੀਂ ਚਲਾਵਾਂਗੇ। ਫਿਰ ਜਦੋਂ ਪਿੱਛੇ ਹਿਸਾਬ ਕੀਤਾ ਉਹ ਕਹਿੰਦੇ ਗੁਰੂ ਉਹਨੇ ਦੇ ਤੇ ਜਹਾਜ਼ ਨਹੀਂ ਜਿੰਨਾ ਕਰਜ਼ਾ ਲਈ ਫਿਰਦੇ ਆਪਾਂ, ਕਰੀਏ ਕਿਉਂ? ਕਹਿੰਦੇ ਨਹੀਂ ਨਹੀਂ ਦੇ ਦਿਓ ਕਿਸੇ ਨੂੰ, ਕੋਈ ਲੈ ਮੋੜ ਦਿਓ ਕੋਈ ਲੈ, ਹੈ ਨਾ। ਉਹ ਮੇਰਾ ਖਿਆਲ ਵੀ ਇਹ ਚਲੋ ਮੁਲਾਜ਼ਮਾਂ ਦੀ ਹੁਣ ਤਾਂ ਜਿੱਤ ਹੋ ਗਈ, ਪਰ ਇਹ ਮਤ ਸਮਝਿਆ ਜਾਵੇ ਵੀ ਅਗਲਿਆਂ ਦੇ ਦਿਮਾਗ 'ਚ ਨਹੀਂ ਰਿਹਾ ਹੋਊਗਾ। ਹੁਣ ਮੰਨ ਲਓ ਮੈਂ ਵਪਾਰੀਆਂ ਤੇ ਮੇਰਾ ਅੱਜ ਸੌਦਾ ਹੋ ਚੱਲਿਆ ਵੀ ਲੈ ਵੀ ਬਾਠ ਹੋਰਾਂ ਨੇ ਆ ਕੱਪ ਮੈਨੂੰ ਦੇ ਦੇਣਾ ਹੀ, ਤੇ ਬੰਦੇ ਬਾਠ ਹੋਣੀ ਇੱਥੇ ਧਰਨਾ ਲਾ ਕੇ ਬੈ ਲੈ ਕੱਪ ਅਸੀਂ ਦਿੰਦੇ ਆ, ਇਹਦੇ ਚੰਗਾ ਭਲਾ ਜੇ। ਹੁਣ ਪਹਿਲਾਂ ਮੈਂ ਇਹਦਾ ਕੁੰਡਾ ਤੋੜਨਾ ਹੀ ਵੜਨਾ ਹੋਵੇ, ਥੋੜਾ ਜਿਹਾ ਕੁੰਡਾ ਜਿਹਾ ਤੋੜ ਕੇ ਫਿਰ ਥੋੜ੍ਹੀਆਂ ਝਰੀਟਾਂ ਮਾਰ ਕੇ ਫਿਰ ਤੂੰ ਆਹੋ ਯਾਰ ਹੈ ਤੇ ਅਜੀਬ ਹੀ ਆ, ਕੋਈ ਗੱਲ ਨਹੀਂ, ਲੈ ਲੈਂਦੇ ਇਹਨਾਂ ਨੂੰ, ਲੈ ਲੈਂਦੇ ਕੱਪ, ਥੋੜਾ ਜਿਹਾ ਟਾਈਮ ਲੱਗਣਾ ਜੀ, ਹੋ ਜਾਏਗਾ ਕੰਮ। ਨਹੀਂ ਮੈਂ ਤਾਂ ਇਹ ਸੰਧਾਲੀਆ ਸਾਹਿਬ ਸੋਚਦਾ ਸੀ ਵੀ ਉਹ ਬੰਦਾ ਜਿਹਨੇ ਸਿਫਾਰਿਸ਼ ਕੀਤੀ ਹੋਏਗੀ, ਜਾਣੀ ਉਹ ਸਲਾਹਕਾਰ ਜਿਹਨੇ ਕਿਹਾ ਹੋਊਗਾ ਕਿ ਆਹ ਬਿਜਲੀ ਬੋਰਡ ਜਾਂ ਚੰਡੀਗੜ੍ਹ ਦਾ ਚੰਗਾ ਚੱਲੀ ਜਾਂਦਾ, ਇਹਦੇ ਵਿੱਚ ਮੁਨਾਫਾ ਹੈਗਾ, ਇਹਨੂੰ ਨਿੱਜੀ ਹੱਥਾਂ ਹੀ ਦੇ ਦਿਓ, ਇਹਨੂੰ ਫਲਾਨੀ ਕੰਪਨੀ ਦੇ ਦਿਓ। ਨਹੀਂ ਇੱਦਾਂ ਨਹੀਂ ਹੁੰਦਾ, ਇੱਦਾਂ ਨਹੀਂ। ਆਹ ਡਾਇਲੋਗ ਹੀ ਗਲਤ ਬੋਲਤਾ, ਉਹੀ ਗੱਲ ਇੱਦਾਂ ਥੋੜ੍ਹਾ ਹੁੰਦਾ। ਉਹ ਕਹਿੰਦੇ ਵੀ ਆਹ ਕਿੱਦਾਂ, ਕਹਿੰਦਾ ਵੀਰ ਮੁਨਾਫਾ ਹੀ, ਉਹ ਇੰਨੇ ਦਿੰਦੇ ਹੀ, ਇਹ ਕਿੱਦਾਂ ਕਰੀਏ ਫਿਰ, ਵੇਖੋ ਫਿਰ ਇਹ 'ਚ ਕੋਈ ਬਣਦੀ ਗੱਲਬਾਤ, ਇਹ ਹੁੰਦਾ ਤਰੀਕਾ, ਸਾਡੇ ਵਾਲਾ ਤਰੀਕਾ ਨਹੀਂ। ਉਹ ਤੁਸੀਂ ਤਾਂ ਐਵੇਂ ਉਹੀ ਗੱਲਾਂ। ਨਹੀਂ ਚਲੋ ਠੀਕ ਹੈ ਸੰਧਾਲੀਆ ਸਾਹਿਬ, ਉਹੀ ਗੱਲਾਂ ਆਪਾਂ ਨਹੀਂ ਕਰਦੇ, ਪਰ ਇੱਕ ਗੱਲ ਹੈਗੀ ਆ, ਇਹ ਤੁਹਾਡੀ ਗੱਲ ਦੇ ਨਾਲ ਮੈਂ ਇੱਕ ਪਹਿਲੀ ਵਾਰੀ ਸਹਿਮਤ ਹੋਇਆ ਕਿ ਭਾਈ ਉਹ ਮੁਲਾਜ਼ਮ ਜਾਂ ਆਮ ਲੋਕ ਜਿਹੜੇ ਚੁੱਪ ਕਰਕੇ ਨਾ ਬਹਿ ਜਾਣ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਨੂੰ ਇੱਕ ਵਾਰੀ ਫੇਰ ਕਹਿਣਾ ਪਿਆ। ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਵੋਟਾਂ ਤੋਂ ਬਾਅਦ ਮੀਟਿੰਗਾਂ ਹੋਣ ਲੱਗ ਪਈਆਂ ਕਿਸਾਨ ਧਿਰਾਂ ਦੀਆਂ, ਤੇ ਉਹਨਾਂ ਨੇ ਇੱਕ ਵਾਰੀ ਫਿਰ ਲਖੀਮਪੁਰ ਖੀਰੀ ਵਾਲਾ ਮਸਲਾ ਚੱਕ ਲਿਆ। ਉਹ ਕਹਿੰਦੇ ਦੇਖੋ ਆਸ਼ੀਸ਼ ਮਿਸ਼ਰਾ, ਮੋਨੂ ਮਿਸ਼ਰੇ ਦਾ ਬੇਟਾ ਮੰਤਰੀ ਸਾਹਿਬ ਦਾ, ਉਹਨੂੰ ਜ਼ਮਾਨਤ ਦਿੱਤੀ, ਅਸੀਂ ਵਿਰੋਧ ਕਰਦੇ ਹਾਂ, ਅਜੇ ਤੱਕ ਸਾਡੇ ਵਾਲੇ ਪਾਸੇ ਧਿਆਨ ਕਿਸੇ ਨੇ ਨਹੀਂ ਦਿੱਤਾ, ਅਸੀਂ ਹੁਣ ਫਿਰ ਅੰਦੋਲਨ ਲੱਗੇ ਹਾਂ ਤੇਜ਼ ਕਰਨ, ਤੇ ਜੇ ਸਾਡੀ ਗੱਲ ਦੇ ਉੱਤੇ ਗੌਰ ਨਾ ਕੀਤਾ ਤਾਂ ਭਲਕ ਨੂੰ ਇਹ ਨਾ ਆਖਿਓ ਕਿ ਯੂਪੀ ਦੀਆਂ ਜਿਹੜੀਆਂ 3-4 ਫੇਜ਼ਾਂ ਦੀਆਂ ਚੋਣਾਂ ਵਾਪਸ ਰਹਿੰਦੀਆਂ, ਅਸੀਂ ਫਿਰ ਉੱਥੇ ਜਾ ਵੜਨਾ, ਕੱਲ੍ਹ ਨੂੰ ਸਾਨੂੰ ਕਿਉਂ ਨਾ। ਕਿਉਂਕਿ ਪੰਜਾਬ ਦੀਆਂ ਵੋਟਾਂ ਤੱਕ ਕਿਸਾਨ ਜਥੇਬੰਦੀਆਂ ਦੋ ਧਿਰਾਂ 'ਚ ਸੀ, ਇੱਕ ਚੋਣਾਂ ਲੜ ਰਹੀਆਂ ਸੀ, ਦੂਜੀਆਂ ਨਹੀਂ। ਹੁਣ ਤਾਂ ਉਹ ਵੀ ਸੁੱਖ ਨਾਲ ਵਿਹਲੀਆਂ ਨਹੀਂ, ਤੇ ਜੇ ਕਿਤੇ ਇੱਧਰਲੇ ਪਾਸੇ ਰੌਲਾ ਪੈ ਗਿਆ, ਉਹਨਾਂ ਨੇ ਕਿਹਾ ਟੈਂਟ ਲਾਏ ਆਮ ਆਦਮੀ ਪਾਰਟੀ ਵਾਂਗੂ EVM ਮਸ਼ੀਨਾਂ ਦੇ ਮੂਹਰੇ, ਸਟਰੋਂਗ ਰੂਮ ਦੇ ਮੂਹਰੇ, ਉਹਦਾ ਵਿਹਲੇ ਹੀ ਨਹੀਂ, ਉਹ ਤੁਰ ਪੈਣਗੇ ਹੁਣ। ਨਾਲੇ ਉਹ ਤੇ ਆਹ ਦਿਨ ਡੀਕਦੇ ਸੀ ਨਾ, ਉਹ ਕਹਿੰਦੇ ਵੀ ਯਾਰ ਫਿਰ ਫਲਾਣਾ ਹੈ ਕਿੱਦਾਂ, ਉਹ ਯਾਰ ਗੁਰੂ ਉਹ ਇਲੈਕਸ਼ਨ ਲੜਨ ਲੱਗ ਪਏ ਨਾ, ਤਾਂ ਕਰਕੇ 20 ਨੂੰ ਵਿਹਲੇ ਹੋਏ ਨਾ, 21 ਨੂੰ ਆਏ ਲਿਆ ਹੁਣ। ਹੋ ਸਕਦਾ ਵੀ ਆਹ ਸਾਰੇ ਕੁਝ ਦੇ ਵਿੱਚ ਉਹ ਦੁਬਾਰਾ ਉਧਰ ਨੂੰ ਮੋਰਚੇ ਵਾਲੇ ਪਾਸੇ ਤੁਰ ਪੈਣ, ਕਿਉਂਕਿ ਅਜੇ ਯੂਪੀ 'ਚ ਟਾਈਮ ਹੈਗਾ, ਇਹ ਤੇ ਮੇਰੇ ਖਿਆਲ ਨਾਲ ਆਖਰੀ ਗੇੜ 7 ਤੱਕ ਚੱਲਣਾ, 7 ਮਾਰਚ ਤੱਕ ਅਜੇ ਬਥੇਰੇ ਦੇਣੇ ਆ, ਸੋ ਉਦੋਂ ਤੱਕ ਪ੍ਰੈਸ਼ਰ ਪੈ ਸਕਦਾ। ਪਰ ਬਾਕੀ ਲੰਘੇ ਕੱਲ੍ਹ ਦੀ ਆਪਾਂ ਗੱਲ ਕਰੀਏ ਯੂਪੀ 'ਚ 60% ਵੋਟਾਂ ਇੰਨੀਆਂ ਪਈਆਂ। ਤੁਸੀਂ ਆਪ ਅੰਦਾਜ਼ਾ ਲਾਓ ਕਿ ਜੇ 60% ਇਹਨੂੰ ਪਿਛਲੀ ਆਪਾਂ ਪਰਸੈਂਟੇਜ ਦੀ ਗੱਲ ਕਰੀਏ ਤਾਂ ਉਹ ਵੀ ਤਾਂ ਮੇਰੇ ਖਿਆਲ 65 ਤੋਂ ਥੱਲੇ ਚੱਲਿਆ ਕੰਮ ਸਾਰਾ। ਪਰ ਜੇ ਹਿਸਾਬ ਨਾਲ ਹੁਣ ਜੇ ਲੋਕਾਂ ਦੇ ਵਿੱਚ ਜਦੋਂ ਆਪਾਂ ਕਹਿੰਦੇ ਵੀ ਭਾਰਤ ਦੇਸ਼ ਜਿਹੜਾ ਜੀ ਲੋਕਤਾਂਤਰਿਕ ਦੇਸ਼, ਇੰਨੀ ਵੱਡੀ ਆਬਾਦੀ ਲੋਕਤਾਂਤਰਿਕ ਤਰੀਕੇ ਨਾਲ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਲੀਡਰ ਚੁਣਦੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਸੋਹਣਾ ਰਾਜ ਭਾਗ ਦੇਣਾ, ਉਹ ਸਾਰੇ ਪ੍ਰੋਸੈਸ ਦੇ ਵਿੱਚ ਜੇ 40% ਲੋਕ ਹਿੱਸਾ ਪਾਉਣ ਨੂੰ ਨਹੀਂ ਰਾਜ਼ੀ ਹੈਗੇ
ਤੇ ਫਿਰ ਇਹਨੂੰ ਕਿੱਦਾਂ ਸੋਚਿਆ ਜਾਵੇ? ਨਹੀਂ ਆਹ ਸ਼ਬਦ ਹੀ ਤੁਹਾਡਾ ਗਲਤ ਆ। ਹਿੱਸਾ ਪਾਉਣ ਨੂੰ ਤਾਂ ਲੀਡਰ ਰਾਜੀ ਹੁੰਦੇ, ਮੇਰਾ ਚ ਹਿੱਸਾ ਪਵਾ ਲਓ। ਹਿੱਸਾ ਲੈਣ ਨੂੰ ਕਹਿਣਾ ਹਿੱਸਾ, ਲੀਡਰ ਬੰਦੇ ਦੇ ਮੂੰਹੋਂ ਨਾ ਗੱਲ ਨਿਕਲ ਜਾਂਦੀ ਹੈ ਥੋੜਾ ਜਿਹਾ, ਉਹ ਜਿਹੜੀ ਗੱਲ ਰੋਜ਼ ਕਰਦਰੀ ਦਾ ਉਦਾਂ ਆਈਦੀ ਹੈ। ਚਲੋ ਸੰਧਾਲੀਆ ਸਾਹਿਬ ਦੇਖੋ, ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਹਿੰਦੇ ਕਿ ਮੈਰਿਜ ਪੈਲਸਾਂ ਵਾਲੇ ਜਿਹੜੇ ਆ ਉਹਨਾਂ ਦੇ ਕੋਲ ਜੇ ਕੋਈ ਬੁਕਿੰਗ ਕਰਾਉਣ ਜਾਇਆ ਕਰੂਗਾ ਨਾ, ਉਹਨੇ ਅੱਛਾ ਜੀ ਕੀ ਵਿਆਹ ਰੱਖਿਆ ਜੀ, ਅੱਛਾ ਕਾਕੇ ਦੇ ਜਨਮਦਿਨ ਦੀ ਪਾਰਟੀ ਹੈ, ਅੱਛਾ ਬੇਟੀ ਦੇ ਜਨਮਦਿਨ ਦੀ ਪਾਰਟੀ, ਕਿੰਨੇ ਉਹਨੇ ਕਹਿੰਦੇ ਜੀ 50,000 ਰੈਂਟ ਹੈ, ਨਾਲ ਹੀ ਪੁੱਛ ਲੈਣਾ ਕੋਈ ਲੀਡਰ ਤਾਂ ਨਹੀਂ ਆ ਰਿਹਾ, ਜੇ ਲੀਡਰ ਆ ਰਿਹਾ ਤਾਂ ਫੇਰ ਬੋਕਿਆ, ਜੇ ਲੀਡਰ ਨਹੀਂ ਆ ਰਿਹਾ ਭਾਵੇਂ 45 ਚ ਕਰ ਲਓਗੇ। ਇਦਾਂ ਕਹਦਾ ਉਹ ਯਾਰ ਕਿ ਹਿੱਸਾ ਪਾਉਣ ਨੂੰ ਫਿਰਦੇ ਰਹਿੰਦੇ ਆ ਕੇ ਵੀ ਤੁਹਾਡਾ ਕੰਮ ਬੜਾ ਚੱਲਦਾ ਹੈ। ਬਾਕੀ ਸੰਧਾਲੀਆ ਸਾਹਿਬ ਇਹ ਗੱਲ ਤੁਹਾਡੀ ਨਾ ਬਹੁਤ ਵਿਚਾਰਨ ਵਾਲੀ ਹੈ। ਪੰਜਾਬ ਦੀਆਂ ਚੋਣਾਂ ਹੋਈਆਂ, ਬਹੁਤ ਸਾਰੀਆਂ ਪਾਰਟੀਆਂ ਦੇ ਵੱਡੇ ਲੀਡਰਾਂ ਨੇ ਵੋਟਰਾਂ ਦਾ ਧੰਨਵਾਦ ਕੀਤਾ ਕਿ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਵੋਟਾਂ ਪਾਈਆਂ। ਉੱਤਰ ਪ੍ਰਦੇਸ਼ ਦੇ ਵਿੱਚ ਵੀ 4 ਪੜਾਵਾਂ ਦੀਆਂ ਵੋਟਾਂ ਪੈ ਗਈਆਂ, ਉੱਥੇ ਵੀ ਲੀਡਰ ਧੰਨਵਾਦ ਕਰਦੇ ਫਿਰਦੇ ਆ। ਉਹ ਤੁਹਾਡੇ ਸੋਚਣ ਦਾ ਵੇਲਾ। ਜਿਹੜੇ ਯੋਗੀ ਆਦਿੱਤਿਆਨਾਥ ਸਾਹਿਬ ਉਹ ਕਹਿੰਦੇ ਵਾਹ ਵਾਹ ਐਸਾ ਕਮਾਲ ਦਾ ਸ਼ਾਸਨ ਦਿੱਤਾ, ਬਹੁਤ ਵਧੀਆ। ਉੱਤਰ ਪ੍ਰਦੇਸ਼ ਦੇ ਲੋਕ ਜਿਹੜੇ ਨੇ ਖੁਸ਼ ਬੜੇ ਆ। ਅਖਿਲੇਸ਼ ਯਾਦਵ ਮੋਰੇ ਉਹ ਕਹਿੰਦੇ ਲੈ ਖੁਸ਼ ਬੜੇ ਆ, ਸਾਰਾ ਯੂਪੀ ਸਾਡੇ ਨਾਲ ਤੁਰ ਪਿਆ। ਬੀਬੀ ਪ੍ਰਿਯੰਕਾ ਗਾਂਧੀ ਕਹਿੰਦੀ ਯੂਪੀ ਸੁੱਤਾ ਪਿਆ ਸੀ, ਅਸੀਂ ਆਏ ਆ, ਮੈਂ ਕਮਾਂਡ ਸਾਂਭੀ ਆ ਤਾਂ ਯੂਪੀ ਉੱਠ ਖਲੋਤੀ। ਬੀਬੀ ਮਾਇਆਵਤੀ ਹੋਰੀ ਕਹਿੰਦੇ ਸੋਸ਼ਲ ਇੰਜੀਨੀਅਰਿੰਗ ਇੰਨੀ ਕਮਾਲ ਦੀ ਕੀਤੀ ਆ ਕਿ ਲੋਕ ਕਹਿੰਦੇ ਕਿ ਬਸਪਾ ਦੀ ਸਰਕਾਰ ਬਣਾਉਣੀ ਹੈ। ਹੁਣ ਜੇ ਚਾਰੇ ਹੀ ਧਿਰਾਂ ਬਾਕੀ ਛੋਟੀਆਂ ਛੱਡ ਲਈਆਂ, ਉਹਨਾਂ ਦੇ ਮਗਰ ਜੇ ਸਾਰਾ ਹੀ ਯੂਪੀ ਆ ਤੇ ਇਹ 40% ਕਿੱਥੇ ਆਵੇ? ਯਾਨੀ ਤੁਹਾਡੇ ਮਗਰ ਜੇ 15% ਵੋਟਾਂ ਲਈਏ, ਤੁਹਾਡੀਆਂ ਚਾਹੁੰਦੀਆਂ 60% ਬਣ ਜਾਂਦੀਆਂ। ਯਾਨੀ ਤੁਹਾਡੇ ਮਗਰ 15% ਵੀ ਉੱਤਰ ਪ੍ਰਦੇਸ਼ ਨਹੀਂ ਹੈਗਾ। ਤੇ ਇੱਕ ਵੀ ਲੀਡਰ ਦਾ ਬਿਆਨ ਇਹ ਨਹੀਂ ਆਇਆ ਕਿ ਅਸੀਂ ਆਉਣ ਵਾਲੇ ਸਮੇਂ 'ਚ ਵਿਚਾਰ ਕਰਾਂਗੇ, ਚਰਚਾ ਕਰਾਂਗੇ ਕਿ 40% ਵੋਟਰ ਵੋਟਾਂ ਪਾਉਣ ਦੇ ਲਈ ਕਿਉਂ ਨਹੀਂ ਮੈਦਾਨ 'ਚ ਆ ਰਿਹਾ। ਸੰਧਾਲੀਆ ਸਾਹਿਬ 59 ਸੀਟਾਂ ਤੇ ਵੋਟਾਂ ਸੀ, ਪਿਛਲੀ ਵਾਰ 51 ਸੀਟਾਂ 59 ਦੇ ਵਿੱਚੋਂ ਬੀਜੇਪੀ ਨੇ ਜਿੱਤੀਆਂ ਸੀ। ਉਹਨਾਂ ਦੇ ਲਈ ਉਹ 51 ਬਰਕਰਾਰ ਰੱਖਣੀਆਂ ਬਹੁਤ ਵੱਡੀ ਚੁਣੌਤੀ ਹੈ। 4 ਸੀਟਾਂ ਸਮਾਜਵਾਦੀ ਪਾਰਟੀ ਕੋਲ, 2-2 ਸੀਟਾਂ ਕਾਂਗਰਸ ਤੇ ਬਸਪਾ ਦੇ ਕੋਲ ਸੀ। ਪਰ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਵੋਟਿੰਗ ਘੱਟ ਹੋਈ ਹੈ, ਜੇ ਕੋਈ ਸਰਕਾਰ ਤੋਂ ਗੁੱਸੇ ਵੀ ਹੋਇਆ ਤਾਂ ਵੋਟ ਪਾਉਣ ਨਹੀਂ ਗਿਆ। ਕਈ ਲੋਕ ਇਹ ਕਹਿੰਦੇ ਨੇ ਕਿ ਭਾਈ ਜਿਹੜੇ ਬੰਦੇ ਗੁੱਸੇ ਸੀ ਉਹ ਤਾਂ ਵੋਟਾਂ ਪਾਉਣਾ, ਇਹ ਸਰਕਾਰ ਵਾਲੇ ਬੰਦੇ ਨਹੀਂ ਆਏ। ਹੁਣ ਜੇ ਚੌਥੇ ਪੜਾਅ 'ਚ, ਕਿਉਂਕਿ ਲਖੀਮਪੁਰ ਖੀਰੀ ਵੀ ਇਹਦੇ ਵਿੱਚ ਹੀ ਸੀ, ਹੋਰ ਕਈ ਅਹਿਮ ਇਲਾਕੇ 'ਚ ਸਭ ਤੋਂ ਵੱਧ ਵੋਟਿੰਗ ਇਸ ਫੇਜ਼ ਵਿੱਚ ਲਖੀਮਪੁਰ ਖੀਰੀ 'ਚ ਹੋਈ ਹੈ, ਤੇ ਉੱਥੋਂ ਜਿਹੜਾ ਖੜਾ ਹੋਇਆ ਉਹ ਹੁਣ ਬਹਿ ਹੀ ਗਿਆ ਹੋਣਾ। ਨਹੀਂ ਬਹਿ ਗਿਆ ਹੋਣਾ, ਪਰ ਇੱਕ ਗੱਲ ਦੇਖੋ ਨੋਟ ਕਰਨ ਵਾਲੀ, ਮੋਟੀਆਂ 4 ਧਿਰਾਂ ਹੋ ਗਈਆਂ, ਕਾਂਗਰਸ ਹੋ ਗਈ, ਭਾਜਪਾ ਹੋ ਗਈ, ਸਮਾਜਵਾਦੀ ਪਾਰਟੀ ਤੇ ਬਸਪਾ। ਹੁਣ ਇਹਨਾਂ ਚੌਹਾਂ ਨੂੰ ਮਿਲਾਈਏ ਤੇ 15 24 60 ਐਵਰੇਜ, ਮਤਲਬ 15% ਚੌਹਾਂ ਧਿਰਾਂ ਦੀਆਂ ਵੋਟਾਂ, 60% ਵੋਟਾਂ ਪੈ ਗਈਆਂ। ਹੁਣ ਇਹਦਾ ਮਤਲਬ ਵੀ 15% ਉਹਨਾਂ ਚੋਂ ਕਿਸੇ ਪਾਰਟੀ ਨੂੰ ਹੋ ਸਕਦਾ ਵੋਟਾਂ ਪੈ ਗਈਆਂ, ਜੇ ਆਪਾਂ ਬਰਾਬਰ ਵੀ ਵੰਡ ਦਿੰਦੇ, ਤੇ 40% ਉਹ ਲੋਕ ਨੇ ਜਿਹੜੇ ਇਹਨਾਂ ਚੌਹਾਂ ਨੂੰ ਨਹੀਂ ਚਾਹੁੰਦੇ ਵੀ ਯਾਰ ਕੋ ਆਵੇ, ਵੱਧ ਨੇ ਉਹ, ਹੈ ਨਾ। ਇਹਦੇ ਬਾਵਜੂਦ ਵੀ ਇਹਨਾਂ ਦੇ ਵਿੱਚੋਂ ਕਿਸੇ ਨਾ ਕਿਸੇ ਇੱਕ ਧਿਰ ਨੂੰ ਜਿਹੜਾ ਉਹ ਬਹੁਮਤ ਮਿਲ ਜਾਣਾ, ਤੇ ਉਹ ਕਿਸੇ ਨੇ ਆਖਣਾ ਲੈ ਵੇਖਿਆ ਫਿਰ ਆਪਾਂ ਲੋਕਾਂ ਦੇ ਲੀਡਰ ਹੁੰਦੇ ਆ। ਹੁਣ ਜਦੋਂ ਇਸ ਚੀਜ਼ ਦੇ ਉੱਪਰ ਕੋਈ ਸਵਾਲ ਚੁੱਕਦਾ ਵੀ ਯਾਰ ਭਾਈ ਸਾਹਿਬ ਇਹ ਕਿਹੜਾ ਤੰਤਰ ਹੈ ਜਿਹਦੇ ਹਿਸਾਬ ਨਾਲ ਤੁਸੀਂ ਇਸ ਚੀਜ਼ ਦਾ ਫੈਸਲਾ ਕਰ ਦਿੰਦੇ ਵੀ ਲੋਕ ਵਾਕਿਆ ਹੀ ਚਾਹੁੰਦੇ ਵੀ ਇਹ ਬੰਦਾ ਸਾਡਾ ਲੀਡਰ ਚਾਹੀਦਾ, ਫਿਰ ਅਗਲੇ ਬੰਦੇ ਦੇ ਲੈ ਤੂੰ ਹੁਣ ਇਦਾਂ ਕਰੇਗਾ। ਸੋਚਣ ਵਾਲੀ ਗੱਲ ਆ। ਨਹੀਂ ਸੰਧਾਲੀਆ ਸਾਹਿਬ ਗੱਲ ਤੁਹਾਡੀ ਠੀਕ ਹੈ। ਮੇਰਾ ਨਾ ਇੱਕ ਮਨ 'ਚ ਸੀਗਾ, ਮੈਂ ਅਖਬਾਰਾਂ ਦੇਖਾਂ ਪਿਛਲੇ 2-3 ਦਿਨਾਂ ਦੀਆਂ ਅਖਬਾਰਾਂ ਦੇਖੀਆਂ, ਮੈਨੂੰ ਉਦੋਂ ਹਿਰਖ ਆਇਆ ਅਖਬਾਰਾਂ ਵਾਲਿਆਂ ਤੇ ਤੁਹਾਡੇ ਨਾਲ ਥੋੜੀ ਜਿਹੀ ਉੱਦਾਂ ਹੋਇਆ। ਆਪਣੱਤ ਨਹੀਂ ਹੁੰਦੀ, ਭਾਵ ਆਪਣਿਆਂ ਦੀ ਹੁੰਦੀ, ਮਾੜਾ ਹੋਵੇ ਬੰਦਾ ਤਾਂ ਵੀ ਰਹਿੰਦਾ ਆਪਣਾ ਹੀ ਆ। ਉੱਥੇ ਲੱਗੀਆਂ ਜੀ ਇਸ ਪਾਰਟੀ ਦੇ ਆਹ ਉਮੀਦਵਾਰ ਵੋਟਾਂ ਤੋਂ ਬਾਅਦ ਪਰਿਵਾਰ ਦੇ ਨਾਲ ਸਮਾਂ ਬਿਤਾਉਂਦੇ ਹੋਏ ਫਿਰ ਇਹ ਪਹਾੜਾਂ ਤੇ ਮੈਂ ਜ਼ਰੂਰ ਲੱਭਾਂ ਕਿ ਇੱਥੇ ਕਿਤੇ ਫੋਟੋ ਲੱਗੇ ਹੋਏ ਸੰਧਾਲੀਆ ਸਾਹਿਬ ਗੰਨੇ ਚੂਪਦੇ ਹੋਏ ਵੋਟਾਂ ਤੋਂ ਬਾਅਦ, ਪਰ ਤੁਹਾਡੀ ਫੋਟੋ ਹੀ ਹੈ ਨਾ। ਇਹ ਦੇਖੋ ਅਜੇ ਥੋੜਾ ਜਾਣਾ ਹੈ, ਅੱਛਾ ਅਸੀਂ ਤਾਂ 10 ਤੋਂ ਬਾਅਦ ਜਾਣਾ। ਹਾਂ, ਉਹਦੇ ਵਿੱਚ ਵੈਸੇ ਕੈਪਸ਼ਨ ਮੈਂ ਗਲਤ ਕਹਿ ਗਿਆ, ਸੰਧਾਲੀਆ ਸਾਹਿਬ ਕਿਸੇ ਦੀ ਟਰਾਲੀ ਚੋਂ ਕੱਢ ਕੇ ਗੰਨੇ ਚੂਪਦੇ ਹੋਏ, ਕਿਉਂਕਿ ਲੀਡਰਾਂ ਨੇ ਆਪਣੇ ਕਿਸੇ ਦੀ ਟਰਾਲੀ ਗੰਨੇ ਖਿੱਚ ਕੇ ਚੂਪਦੇ। ਇਹ ਤਾਂ ਚਲੋ ਹੁਣ ਕਰਨਾ ਹੀ ਪੈਣਾ, ਉਹ ਤੋਂ ਬਿਨਾਂ ਹੱਲ ਵੀ ਕੋਈ ਨਹੀਂ ਹੈਗਾ। ਇਸ ਕਰਕੇ 10 ਤਰੀਕ ਤੱਕ ਜਿਹੜਾ ਉੱਪਰੋਂ ਆਪਾਂ ਨੂੰ ਜਾਪਦਾ ਵੀ ਲੀਡਰ ਰਿਲੈਕਸ ਕਰ ਰਿਹਾ, ਰਿਲੈਕਸ ਕੋਈ ਨਹੀਂ ਕਰ ਰਿਹਾ। ਅੰਦਰ ਖਾਤੇ ਇੱਧਰੋਂ ਉੱਧਰੋਂ ਜੋੜ ਤੋੜ ਹੋ ਰਹੇ ਆ। ਹੋ ਸਕਦਾ ਕਈਆਂ ਬੰਦਿਆਂ ਨੇ ਹਾਮੀ ਭਰਤੀ ਹੋਵੇ ਕਿ ਵੀ ਠੀਕ ਆ ਜੀ, ਜੇ ਤੇ ਇੱਥੇ ਕਿ ਜੇ ਆ ਗਈ ਗੱਲ ਤੇ ਫਿਰ ਆਪਾਂ ਤੁਹਾਡੇ ਨਾਲ ਹੀ ਆ। ਉਹ ਕਹਿੰਦੇ ਯਾਰ ਜੇ ਇੱਦਾਂ ਕਰੇ ਤੇ ਫਿਰ ਉਹ ਤੋੜ ਨਹੀਂ ਜੀ, ਟੈਨਸ਼ਨ ਨਾ ਲਓ, ਫਲਾਨਾ ਵੀ ਆਪਣੇ ਨਾਲ ਹੀ ਆ, ਬਸ ਤੁਸੀਂ ਰੱਖਿਓ ਥੋੜ੍ਹਾ ਜਿਹਾ ਖਿਆਲ। ਇਹ ਅਸੀਂ ਤਾਂ ਕਰਕੇ ਕਹਿ ਰਹੇ ਹਾਂ, ਜੇ ਤੁਹਾਨੂੰ ਸਾਡੀ ਗੱਲ 'ਤੇ ਯਕੀਨ ਨਹੀਂ ਤੇ 2017 ਤੋਂ ਬਾਅਦ 22 ਦੀਆਂ ਇਲੈਕਸ਼ਨਾਂ ਤੱਕ ਚੁਣੇ ਹੋਏ ਨੁਮਾਇੰਦੇ ਕਿੱਧਰੋਂ ਕਿੱਧਰ ਗਏ ਸੀ ਇਹਦਾ ਅੰਦਾਜ਼ਾ ਲਾ ਲਓ, ਤੇ ਜਦੋਂ ਦੀਆਂ ਇਲੈਕਸ਼ਨਾਂ ਅਨਾਊਂਸ ਹੋਈਆਂ ਨੇ ਉਦੋਂ ਬਾਅਦ ਚੁਣੇ ਹੋਏ ਨੁਮਾਇੰਦੇ ਕਿੱਧਰੋਂ ਕਿੱਧਰ ਨੂੰ ਗਏ ਉਹਦਾ ਅੰਦਾਜ਼ਾ ਲਾ ਲਓ। ਤੇ ਜੇ ਬਿਲਕੁਲ ਹੀ ਯਕੀਨ ਨਹੀਂ ਆਉਂਦਾ ਤੇ ਜਦੋਂ ਦੀ 14 ਤੋਂ ਲੈ ਕੇ ਹੁਣ ਤੱਕ ਮੋਦੀ ਸਾਹਿਬ ਦੀ ਕੇਂਦਰ 'ਚ ਸਰਕਾਰ ਬਣੀ ਤੇ ਵੱਖ-ਵੱਖ ਸਟੇਟਾਂ 'ਚ ਹੋਈਆਂ ਵਿਧਾਨ ਸਭਾ ਚੋਣਾਂ ਦਾ ਇਤਿਹਾਸ ਦੇਖ ਲਓ ਜੀ ਵੀ ਕਿੱਧਰੋਂ ਕਿੱਧਰ ਨੂੰ ਜਾਂਦਾ ਹੁੰਦਾ ਕੰਮ। ਐਂਡ ਸੇਮ ਸਿਚੁਏਸ਼ਨ ਇਸ ਵਕਤ ਪੰਜਾਬ 'ਚ। ਬਾਕੀ ਸੰਧਾਲੀਆ ਸਾਹਿਬ
ਕੋਈ ਖਰੀਦਦਾ ਨਹੀਂ ਹੁੰਦਾ, ਬੰਦਾ ਆਪ ਵੀ ਵਿਕਣ ਨੂੰ ਤਿਆਰ ਹੁੰਦਾ। ਆਪ ਹੀ ਵਿਕਣ ਨੂੰ। ਤੁਸੀਂ ਦੇਖੋ ਨਾ ਕਿ ਭਾਰਤ ਮਹਾਨ ਕਿੰਨਾ ਵਧੀਆ। ਕੋਈ ਕਹੀ ਹੋਗਾ ਜੀ ਸਾਡੇ ਇੱਥੇ ਕਿੱਦਾਂ ਨਹੀਂ ਪਤਾ ਲੱਗਦਾ। ਆ 2007-8 ਦੀਆਂ ਗੱਲਾਂ, ਇੱਕ ਕਾਨੂੰਨ ਬਣਿਆ ਕਿ ਜਿਹੜੇ ਉਦਯੋਗ ਨੇ ਉਹਨਾਂ ਨੂੰ ਕੋਲਾ ਦੇਣਾ ਹੀ। ਦੇਖੋ ਕਿੱਦਾਂ ਤੁਸੀਂ ਛੋਟੀ ਚੀਜ਼ ਸੀ, ਲੁਕੋ ਵੀ ਲੈ, ਏਡੀ ਵੱਡੀ ਗੱਲ ਕਰਨ ਦੀ ਲੋੜ ਥੋੜੀ ਸੀ। 60 ਲੱਖ ਟਨ ਸਾਰਾ ਕੋਲਾ, ਸਿਰਫ 60 ਲੱਖ ਟਨ, ਜਾਨੀ ਜੇਬ 'ਚ ਹੀ ਪੈ ਜਾਂਦਾ ਹੋਣਾ। ਉਹ ਕੋਲਾ ਹੁਣ ਪਤਾ ਲੱਗਾ 6,000 ਕਰੋੜ ਦਾ ਬਣਦਾ। ਉਹ ਖਾਣ 'ਚੋਂ ਕੱਢਿਆ ਤੇ ਨਾ ਭਰ ਦਿੱਤੇ। ਉੱਥੇ ਕਿੱਥੇ ਜਾਣਾ ਜੀ? ਐਸ ਕੰਪਨੀ ਨੂੰ ਜਾਣਾ, ਐਸ ਉਦਯੋਗ ਨੂੰ ਜਾਣਾ, ਉਹਨਾਂ ਨੂੰ ਕੋਲੇ ਦੀ ਲੋੜ ਹੈ। ਤੇ ਪਤਾ ਨਹੀਂ ਕਿਹੜੀ ਰੇਲ ਗੱਡੀ ਦੇ ਵਿੱਚ ਭਰ ਕੇ ਦੂਜੇ ਸੂਬਿਆਂ ਦੇ ਵਿੱਚ 4 ਗੁਣਾ ਮਹਿੰਗਾ ਵੇਚਦੇ ਰਹੇ। ਹੁਣ ਆ ਕੇ ਪਤਾ ਲੱਗਾ ਜੀ, ਉਹਨਾਂ ਨੂੰ ਕਹਿੰਦੇ ਤੁਹਾਡੇ ਨਾਂ ਤੇ ਕੋਲਾ ਜਾਂਦਾ ਜੀ, ਤੁਹਾਡੇ ਚੈੱਕ ਵੀ ਆਉਂਦੇ ਹੋ। ਕਹਿੰਦੇ ਜੀ ਸਾਨੂੰ, ਅਸੀਂ ਤਾਂ ਕੋਲਾ ਕਦੀ ਦੇਖਿਆ ਵੀ ਨਹੀਂ, ਕਿਉਂਕਿ ਕੋਲੇ ਦੀ ਦਲਾਲੀ 'ਚ ਮੂੰਹ ਕਾਲਾ ਹੁੰਦਾ। ਉਹ ਕਹਿੰਦੇ ਮੂੰਹ ਕਾਲਾ ਤੁਹਾਡਾ ਹੁੰਦਾ, ਅਸੀਂ ਪਰਨਾ ਮੰਨ ਲਈਦਾ ਮੂੰਹ ਦੇ ਉੱਤੇ ਉਸ ਵੇਲੇ। ਯਾਨੀ 6,000 ਕਰੋੜ ਦਾ ਕੋਲਾ 14-15 ਸਾਲ ਪਤਾ ਹੀ ਨਹੀਂ ਲੱਗਾ ਕਿ ਕਿਹੜੀ ਇੰਡਸਟਰੀ ਦੇ ਨਾਂ ਦੇ ਉੱਤੇ ਖੱਡ ਦੇ ਵਿੱਚੋਂ ਕੱਢ ਕੇ ਤੇ ਕਿੱਥੇ ਵੇਚਦੇ ਰਹੇ। ਉਹ 6,000 ਕਰੋੜ ਕੋਈ ਨਾ ਕੋਈ ਤਾਂ ਕਿਤੇ ਲਾਊਗਾ ਹੀ, ਜਿੱਥੇ ਕਦੇ ਕੋਈ ਸਪੈਕਟਰਮ ਘਟਾਲਾ, ਕਦੇ ਕੋਈ ਘਟਾਲਾ। ਤੇ ਜੇ 6,000 ਕਰੋੜ ਦਾ ਇੱਕ ਹੋਰ ਘਟਾਲਾ ਨਿਕਲਿਆ, ਉਹ ਮਹਾਰਾਜ ਜਿੱਥੇ 60 ਲੱਖ ਟਨ ਕੋਲਾ ਨਹੀਂ ਲੱਭਾ, ਉੱਥੇ MLA ਲੱਭਣਗੇ ਜੀ। ਮੈਂ ਮੋਟਾ ਜਿਹਾ ਅੰਦਾਜ਼ਾ ਲਾਉਂਦਾ ਵੀ ਜੇ ਮੰਨ ਲਓ 6 ਟਨ ਵੀ ਇੱਕ ਗੱਡੀ 'ਚ ਪਾਈਏ ਤੇ 6 ਲੱਖ ਟਨ ਆ, ਇਹਦਾ ਮਤਲਬ ਲੱਖ ਟਰੱਕ ਹੋ ਗਿਆ 6 ਟਨ ਦਾ। ਲੱਖ ਟਰੱਕ ਜਿਹੜਾ ਉਹ ਕੋਲੇ ਦਾ ਇੱਕ ਪਾਸਿਓਂ ਦੂਜੇ ਥਾਂ ਪਿਆ, ਤੇ ਕਿਸੇ ਨੂੰ ਭਿਣਕ ਨਹੀਂ ਲੱਗੇ ਵੀ ਯਾਰ 1 ਲੱਖ ਟਰੱਕ ਕੋਲੇ ਦਾ ਭਰਿਆ ਕਿੱਧਰ ਚਲ ਗਿਆ। ਸੰਧਾਲੀਆ ਸਾਹਿਬ, ਹੁਣ ਤੁਸੀਂ ਦੇਖੋ ਵੀ ਐਸ ਲੈਵਲ ਦੀ ਸਾਡੀ ਕਲਾਕਾਰੀ ਹੈ ਤੇ ਤੁਸੀਂ ਭਾਲਦੇ ਹੋ ਵੀ ਨਹੀਂ, ਮੈਂ ਅੱਜ ਹਿਸਾਬ ਲਾ ਲਿਆ ਵੀ ਸਾਡਾ ਕੱਖ ਨਹੀਂ ਬਣਨਾ। ਮੈਂ ਬਣ ਦੇਣੇ ਨਹੀਂ, ਆਪਣੇ ਦੋਨਾਂ ਚੋਂ ਵੀ ਮੇਰਾ ਕੱਖ ਨਹੀਂ ਬਣਨਾ। ਪਤਾ ਕਿਉਂ? ਇਦਾਂ ਕਿਉਂ? ਤੁਸੀਂ ਕੋਲੇ ਦੀ ਵੀ ਗੱਲ ਕੀਤੀ ਤੇ ਤੁਹਾਡੇ ਮਨ ਦੇ ਵਿੱਚ ਟਰੱਕ ਆਇਆ, ਮੈਂ ਕਹਣਾ ਕਿੰਨੇ ਟੋਕਰੇ ਭਰ ਜਾਣਗੇ। ਉਹੀ ਤੁਸੀਂ ਤੇ ਜੇਬ ਤੇ ਸੀਗੇ, ਇਹ ਟੋਕਰੇ ਤੇ ਹੋਣਾ ਹੈ, ਮੇਰੇ ਨਾਲ ਰਹਿ ਗਏ। ਨਹੀਂ, ਉਹ ਮੰਗ ਲਈਦਾ, ਕੋਈ ਗੱਲ ਨਹੀਂ, ਟਰਾਲੀ ਤੱਕ ਤੇ ਲਿਆਵਾਂਗੇ ਨਾ ਤੁਹਾਨੂੰ। ਬਾਕੀ ਸੰਧਾਲੀਆ ਸਾਹਿਬ, ਚਲੋ ਬਾਕੀ ਗੱਲਾਂ ਦੀਆਂ ਗੱਲਾਂ। ਯੂਕਰੇਨ ਦੇ ਵਿੱਚ ਹਾਲਾਤ ਮਾੜੇ ਨੇ। ਦੇਖੋ ਉਹਨਾਂ ਦੇ ਰੂਸ ਨੇ ਉਹਨਾਂ ਦੇ 2 ਸੂਬਿਆਂ ਨੂੰ ਕਹਿਤਾ ਜੀ ਵੱਖਰੇ ਦੇਸ਼, ਫੌਜਾਂ ਟੈਂਕ ਤੋਪਾਂ ਉਧਰਲੇ ਪਾਸੇ ਤੋਰ ਦਿੱਤੀਆਂ। ਜਿਹੜੇ ਵਿਦਿਆਰਥੀ 20,000 ਦੇ ਕਰੀਬ ਭਾਰਤ ਦੇ ਫਸੇ ਆ, ਉਹਨਾਂ ਦੇ ਵਿੱਚੋਂ ਕੁਝ ਸੈਂਕੜੇ ਆ ਗਏ। ਪੰਜਾਬ ਦੇ ਵਿੱਚ ਜਲੰਧਰ ਜ਼ਿਲ੍ਹੇ 'ਚੋਂ ਇੱਕੋ ਹੀ ਪਰਿਵਾਰ ਦੇ 3 ਬੱਚੇ ਆ ਉੱਥੇ। ਹੁਣ 2 ਬੱਚੀਆਂ ਨੇ, 1 ਬੱਚੇ, ਤਿੰਨੋਂ ਡਾਕਟਰੀ ਕਰਨ ਗਏ ਤੇ ਆਪਦਾ ਪਰਿਵਾਰ ਵੀ ਉਹਨਾਂ ਦਾ ਡਾਕਟਰਾਂ ਦਾ। ਉਹ ਕਹਿੰਦੇ ਜੀ ਨੀਂਦ ਨਹੀਂ ਆਉਂਦੀ ਸਾਰੀ ਰਾਤ। ਤੁਸੀਂ ਇਹ ਦੇਖੋ ਕਿ ਆਮ ਬੰਦੇ ਦੇ ਲਈ, ਅੱਜ ਸਵੇਰੇ ਵੀ ਕੋਈ ਬੰਦਾ ਕਮੈਂਟ ਕਰਦਾ ਸੀ ਯਾਰ ਤੁਹਾਨੂੰ ਬਹੁਤ ਫਿਕਰ ਆ ਇੱਥੇ ਬੈਠਿਆਂ ਨੂੰ, ਰੂਸ, ਯੂਕਰੇਨ, USA ਜੋ ਮਰਜ਼ੀ ਕਰਦੇ ਰਹਿਣ। ਭਾਈ ਉਹਨਾਂ 20,000 ਪਰਿਵਾਰਾਂ ਦਾ ਤਾਂ ਫਿਕਰ ਹੀ ਹੈ। ਖਾਸ ਤੌਰ ਦੇ ਉੱਤੇ ਯੂਕਰੇਨ ਜਿਹਦੀ ਧਰਤੀ ਦੇ ਉੱਤੇ ਤੇ ਜਿਹਦੀ ਹਿੱਕ ਦੇ ਉੱਤੇ ਕਹਿ ਦਈਏ ਕਿ ਟੈਂਕ ਤੁਰੇ ਫਿਰਦੇ ਆ, ਭਾਵੇਂ ਅਜੇ ਪੂਰੀ ਲੜਾਈ ਨਹੀਂ ਲੱਗੀ ਪਰ ਅਸਾਰ ਤਾਂ ਬਣ ਗਿਆ ਨਾ। ਉਹ ਯੂਕਰੇਨ ਦੇ ਵਿੱਚ ਹੋ ਸਕਦਾ ਕਿਸੇ ਨੇ ਹੁਣੇ ਘਰ ਬਣਾਇਆ ਹੋਵੇ, ਕਿਸੇ ਨੂੰ ਹੁਣੇ ਨੌਕਰੀ ਮਿਲੀ ਹੋਵੇ, ਕਿਸੇ ਨੇ ਹੁਣੇ ਕੋਈ ਛੋਟੀ ਜਿਹੀ ਦੁਕਾਨ ਪਾਈ ਹੋਵੇ। ਉਹ ਬੰਦੇ ਦਾ ਧੰਦਾ ਤਾਂ ਗਿਆ ਨਾ। ਸਾਰੀ ਦੁਨੀਆ ਦੇ ਵਿੱਚ ਜਿਹੜੀਆਂ ਤੇਲ ਦੀਆਂ ਕੀਮਤਾਂ ਚੱਕ ਹੋ ਗਈਆਂ, ਯਾਨੀ ਜੇ ਕਿਸੇ ਬੰਦੇ ਨੂੰ ਲੱਗਦਾ ਨਾ ਕਿ ਮੈਂ ਤਰਨਤਾਰਨ ਜ਼ਿਲ੍ਹੇ ਦੇ ਇਸ ਪਿੰਡ ਦੇ ਵਿੱਚ ਬੈਠਾ ਤਾਂ ਮੈਨੂੰ ਕੀ, ਉਹ ਤੁਹਾਡੀ ਰਸੋਈ ਦੇ ਵਿੱਚ ਵੀ ਜਿਹੜੀ ਸਮਾਨ ਆਉਣਾ ਉਹਦੀਆਂ ਕੀਮਤਾਂ ਵੀ ਚੱਕ ਹੋ ਜਾਣੀਆਂ। ਤੇ ਹੁਣ ਅਮਰੀਕਾ ਨੇ ਵੀ ਰੂਸ ਤੇ ਪਾਬੰਦੀਆਂ ਲਾਉਣੀਆਂ ਸ਼ੁਰੂ ਕਰਤੀਆਂ, ਬ੍ਰਿਟੇਨ ਨੇ ਵੀ ਲਾਉਣੀਆਂ ਸ਼ੁਰੂ ਕਰਤੀਆਂ, ਯੂਰਪੀਅਨ ਯੂਨੀਅਨ ਵਾਲੇ ਵੀ ਸੋਚੀ ਜਾਂਦੇ ਆ। ਪਰ ਫਿਰ ਵੀ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਔਖਾ ਯੂਕਰੇਨ ਦੇ ਲੋਕਾਂ ਦਾ, ਜਿਹਦੀ ਹਿੱਕ ਤੇ ਜੰਗ ਲੜੀ ਜਾਣੀ ਹੈ। ਬਿਲਕੁਲ ਲੜੀ ਜਾਣੀ ਆ। ਵੈਸੇ ਵੀ ਉਹਨਾਂ ਨੇ ਆਪਣੇ ਵੱਲੋਂ ਮੇਰਾ ਖਿਆਲ 30 ਦਿਨਾਂ ਦੀ ਐਮਰਜੈਂਸੀ ਦਾ ਐਲਾਨ ਕੀਤਾ। ਨਾਲ ਇਹ ਵੀ ਕਿਹਾ ਲੋਕਾਂ ਨੂੰ ਵੀ ਤੁਸੀਂ ਭਾਈ ਰਫਲਾਂ ਰੱਖ ਲਓ ਜੀ, ਤੁਹਾਡੇ ਕੋਲੇ ਹੈਗੀਆਂ ਤਾਂ ਕੱਢ ਲਓ, ਆਪਾਂ ਨੂੰ ਹੋ ਸਕਦਾ ਇਕੱਲੇ ਨਿਆਣੇ ਨੂੰ ਲੜਨਾ ਪਵੇ ਜੀ। ਪਰ ਮੈਂ ਸੋਚਿਆ ਵੀ ਦੇਖੋ ਲੀਡਰ ਉੱਥੇ ਵੀ ਇੱਕੋ ਜਿਹੀ ਹੈ। ਉਹ ਵੀ ਕਹਿੰਦੇ ਵੀ ਹਾਂ ਲੋਕ ਹੀ ਰਫਲਾਂ ਚੱਕ ਲੈਣ, ਅਸੀਂ ਬਸ ਇੱਥੇ ਬਹਿ ਕੇ ਆਪਣੇ ਵੱਲੋਂ ਹੁਕਮ ਹੀ ਚਾੜ ਦਿੱਤਾ ਜੀ। ਇੱਕ ਵਾਰ ਰਿਪੋਰਟ ਜੀ ਦੇਖਦਾ ਪਿਆ ਸੀ, ਉਹ ਵਿਚਾਰੇ ਹੈ ਤਾਂ ਉੱਥੇ ਮਾਤੜੀ, ਉਹ ਹੁਣ ਮਾਤੜ ਸਾਥੀ ਜਿਹੜੇ ਵਿਚਾਰੇ ਉਹ ਭੋਰਿਆਂ 'ਚ ਜਿਹੜੇ ਥੱਲੇ ਬੇਸਮੈਂਟਾਂ ਠੰਡੀਆਂ ਮਾੜਾ ਮੋਟ ਸਮਾਨ ਰੱਖਣ ਹੁੰਦੇ, ਉੱਥੇ ਨਿਆਣੇ ਵਾੜ ਕੇ 3-3 ਰਜਾਈਆਂ ਦੇ ਕੇ ਉਹਨਾਂ ਨੂੰ ਉਹ ਟਾਈਮ ਪਾਸ ਕਰ ਰਹੇ ਆ ਵੀ ਯਾਰ ਇਸ ਠੰਡ 'ਚ ਉਹ ਜਾਣੇ ਜੇ ਉੱਤੋਂ ਗੋਲੀ ਨਾਲ ਨਾ ਮਰੇ ਤਾਂ ਪਤਾ ਨਹੀਂ ਠੰਡ ਨਾਲ ਨਾ ਮਰ ਜੀ, ਜੇ ਠੰਡ ਤੋਂ ਵੀ ਬਚ ਗਏ ਤੇ ਉਹ ਪਤਾ ਨਹੀਂ ਕੁਝ ਖਾਣ ਨੂੰ ਮਿਲੇ ਕਿ ਨਾ ਮਿਲੇ। ਮੇਰਾ ਖਿਆਲ ਇਨਸਾਨੀਅਤ ਦੇ ਨਾਤੇ ਉਹ ਦਰਦ ਤੇ ਸਮਝਣਾ ਚਾਹੀਦਾ। ਜਦੋਂ ਆਪਾਂ ਇਹ ਗੱਲ ਕਰਦੇ ਨੇ ਲੈ ਅਸੀਂ ਸਾਨੂੰ ਕੀ, ਉਹ ਸ਼ਾਇਦ ਸਾਨੂੰ ਕੀ ਦਾ ਫਰਕ ਇੰਨਾ ਹੀ ਆ ਵੀ ਜੇ ਤਾਂ ਕੋਈ ਬੰਦਾ ਸੰਵੇਦਨਸ਼ੀਲ ਹੋਵੇ ਤੇ ਉਹਨੂੰ 7 ਸਮੁੰਦਰ ਪਾਰ ਵੀ ਫਰਕ ਪੈਂਦਾ, ਤੇ ਜੇ ਕੋਈ ਨਾ ਸੰਵੇਦਨਸ਼ੀਲ ਹੋਵੇ ਤੇ ਭਾਵੇਂ ਗੁਆਂਢ 'ਚ ਕੁਝ ਹੋਈ ਜਾਵੇ ਤਾਂ ਵੀ ਲੋਕਾਂ ਦੇ ਲੈ ਸਾਨੂੰ। ਇਹ ਗੱਲ ਤੁਹਾਡੀ ਸੰਧਾਲੀਆ ਸਾਹਿਬ ਠੀਕ ਹੈ। ਬਾਕੀ ਭਾਰਤ ਦੇ ਲਈ ਵੀ ਬਹੁਤ ਮੁਸ਼ਕਲ ਭਰਪੂਰ ਦਿਨ ਹੈ। ਉਹਦਾ ਕਾਰਨ ਕੀ ਹੈ ਕਿ ਚੀਨ ਰੂਸ ਦੀ ਪਿੱਠ ਤੇ ਹੈ। ਚੀਨ ਨਾਲ ਸਾਡੇ ਸੰਬੰਧ ਕਿੱਦਾਂ ਦੇ ਆਪਾਂ ਸਾਰਿਆਂ ਨੂੰ ਪਤਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰੂਸ ਗਏ, ਚਾਹੇ ਕੁਝ ਲੈਣ ਹੀ ਗਏ ਹੋਣਗੇ ਆਰਥਿਕ ਤੌਰ ਤੇ ਮਦਦ, ਪਰ ਕਹਿ ਕੇ ਵੀ ਆਏ ਹੋਣਗੇ ਨਾ ਤੁਹਾਡੇ ਨਾਲ। ਤੇ ਭਾਰਤ ਦੇ ਲਈ ਬਹੁਤ ਔਖਾ ਕਿ ਉਹ ਯੂਕਰੇਨ ਜਾਣੀ ਕਿ USA ਵਾਲੇ ਪਾਸੇ ਖੜੇ ਕਿ ਰੂਸ ਵਾਲੇ ਪਾਸੇ ਖੜੇ ਜਾਂ ਆਰਾਮ ਨਾਲ ਰਵੇ। ਜੇ ਮੰਨ ਲਓ ਕਿਸੇ ਪਾਸੇ ਵੀ ਨਹੀਂ ਖੜਦਾ, ਫਿਰ ਵੀ ਭਲਕ ਨੂੰ ਜੇ ਚੀਨ ਜਾਂ ਪਾਕਿਸਤਾਨ ਵਾਲੇ ਕਿਸੇ ਪਾਸਿਓਂ ਕੋਈ ਗੱਲ ਹੋਊਗੀ ਤਾਂ ਅਗਲਾ ਫਿਰ ਉਹਨਾਂ ਦੇ ਨਾਲ ਖੜੂਗਾ ਜਿਹੜੇ ਉਹਦੇ ਨਾਲ ਖੜੇ ਨੇ। ਇਸ ਕਰਕੇ ਭਾਈ ਰੂਸ ਤੋਂ ਸੜਕੀ ਰਸਤਾ ਲਾ ਲਓ ਜਾਂ ਜ਼ਮੀਨੀ ਪੱਧਰ ਦੇ ਉੱਤੇ ਚੀਨ ਵੀ ਲੱਗਦਾ, ਚੀਨ ਦੇ ਨਾਲ ਪਾਕਿਸਤਾਨ ਵੀ ਲੱਗਦਾ। ਤੇ ਜਿਹੜਾ ਬੰਦਾ ਕੱਲ੍ਹ ਤੁਹਾਡਾ ਮਿੱਤਰ ਹੁੰਦਾ ਸੀ
ਉਹ ਜੇ ਅੱਜ ਦੂਜੇ ਪਾਸੇ ਖੜ ਜੂਗਾ ਤਾਂ ਕੰਮ ਥੋੜਾ ਜਿਹਾ ਔਖਾ ਹੋ ਜਾਣਾ। ਭਾਰਤ ਦੀ ਸਰਕਾਰ ਦੇ ਲਈ ਬਹੁਤ ਸੋਚ ਵਿਚਾਰ ਕੇ ਵਿਚਾਲੇ ਜਿਹਾ ਰਹਿ ਕੇ ਇਦਾਂ ਦੀਆਂ ਸਥਿਤੀਆਂ ਪੈਦਾ ਕਰਨ ਦੀ ਲੋੜ ਹੈ ਕਿ ਭਾਈ ਜੰਗ ਲੱਗੇ ਹੀ ਨਾ ਤੇ ਤੁਹਾਨੂੰ ਧਰਮ ਸੰਕਟ ਦੇ ਵਿੱਚ ਫਸਣਾ ਹੀ ਨਾ ਪਵੇ। ਬਹੁਤ ਦੂਰ ਤੱਕ ਇਸ ਚੀਜ਼ ਦਾ ਸੇਕ ਜਾਊਗਾ। ਕੋਈ ਵੀ ਬੰਦਾ ਇਹ ਨਾ ਸਮਝੇ ਕਿ ਭਾਈ ਉਧਰਲੇ ਪਾਸੇ ਲੜਾਈ ਹੈ, ਸਾਨੂੰ ਕੀ। ਨਹੀਂ, ਬੜਾ ਜ਼ਰੂਰੀ ਹੈ। ਚਲੋ ਆਸ ਕਰਦੇ ਹਾਂ ਵੀ ਕੋਈ ਨਾ ਕੋਈ ਇਹਦੇ ਤੇ ਕੀਤਾ ਜਾਊਗਾ। ਬਾਕੀ ਭਗਵੰਤ ਮਾਨ ਹੋਰਾਂ ਨੇ ਵੀ ਉਹ ਕਹਿੰਦੇ ਵੀ ਮੈਂ ਚਿੱਠੀ ਲਿਖੀ ਹੈ ਜੀ ਵੀ ਜਿਹੜਾ ਇਸ ਵਕਤ ਉੱਥੋਂ ਨਿਆਣਿਆਂ ਨੇ ਆਉਣਾ ਤੇ ਉਹਦੇ ਚੱਕਰ ਦੇ ਵਿੱਚ ਕਿਸੇ ਵੀ 에ਅਰਲਾਈਨ ਨੂੰ ਪੁੱਛ ਕੇ ਦੇਖ ਲਓ ਤੇ ਉਹ ਅਸਮਾਨ ਨੂੰ ਚੜਾਏ ਉਹਨਾਂ ਨੇ ਰੇਟ ਹੈ। ਇਸ ਕਰਕੇ ਇਹ ਨਹੀਂ ਹੋਣਾ ਚਾਹੀਦਾ, ਕਿਉਂਕਿ ਹਰੇਕ ਕੰਟਰੀ ਦਾ ਇੰਨਾ ਕੁ ਫਰਜ਼ ਤੇ ਬਣਦਾ ਵੀ ਜਿਹੜਾ ਸਾਡਾ ਬੰਦੇ ਹੈ ਜੀ, ਸਾਡੇ ਬੰਦੇ ਨੇ ਉੱਥੇ ਜਾਣਾ ਤੇ ਉਹਨਾਂ ਬੰਦੇ ਨੂੰ ਆਪਾਂ ਰੋਕਣਾ। ਦੇਖੋ ਸੰਧਾਲੀਆ ਸਾਹਿਬ, ਉਹ ਰੋਕਣਾ ਤਾਂ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਉਹ ਬੰਦੇ ਉਧਰਲੇ ਪਾਸਿਓਂ ਆ ਜਾਣਗੇ, ਜੇ ਸਾਡੇ ਵਿਦਿਆਰਥੀ ਸਟੂਡੈਂਟ ਜਿੰਨੇ ਵੀ ਨੇ, ਜੇ ਤਾਂ ਉਹ ਇੱਥੇ ਪਹੁੰਚ ਜਾਣਗੇ ਤਾਂ ਬਹੁਤ ਚੰਗਾ, ਸੁਰੱਖਿਅਤ ਪਹੁੰਚ ਜਾਣ। ਕਿਉਂਕਿ ਜੇ ਉੱਥੇ ਰਹਿ ਗਿਆ ਤਾਂ ਫਿਰ ਉਹਨਾਂ ਦੇ ਮਾਂ-ਬਾਪ ਜਿਹੜੇ ਭਰਾ ਭੈਣਾਂ ਰਿਸ਼ਤੇਦਾਰ ਇੱਥੇ ਨੇ, ਉਹਨਾਂ ਨੂੰ ਪੁੱਛਿਆ ਹੀ ਬਣਦਾ ਕਿ ਜਾਨ ਇਸ ਵੇਲੇ ਮੁੱਠੀ 'ਚ ਆਈ ਹੈ। ਬਹੁਤ ਸਾਰੀਆਂ ਐਮਬੈਸੀਆਂ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਲੋਕ ਕੰਮ ਕਰਦੇ ਆ ਸੰਧਾਲੀਆ ਸਾਹਿਬ, ਉਹਨਾਂ ਦੇ ਪਰਿਵਾਰਾਂ ਦੇ ਜੀਅ ਵੀ ਇਸ ਵੇਲੇ ਸਹਿਕ ਜਿਹਾ ਰਿਹਾ ਕਿ ਭਾਈ ਜਿਹੜੀ ਘੜੀ ਹੁਣ ਜਹਾਜ਼ ਭੇਜ ਦਿਓ ਤੇ ਬੱਚੇ ਵਾਪਸ ਮੰਗਾ ਲਓ। ਚਲੋ ਆਸ ਕਰਦੇ ਆ ਵੀ ਚਲੋ ਜਿਨ੍ਹਾਂ ਦੇ ਜੀ ਉੱਥੇ ਪਹੁੰਚੇ ਆ ਜੀ ਉਹ ਵੀ ਵਾਪਸ ਮੁੜ ਆਉਣ ਤੇ ਇਹ ਜਿਹੜਾ ਲੜਾਈ ਵਾਲਾ ਕੰਮ ਆ ਠੰਡਾ ਪੈ ਜਾਵੇ। ਚਲੀਏ, ਬਹੁਤ ਸ਼ੁਕਰੀਆ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਭੇਜਦੇ ਰਿਹਾ ਕਰੋ, ਲਾਈਕ ਕਰ ਦਿੰਦੇ ਹੋ, ਸ਼ੇਅਰ ਕਰ ਦਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।